ਜੋ ਮੇਰੇ ਅੱਜ ਗੈਸਟ ਹੈਗੇ ਨਾ, ਇਹਨਾਂ ਦੀ ਇੰਪੋਰਟੈਂਟ ਗੱਲ ਕੀ ਹੈ ਨਾ, ਸਾਡੇ ਸਿੱਖਾਂ ਦੇ ਵਿੱਚ ਇਹ ਲੋਕਾਂ ਨੇ ਪ੍ਰੋਫੈਸ਼ਨ ਫੋਲੋ ਨਹੀਂ ਕੀਤਾ ਹੋਇਆ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਮੈਂ ਸੁਪਾਲ ਜਾਲੀ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਨ ਦਾ ਲੇਟ ਸ਼ੋ। ਤੁਹਾਨੂੰ ਪਤਾ ਲਾਸਟ ਵੀਕ ਬੜਾ ਇੰਟਰਸਟਿੰਗ ਸੀਗਾ। ਵੀ ਟਾਕਡ ਅਬਾਊਟ ਖਾਲਸਾ 1699 ਵਾਚਿਸ, ਜੋ ਕਿ ਡੈਨੀ ਸਿੰਘ ਫਰਮ ਆਸਟ੍ਰੇਲੀਆ ਬੜਾ ਆਈਡੀਆ ਕੱਢਿਆ ਉਹਨਾਂ ਨੇ ਕਿ ਜਿੱਦਾਂ ਬ੍ਰਾਂਡਡ ਵਾਚਿਸ ਹੁੰਦੇ ਆ, ਇਸ ਤਰ੍ਹਾਂ ਵਾਚ ਦੇ ਖੱਡਾ ਲਗਾ ਕੇ ਉਹਨਾਂ ਨੇ ਮਾਰਕੀਟ 'ਚ ਲੈ ਕੇ ਆਏ ਨੇ। ਬੜਾ ਅੱਛਾ ਲੱਗਿਆ। ਉਹ ਜਿਹੜਾ ਸ਼ੋਅ ਸੀਗਾ ਬਹੁਤ ਅੱਛੀ ਫੀਡਬੈਕ ਮਿਲੇ ਕਿ ਲੋਕਾਂ ਨੂੰ ਬਹੁਤ ਅੱਛਾ ਲੱਗਿਆ। ਕਿ ਦੇਖੋ ਅਕਾਲ ਚੈਨਲ ਮੈਂ ਲਾਸਟ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਅਕਾਲ ਚੈਨਲ ਤੋਂ ਤੁਸੀਂ ਦੇਖੋ ਕਿੱਥੇ ਕਿੱਥੇ ਪਹੁੰਚ ਹੈਗੀ ਆ। ਦਾ ਗਾਈ ਡੈਨੀ ਸਿੰਘ ਫਰਮ ਆਸਟ੍ਰੇਲੀਆ, ਉਹਨਾਂ ਨੇ ਅਕਾਲ ਚੈਨਲ ਨੂੰ ਕੰਟੈਕਟ ਕੀਤਾ ਕਿ ਮਾਰਕੀਟ 'ਚ ਲੈ ਕੇ ਆ ਰਿਹਾ, ਅਤੇ ਉਹਦੇ ਬਾਰੇ ਅਸੀਂ ਗੱਲਬਾਤ ਕਰਕੇ ਸਾਰੀ ਦੁਨੀਆ 'ਚ ਆਵਾਜ਼ ਪਹੁੰਚਾਈ ਹੈ। ਆਈ ਥਿੰਕ ਇਟਸ ਸਮਥਿੰਗ ਵੈਰੀ ਬ੍ਰਿਲੀਅੰਟ। ਔਰ ਮੇਰੀ ਸ਼ੋਅ 'ਚ ਇਹੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਇੰਟਲੈਕਚੁਅਲ ਬੰਦੇ ਲੈ ਕੇ ਆਉਣਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕਿਸੇ ਨਾ ਕਿਸੇ ਤਰੀਕੇ ਨਾਲ ਕਾਮਯਾਬੀ ਕੀਤੀ, ਕਿਸੇ ਫੀਲਡ ਵਿੱਚ ਹੋਵੇ, ਐਨੀ ਫੀਲਡ, ਮੈਡੀਕਲ ਹੋਵੇ, ਪ੍ਰੋਫੈਸ਼ਨਲ ਹੋਵੇ, ਪੋਲੀਟਿਕਸ ਹੋਵੇ, ਉਹਦੇ ਵਿੱਚ ਕਰਕੇ ਜਦੋਂ ਹਰ ਵੀਕ ਮੈਨੂੰ ਨਾ, ਤੁਹਾਨੂੰ ਪਤਾ ਮੈਂ ਹਮੇਸ਼ਾ ਉਹ ਵੀ ਕਹਿੰਦਾ ਜ਼ਿਕਰ ਕਰਦਾ ਹੁੰਦਾ ਕਿ ਮੈਨੂੰ ਗੈਸਟ ਬੜੇ ਮੁਸ਼ਕਿਲ ਮਿਲਦੇ ਨੇ ਕਿ ਕਿੱਥੋਂ ਲੱਭ ਕੇ ਆਵਾਂ। ਕਿ ਆਪਣੇ ਜੋ ਮੇਰੇ ਅੱਜ ਗੈਸਟ ਹੈਗੇ ਨਾ, ਇਹਨਾਂ ਦੀ ਇੰਪੋਰਟੈਂਟ ਗੱਲ ਕੀ ਹੈ ਨਾ, ਸਾਡੇ ਸਿੱਖਾਂ ਦੇ ਵਿੱਚ ਇਹ ਲੋਕਾਂ ਨੇ ਪ੍ਰੋਫੈਸ਼ਨ ਫੋਲੋ ਨਹੀਂ ਕੀਤਾ ਹੋਇਆ। ਨੋਟ ਦੈਟ ਹੀ ਡਜ਼ ਦਿਸ ਫੁੱਲ ਟਾਈਮ, ਪਰ ਉਹ ਪਾਰਟ ਟਾਈਮ ਕਰਦੇ ਨੇ, ਲੇਕਿਨ ਬੜੀ ਸੇਵਾ ਕਰ ਰਹੇ ਨੇ ਕਮਿਊਨਿਟੀ ਲਈ। ਐਂਡ ਆਮ ਸੋ ਪ੍ਰਾਊਡ ਐਂਡ ਆਨਰ ਟੂ ਬ੍ਰਿੰਗ ਹਿਮ ਦ ਸ਼ੋ। ਮੈਂ ਸਾਰਾ ਕੁਝ ਮੈਂ ਕਹਿ ਦਾਂਗਾ ਅਤੇ ਉਹ ਖੁਦ ਕੀ ਦੱਸਣਗੇ, ਤਾਂ ਮੈਂ ਵੇਟ ਕਰਦਾ। ਅਤੇ ਬੈਸਟ ਚੀਜ਼ ਮੈਂ ਉਹਨਾਂ ਨੂੰ ਇੰਟਰੋਡਿਊਸ ਕਰਕੇ ਇਸ ਨਾਲ ਗੱਲਬਾਤ ਕਰਦੇ ਹਾਂ। ਪਲੀਜ਼ ਸਟੇ ਟਿਊਨਡ ਇਨ। ਮੈਂ ਆਮ ਸ਼ੋਰ ਕਿ ਤੁਸੀਂ ਲਾਈਕ ਕਰੋਗੇ ਕਿ ਦਿਸ ਇਜ਼ ਸਮਥਿੰਗ ਅਸੀਂ ਉਹਨੂੰ ਗੱਲ ਕਰਦੇ ਰਹਾਂਗੇ ਅਤੇ ਉਹ ਸਾਡੀ ਯਾਦਦਾਸ਼ਤ ਆਪਣੀ ਸਿੱਖੀ ਕਾਮ ਰਹੇਗੀ ਉਹਦੇ ਵਿੱਚ। ਮੈਂ ਆਪਣਾ ਸਵਾਗਤ ਕਰਦੇ ਹਾਂ ਰਣਵੀਰ ਸਿੰਘ ਜੀ। ਭਾਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੋਨ ਐਜ਼ ਰੈਵ, ਰੈਵ ਕਵਾਂ ਕਿ ਰਣਵੀਰ ਕਵਾਂ? ਰੈਵ ਕਹਿ ਲਓ, ਹਿਸਟਰੀ ਤੇ ਅਸੀਂ ਰੈਵ ਹੀ ਕਹਿੰਦੇ ਹਾਂ। ਭਾਜੀ ਹੈਗੇ ਨੇ ਆਪਣਾ ਹੀ ਹੂ ਰਨਸ ਸਿੱਖ ਹਿਸਟਰੀ ਟੂਰ ਵਗੈਰਾ ਕਰਦੇ ਨੇ। ਪਹਿਲੀ ਗੱਲ ਤਾਂ ਮੈਂ ਨਾ ਹੈਰਾਨ ਹੈ, ਮੈਨੂੰ ਨਾਲ ਗੱਲ ਕਰਾਂਗਾ ਸਿੱਖੀ ਦੇ ਜਿਹੜੇ ਹਿਸਟਰੀ ਦੇ ਟੂਰ ਇੰਗਲੈਂਡ ਦੇ ਵਿੱਚ ਤੁਸੀਂ ਯਾਰ ਰੈਵ ਤੁਸੀਂ ਕਦੇ ਮੰਨ ਸਕਦੇ ਹੋ? ਦਿਸ ਇਜ਼ ਵੈਰੀ ਸਰਪ੍ਰਾਈਜ਼ਿੰਗ। ਲੋਕਾਂ ਲੱਗਦਾ ਜੇ ਸਿੱਖਾਂ ਦੇ ਟੂਰ ਹੈਗੇ, ਆਪਣੀ ਯਾਦਦਾਸ਼ਤ ਵਗੈਰਾ, ਆਪਣੀ ਹਿਸਟਰੀ ਇੰਡੀਆ 'ਚ ਹੈਗੀ ਆ, ਪਾਕਿਸਤਾਨ 'ਚ ਹੈਗੀ ਆ, ਲੇਕਿਨ ਇੰਗਲੈਂਡ ਦੇ ਵਿੱਚ ਹਾਂ ਥੋੜ੍ਹੀ ਬਹੁਤੀ ਇਫ ਯੂ ਲਿੰਕ ਇਟ ਵਿਦ ਦ ਵਰਲਡ ਵਾਰ 1 ਐਂਡ 2 ਉਦੋਂ ਹੋਏਗੀ। ਪਰ ਤੁਸੀਂ ਤਾਂ ਹਿਸਟੋਰੀਅਨ ਹੈਗੇ ਹੋ। ਪਹਿਲਾਂ ਤੁਸੀਂ ਥੋੜ੍ਹਾ ਬਹੁਤ ਆਪਣਾ ਦੱਸੋ, ਤੁਹਾਡਾ ਜਨਮ ਕਿੱਥੇ ਹੋਇਆ? ਲੈਟਸ ਸਟਾਰਟ ਫਰੋਮ ਦ ਬਿਗਨਿੰਗ। ਵਾਹਿਗੁਰੂ। ਅਸੀਂ ਤਾਂ ਇੱਥੇ ਦੇ ਹੀ ਜੰਮੇ ਪਲੇ ਹਾਂ, ਈਸਟ ਲੰਡਨ ਵਿੱਚ, ਫੋਰੈਸਟ ਗੇਟ 'ਚ, ਅਪਟਨ ਪਾਰਕ ਜਿਹੜਾ ਏਰੀਆ ਆ। ਲੰਡਨ 'ਚ ਹੀ ਪੜ੍ਹਾਈ ਕੀਤੀ ਆ ਸਾਰੀ, ਯੂਨੀਵਰਸਿਟੀ ਵੀ ਲੰਡਨ 'ਚ ਹੀ ਆ। ਲੰਡਨ 'ਚ ਹੀ ਜੰਮੇ ਪਹਿਲੇ, ਲੰਡਨ ਹੀ ਰਹਿੰਦੇ, ਪਰ ਹੈ ਤਾਂ ਅਸੀਂ ਸਿੱਖ ਹੈ ਨਾ। ਬਿਲਕੁਲ। ਸੋ ਦਿਸ ਆਈਡੈਂਟਿਟੀ ਇਜ਼ ਅ ਸਿੱਖ ਹੂ ਇਜ਼ ਇਨ ਲੰਡਨ। ਹੁਣ ਜਦੋਂ ਕੋਈ ਲੰਡਨ ਵਾਲਾ ਦੇਖਦਾ, ਉਹ ਤਾਂ ਸਮਝਦਾ ਕੋਈ ਬਾਹਰ ਦਾ ਹੀ ਆ, ਬਾਹਰ ਦਾ ਹੀ। ਤੇ ਜਿਹੜਾ ਕੋਈ ਜਦੋਂ ਇੰਡੀਆ ਜਾਂਦੇ ਆ, ਉਹ ਕਹਿੰਦੇ ਤੁਸੀਂ ਵੀ ਬਾਹਰ ਦੇ ਹੀ ਆ, ਬਾਹਰ ਦੇ ਹੀ ਆ। ਬੰਦਾ ਆਪਣੇ ਤਾਂ ਕਿਤੇ ਹੁੰਦਾ ਹੀ ਨਹੀਂ ਹੈ, ਆਪਣੇ ਕਿਤੇ ਹੁੰਦਾ ਹੀ ਨਹੀਂ। ਬੜੀ ਇੰਟਰਸਟਿੰਗ ਗੱਲ ਕਹੀ ਹੈ ਤੁਸੀਂ। ਦੇਖਿਆ ਜਾਵੇ ਨਾ, ਮੈਂ ਇੱਕ ਸ਼ੋਅ 'ਚ ਹਮੇਸ਼ਾ ਕਹਿੰਦਾ ਨਾ, ਅਗਰ ਤੁਸੀਂ ਇਸ ਕੰਟਰੀ 'ਚ ਹੈਗੇ ਹੋ, ਪਲੀਜ਼ ਫੀਲ ਬ੍ਰਿਟਿਸ਼, ਬਿਕੋਜ਼ ਯੂ ਆਰ ਬ੍ਰਿਟਿਸ਼। ਤੁਸੀਂ ਬ੍ਰਿਟਿਸ਼ ਫੋਰਸ ਨਾਲ ਕੰਮ ਕਰੋ, ਪਰ ਤੁਸੀਂ ਕਿਸ ਤਰ੍ਹਾਂ ਫੀਲ ਕਰ ਸਕਦੇ ਹੋ ਜਦੋਂ ਸਾਨੂੰ ਐਕਸੈਪਟ ਹੀ ਨਹੀਂ ਕਰਦੇ ਕਿ ਤੁਸੀਂ ਬ੍ਰਿਟਿਸ਼? ਇਹ ਸ਼ਕਲ ਤੋਂ ਹੀ ਹੈ ਨਾ, ਸ਼ਕਲ ਤੋਂ। ਪਰ ਅਸੀਂ ਤਾਂ ਲੰਡਨ, ਅਸੀਂ ਕਹਿੰਦੇ ਅਸੀਂ ਲੰਡਨ ਥਰੂ ਐਂਡ ਥਰੂ, ਹੈ ਨਾ। ਸਾਨੂੰ ਹਰ ਸੜਕ ਅਸੀਂ ਲੰਡਨ ਤੁਰਦੇ ਹਾਂ, ਦੇਖਦੇ ਹਾਂ, ਸਾਡਾ ਜਨਮ ਇੱਥੇ ਹੀ ਹੋਇਆ ਹੈ। ਤਾਂ ਹਜੇ ਵੀ ਬੰਦੇ ਜਦੋਂ ਕਹਾਣੀਆਂ ਦੱਸਦੇ, ਪਿੰਡ ਦੀਆਂ ਦੱਸਦੇ, ਅਸੀਂ ਤਾਂ ਪਿੰਡ 'ਚ ਰਹੇ ਨਹੀਂ ਕਦੀ, ਅਸੀਂ ਤਾਂ ਲੰਡਨ 'ਚ ਹੀ ਰਹੇ। ਪਰ ਜੇ ਅਸੀਂ ਉਹੀ ਕਹਾਣੀਆਂ ਅਸੀਂ ਤੁਹਾਨੂੰ ਲੰਡਨ 'ਚ ਦੱਸ ਸਕਦੇ, ਉਹੀ ਨਿਸ਼ਾਨੀਆਂ ਤੁਹਾਨੂੰ ਲੰਡਨ 'ਚ ਦਿਖਾ ਸਕਦੇ। ਪਰ ਇੱਕ ਚੀਜ਼ ਬੜੀ ਇੰਟਰਸਟਿੰਗ ਗੱਲ ਹੈ, ਮੈਂ ਗੱਲਾਂ 'ਚ ਨਿਕਲ ਜਾਂਦੀਆਂ ਨੇ ਗੱਲਾਂ। ਬੜੀ ਇੰਟੈਲੀਜੈਂਟ ਕੌਮ ਹੈ, ਏਸ਼ੀਅਨ। ਦੇਖੋ ਸਾਡੇ ਰੂਟਸ ਕਿੰਨੇ ਹੈਗੇ, ਅਸੀਂ ਇੰਡੀਆ ਤੋਂ ਇੱਥੇ ਆਏ, ਅਸੀਂ ਇੰਡੀਆ ਤੋਂ ਅਫਰੀਕਾ ਗਏ, ਫਿਰ ਇੱਥੇ ਆਏ। ਸੋ ਸਾਡੇ ਪਾਸ ਕਿੰਨੇ 3 ਕਲਚਰ ਨੇ ਸਾਡੇ ਪਾਸ। ਅਸੀਂ ਉਹਨਾਂ ਨੂੰ ਫੋਲੋ ਕਰਦੇ ਹਾਂ ਔਰ ਬੜੀ ਜ਼ਬਰਦਸਤ ਕਰਦੇ ਹਾਂ, ਔਰ ਜਿੱਥੇ ਵੀ ਪਹੁੰਚੇ ਉਹਨਾਂ ਦੀ ਜ਼ੁਬਾਨ ਬੋਲਦੇ ਆ। ਹਾਂਜੀ, ਸਹੀ ਹੈ। ਗੋਰੇ ਕਿੰਨੇ ਸਾਲ ਜਾ ਕੇ ਇੰਡੀਆ 'ਚ ਰਹਿ ਗਏ, ਪੰਜਾਬੀ ਤਾਂ ਨਹੀਂ ਬੋਲਣੇ ਸਿੱਖੇ ਹੋ। ਉਹਨਾਂ ਨੇ ਹਿੰਦੀ ਆਪਣੇ ਆਪੇ ਹੀ ਬਣਾ ਲਈ, ਕੋਈ ਆਪੇ ਬਣਾ ਲਈ ਹੈ, ਸਤਿਆਨਾਸ਼ ਕਰਤਾ ਪੰਜਾਬੀ ਇੰਗਲਿਸ਼ ਦਾ ਉਹਦਾ। ਅਤੇ ਤੁਸੀਂ ਮੈਨੂੰ ਦੱਸੋ ਪਹਿਲਾਂ, ਹੁਣ ਜਿਹੜਾ ਤੁਸੀਂ ਹਿਸਟਰੀ ਟੂਰਸ ਕਰਦੇ ਯੂਕੇ ਦੇ ਵਿੱਚ, ਇਹ ਕਿਸ ਤਰ੍ਹਾਂ ਸ਼ੁਰੂ ਹੋਇਆ ਤੁਹਾਡਾ? ਹਾਊ ਡਿਡ ਯੂ ਸਟਾਰਟ ਦਿਸ? ਬਿਕੋਜ਼ ਬਹੁਤ ਪਹਿਲਾਂ ਤਾਂ ਆਪਣੇ ਸਿੱਖਾਂ 'ਚ ਹਿਸਟੋਰੀਅਨ ਹੈ ਹੀ ਨਹੀਂ ਹੈਗੇ, ਬਹੁਤ ਘੱਟ, ਹੈਂਡਫੁੱਲ ਹੋਣਗੇ ਯਾਰ। ਹੈਗੇ ਆ, ਉਹਨਾਂ ਤੋਂ ਤਾਂ ਅਸੀਂ ਸਿੱਖਿਆ ਹੈਗੇ ਆ। ਨਹੀਂ, ਹੈਂਡਫੁੱਲ ਹੋਣਗੇ ਨਾ। ਹੈਂਡਫੁੱਲ, ਹਾਂਜੀ ਸਹੀ, ਹੈਂਡਫੁੱਲ ਹੋਣਗੇ। ਇਟਸ ਨਾਟ ਅ ਲਾਰਜ ਇੰਡਸਟਰੀ। ਅਤੇ ਸ਼ੁਰੂ ਇੱਥੋਂ ਹੋਈ ਹੈ ਕਿ 1999 ਜਿਹੜਾ ਈਅਰ ਸੀ, 300 ਸਾਲ ਜਿਹੜਾ ਮਨਾਇਆ ਗਿਆ ਸੀ ਖਾਲਸਾ ਪੰਥ ਦਾ, ਉਦੋਂ ਲੰਡਨ ਦੇ ਵਿੱਚ ਇੱਕ ਐਗਜ਼ੀਬਿਸ਼ਨ ਸ਼ੁਰੂ ਹੋਇਆ ਸੀ ਵਿਕਟੋਰੀਅਨ ਐਲਬਰਟ ਮਿਊਜ਼ੀਅਮ 'ਚ। ਉਸ ਟਾਈਮ 'ਤੇ ਮੈਂ ਪੜ੍ਹਦਾ ਸੀ ਇੰਪੀਰੀਅਲ ਕਾਲਜ, ਉਹ ਸਾਹਮਣੇ ਹੀ ਆ।
ਅੱਛਾ ਅੱਛਾ। ਤੇ ਜਿਹੜੇ ਐਗਜ਼ੀਬਿਸ਼ਨ ਵਾਲੇ ਸੀ ਉਹ ਸਾਡੀ ਯੂਨੀਵਰਸਿਟੀ ਤੇ ਆਏ ਤੇ ਕਹਿੰਦੇ ਸਾਨੂੰ ਥੋੜੀ ਮਦਦ ਚਾਹੀਦੀ ਆ, ਤੁਸੀਂ ਥੋੜੀ ਸੇਵਾ ਕਰ ਦਿਓ ਨਾਲ ਨਾ। ਅਸੀਂ ਤਾਂ ਉੱਥੇ ਹੀ ਰਹਿੰਦੇ ਸੀ, ਤਾਂ ਮੰਡੇ ਫਰਾਈਡੇ ਉੱਥੇ ਹੀ ਹੁੰਦੇ ਸੀ। ਤਾਂ ਕਹਿੰਦੇ ਸੀ ਬਸ ਸਾਨੂੰ ਕੀ ਲੱਗਿਆ, ਸਾਨੂੰ ਨਾ ਹਿਸਟਰੀ ਦਾ ਇੰਨਾ ਪਤਾ ਸੀ, ਪਰ ਸੇਵਾ ਚਾਹੀਦੀ ਸੀ ਉਹਨਾਂ ਨੂੰ, ਸਾਨੂੰ ਸਾਹਮਣੇ ਹੀ ਬਿਠਾਤਾ ਉਹਨਾਂ ਨੇ। ਅਤੇ ਕਿ ਸਰਦਾਰ ਆ, ਜਿਹੜੇ ਵੀ ਸਿੱਖ ਆਓਗੇ ਉਹਨਾਂ ਨੂੰ ਬਸ ਇਹੀ ਦੱਸਣਾ ਕਿ ਐਗਜ਼ੀਬਿਸ਼ਨ ਉੱਧਰ ਨੂੰ ਆ ਤੇ ਟਾਇਲਟਸ ਇੱਧਰ ਨੂੰ ਆ। ਤੇ ਇਹ ਸੇਵਾ ਅਸੀਂ ਵੀ 6 ਹਫ਼ਤੇ ਕੀਤੀ ਆ। ਕਮਾਲ ਦੀ ਗੱਲ। ਫਰੈਂਡਸ ਵੀ ਸਾਡੇ ਨਾਲ ਹੀ ਸੀ, ਪਰ ਉਹਦੇ ਵਿੱਚ ਪੈਦਾ ਹੋ ਗਿਆ ਕਿ ਯਾਰ ਸਿੱਖੀ ਦੀ ਇੰਨੀਆਂ ਚੀਜ਼ਾਂ, ਇੰਨੀ ਹਿਸਟਰੀ ਸਾਡੇ ਕੋਲ ਹੈਗੀ ਆ, ਹੈ ਨਾ। ਅਤੇ ਫਿਰ ਉਸੇ ਸਾਲ ਹੀ ਮੈਂ ਟ੍ਰਫਾਲਗਰ ਸਕੁਏਅਰ 'ਚ ਪਹੁੰਚਿਆ ਸੀ ਅਤੇ ਉੱਥੇ ਮੈਂ ਕੁਛ ਦੇਖਿਆ ਅਤੇ ਉਹਦੇ ਨਾਲ ਹੀ ਇਹ ਪੈਦਾ ਹੋ ਗਿਆ ਕਿ ਯਾਰ ਜੇ ਟ੍ਰਫਾਲਗਰ ਸਕੁਏਅਰ 'ਚ ਸਿੱਖ ਹਿਸਟਰੀ ਆ। ਮੈਂ ਨਾ ਮੇਰੇ ਸ਼ੋਅ 'ਚ ਹਮੇਸ਼ਾ ਇਹ ਗੱਲ ਕਰਦਾ ਹੁੰਦਾ ਕਿ ਮੇਰਾ ਜਦੋਂ ਮੈਂ ਤੁਹਾਡੇ ਮਕਸਦ ਮੇਰਾ ਸਟਾਰਟ ਕਰਨ ਦਾ ਕਿ ਨਾਮ ਦੱਸੋ, ਜਨਮ ਕਿੱਥੇ ਹੋਇਆ, ਮੈਂ ਪਤਾ ਕਿ ਉਹਦੀ ਖੋਜ ਕਰ ਦਿੰਦਾ ਕਿ ਬੰਦਾ ਇੱਕ ਲਾਈਨ 'ਚ ਜਦੋਂ ਪੈਂਦਾ, ਕਿਉਂ ਪੈਂਦਾ, ਕਾਹਤੇ ਪੈਂਦਾ, ਉਹਦਾ ਹਮੇਸ਼ਾ ਬਹਾਨਾ ਹੁੰਦਾ ਹੈ। ਕੋਈ ਨਾ ਕੁਛ ਤੁਹਾਡੀ ਜ਼ਿੰਦਗੀ 'ਚ ਇੱਦਾਂ ਦੀ, ਹੁਣ ਜਿੱਦਾਂ ਅਸੀਂ, ਮੈਂ ਹਮੇਸ਼ਾ ਵੀ ਕਹਿ ਦਿੰਦਾ ਜਦੋਂ ਸਾਡੇ ਸ਼ੋਅ ਦੇ ਵਿੱਚ ਕੋਈ ਗੈਸਟ ਆਉਂਦਾ, ਕੋਈ ਗੈਸਟ ਇੱਦਾਂ ਦੀ ਗੱਲ ਕਹਿ ਜਾਂਦਾ ਦਿਲ ਨੂੰ ਛੂਹ ਜਾਂਦੀ ਹੈ, ਫਿਰ ਬੰਦਾ ਕਹਿੰਦਾ ਯਾਰ ਮੈਂ ਵੀ ਕਰਨਾ ਚਾਹੁੰਦਾ ਹਾਂ, ਇੰਸਪਾਇਰ ਹੋ ਜਾਂਦਾ ਨਾ। ਹੁਣ ਤੁਸੀਂ ਉੱਥੇ ਰਸਤਾ ਦਿਖਾ ਕੇ ਇੰਸਪਾਇਰ ਹੋ ਗਏ। ਬਸ ਅਸੀਂ ਤਾਂ ਐਗਜ਼ੀਬਿਸ਼ਨ ਦੇਖਿਆ ਅਤੇ ਨਾਲ ਜਿਹੜਾ ਟ੍ਰਫਾਲਗਰ ਸਕੁਏਅਰ 'ਚ ਦੇਖਿਆ, ਅਤੇ ਉਸ ਤੋਂ ਬਾਅਦ ਹੀ ਕਲੈਕਟ ਸ਼ੁਰੂ ਕਰਤੇ। ਜਿੱਥੇ ਜਿੱਥੇ ਤੁਰਦੇ ਸੀ ਉੱਥੇ ਉੱਥੇ ਦੇਖ ਕੇ ਕਿ ਯਾਰ ਇੱਥੇ ਵੀ ਸਿੱਖੀ ਦਾ ਕੋਈ ਲਿੰਕ ਹੈ, ਇੱਥੇ ਵੀ ਸਿੱਖੀ ਦਾ ਕੋਈ ਲਿੰਕ ਹੈ। ਹੁਣ ਇਹ ਅਸੀਂ ਮੈਨੂੰ ਲੱਗਦਾ 10-15 ਸਾਲ ਤੱਕ ਕੀਤਾ ਇਹ ਕੰਮ। ਉਸ ਤੋਂ ਬਾਅਦ ਫਿਰ ਪ੍ਰੈਜੈਂਟੇਸ਼ਨਸ ਬਣਾਉਣ ਲੱਗ ਪਏ। ਉਹ ਸਾਡਾ, ਮੈਂ ਤੁਹਾਨੂੰ ਦੱਸਦਾ ਸੀ ਪਹਿਲਾਂ ਕਿ ਸਾਡਾ ਪੰਜਾਬੀ ਸਕੂਲ ਚੱਲਦਾ ਇਲਫਰਡ ਵਿੱਚ, ਉੱਥੇ ਸੇਵਾ ਕਰਦੇ ਸੀ ਅਸੀਂ ਪੰਜਾਬੀ ਸਕੂਲ 'ਚ, ਅਤੇ ਸਾਡੇ ਸਤਵਿੰਦਰ ਭਾਜੀ ਦੇ ਨਾਲ ਹੀ। ਅਤੇ ਉਹ ਅਸੀਂ 2003 'ਚ ਖੋਲ੍ਹਿਆ ਸੀ ਪੰਜਾਬੀ ਸਕੂਲ। ਅਤੇ ਅੱਵਲ ਤਾਂ ਜਿਹੜੇ ਜ਼ਿਆਦਾ ਪੰਜਾਬੀ ਸਕੂਲ ਦੇ ਟੀਚਰਾਂ ਹੁੰਦੀਆਂ ਉਹ ਫੀਮੇਲ ਹੁੰਦੀਆਂ, ਹੈ ਨਾ, ਅਤੇ ਨਾਲ ਇੰਡੀਆ ਤੋਂ ਆਏ ਹੁੰਦੇ, ਹੈ ਨਾ। ਅਤੇ ਜਿਹੜੇ ਬੱਚੇ ਸੀ ਅੱਜ ਕੱਲ੍ਹ ਦੇ ਬੱਚੇ, ਉਹ ਥੋੜ੍ਹੇ ਸ਼ਰਾਰਤੀ ਹੁੰਦੇ ਸੀ, ਹੈ ਨਾ। ਅਤੇ ਜਿਹੜੇ ਸ਼ਰਾਰਤੀ ਬੱਚੇ ਹੁੰਦੇ ਸੀ, ਭਾਜੀ ਕਹਿੰਦੇ ਸੀ ਖੜ੍ਹੇ ਹੋ ਜਾਓ, ਆ ਜਾਓ ਅਤੇ ਰੈਪ ਦੀ ਕਲਾਸ 'ਚ ਚੱਲ ਜਾਓ। ਅਤੇ ਫਿਰ ਆਹ ਜਿਹੜੇ ਬੱਚੇ ਸੀ ਉਹਨਾਂ ਨੂੰ ਥੋੜ੍ਹਾ ਧਿਆਨ ਨਾਲ, ਉਹਨਾਂ ਨੂੰ ਤੁਸੀਂ ਕਿਤਾਬ ਖੋਲ੍ਹ ਕੇ ਇੱਦਾਂ ਪੰਜਾਬੀ ਨਹੀਂ ਪੜ੍ਹਾ ਸਕਦੇ ਸੀ ਕਦੇ। ਉਹ ਸੌਖਾ ਤਰੀਕਾ ਹੁੰਦਾ ਊੜਾ ਐੜਾ ਈੜੀ, ਹੈ ਨਾ। ਮੈਨੂੰ ਫਿਰ ਕੋਈ ਨਵਾਂ ਤਰੀਕਾ ਲੱਭਣਾ ਪਿਆ, ਅਤੇ ਅਸੀਂ ਫਿਰ ਕਹਾਣੀਆਂ ਦੇ ਥਰੂ ਪੰਜਾਬੀ ਬੱਚਿਆਂ ਨੂੰ ਸਿਖਾਉਂਦੇ ਸੀ ਕਿ ਆਓ ਤਾਂ ਸਹੀ ਪੰਜਾਬੀ ਸਕੂਲ, ਹੈ ਨਾ। ਅਤੇ ਇਹ ਫਿਰ ਇਕੱਠੇ ਕਰਕੇ ਬੱਚੇ ਫਿਰ ਮੇਰੀ ਕਲਾਸ 'ਚ ਆ ਜਾਂਦੇ ਸੀ, ਅਤੇ 2 ਘੰਟੇ ਦੀ ਕਲਾਸ 'ਚ ਉਹਨਾਂ ਦਾ ਇੰਟਰਸਟ ਰੱਖਣਾ, ਉਹਨਾਂ ਦਾ ਅਟੈਂਸ਼ਨ ਸਪੈਨ ਰੱਖਣਾ ਬਹੁਤ ਮੁਸ਼ਕਿਲ ਹੁੰਦਾ ਸੀ। ਫਿਰ ਅਸੀਂ ਚੀਜ਼ਾਂ ਦੇ ਥਰੂ ਕਰਦੇ ਸੀ, ਕੋਈ ਕੋਇਨ ਲੈ ਆਏ, ਕੋਈ ਸਟੈਂਪ ਲੈ ਕੇ ਆਏ, ਕੋਈ ਘਰੋਂ ਚੀਜ਼ਾਂ ਲੈ ਕੇ ਆਉਂਦੇ ਕਲੈਕਸ਼ਨ ਦੇ ਥਰੂ, ਹੈ ਨਾ। ਫਿਰ ਲੰਡਨ ਦੀ ਕਹਾਣੀਆਂ, ਫਿਰ ਨਾਲੇ ਬੱਚਿਆਂ ਨੂੰ ਲੈ ਕੇ ਵੀ ਚੱਲਦੇ ਸੀ ਲੰਡਨ, ਆਹ ਦੇਖੋ ਇਹ ਤੁਹਾਡੀ ਹਿਸਟਰੀ ਹੈ, ਕਿ ਤੁਸੀਂ ਹੁਣ ਪੰਜਾਬੀ ਜੇ ਹੁਣ ਨਹੀਂ ਸਿੱਖਣੀ, ਅੱਗੇ ਜਾ ਕੇ ਤਾਂ ਸਿੱਖਿਓ ਨਾ, ਕਦੇ ਤੁਹਾਡੇ ਕੰਮ ਆਊਗੀ, ਹੈ ਨਾ। ਪਰ ਇਹ ਰਹਿ ਗੱਲ ਹੈਗੀ ਆ, ਤੁਸੀਂ ਬੱਚਿਆਂ ਦੀ ਗੱਲ ਕਰਦੇ ਆ, ਮੈਂ ਹਮੇਸ਼ਾ ਕਹਿੰਦਾ ਕਿ ਸ਼ੋਅ ਪਲੀਜ਼ ਦੇਖੋ, ਬੜਾ ਇੰਟਰਸਟਿੰਗ ਹੁੰਦਾ। ਸਾਡੇ ਵੱਡਿਆਂ ਨੂੰ ਨਹੀਂ ਪਤਾ ਕਿ ਪਹਿਲਾਂ ਮੈਂ ਦੱਸ ਸਕਦਾ ਜਦੋਂ ਮੈਂ ਲਫ਼ਜ਼ ਸ਼ੁਰੂ ਕੀਤਾ ਹਿਸਟੋਰੀਅਨ, ਉਹ ਇਹ ਰਵਿੰਦਰ ਸਿੰਘ ਆਪਣੇ ਰਵੀ ਉਹ ਹੈਗੇ ਨੇ। ਇਹ ਜੇ ਮੈਂ ਪੰਜਾਬੀ 'ਚ ਇਹਨੂੰ ਥੋੜ੍ਹਾ ਡਿਸਕ੍ਰਾਈਬ ਕਰਾਂ, ਆਪਣੇ ਸਿੱਖਾਂ ਦੀ ਹਿਸਟਰੀ ਯੂਕੇ 'ਚ ਬਹੁਤ ਹਿਸਟਰੀ ਹੈਗੀ ਆ, ਪੁਰਾਣੀ ਵਰਲਡ ਵਾਰ 1 ਤੋਂ 2 ਤੋਂ ਲੈ ਕੇ, ਉਹਦੀ ਖੋਜ ਕਰਕੇ ਨਾ ਇਹਨਾਂ ਨੇ ਆਪਣੇ ਬੱਚਿਆਂ ਨੂੰ ਟੀਚ ਕਰਦੇ ਨੇ ਕਿ ਦੇਖੋ ਸਾਡੇ ਸਿੱਖਾਂ ਨੇ ਕੀ ਕੀਤਾ ਹੈਗਾ। ਕਿਤੇ ਚਰਚਾਂ ਦੇ ਵਿੱਚ ਅਸੀਂ ਗੱਲ ਕਰਾਂਗੇ ਕਿੱਥੇ ਕਿੱਥੇ ਆਪਣੀ ਹਿਸਟਰੀ ਹੈਗੀ ਹੈ, ਕਿੱਥੇ ਕਿੱਥੇ ਟੂਰ ਲੈ ਕੇ ਜਾਂਦੇ ਨੇ। ਵੈਰੀ ਇੰਟਰਸਟਿੰਗ। ਤੁਸੀਂ ਤਾਂ ਬੱਚਿਆਂ ਦੀ ਗੱਲ ਕਰਦੇ, ਵੱਡਿਆਂ ਨੂੰ ਕਾਹਨੂੰ ਨਹੀਂ ਪਤਾ ਕਿ ਸਾਡੀ ਹਿਸਟਰੀ ਹੈ। ਟੂਰ ਤਾਂ ਅਸੀਂ ਫੈਮਿਲੀਜ਼ ਲਈ ਕਰਦੇ ਹੁੰਦੇ ਨਾ, ਬੱਚਿਆਂ ਨੂੰ ਤਾਂ ਸਾਨੂੰ ਮੌਕਾ ਮਿਲਦਾ ਹਾਂ ਸਿਖਾਉਣ ਦਾ, ਹੈ ਨਾ। ਜੇ ਬੱਚਿਆਂ ਨੂੰ ਸਿਖਾ ਸਕਦੇ ਫਿਰ ਉਹੀ ਕਹਾਣੀਆਂ ਅਸੀਂ ਵੱਡਿਆਂ ਨੂੰ ਦੱਸ ਦਿੰਦੇ ਹਾਂ, ਠੀਕ ਹੈ। ਪਰ ਜ਼ਿਆਦਾ ਪੇਸ਼ ਅਸੀਂ ਕਰਦੇ ਬੱਚਿਆਂ ਨੂੰ, ਕਦੇ ਉਹ ਖੁੱਲ੍ਹੇ ਦਿਲ ਨਾਲ ਤੁਹਾਨੂੰ ਪੁੱਛਦੇ ਕਿ ਤੁਸੀਂ ਇਹ ਸੱਚ ਨਹੀਂ ਹੈ, ਜਾਂ ਇਹ ਚੈਲੰਜ ਕਰਦੇ ਬੱਚੇ, ਹੈ ਨਾ। ਵੱਡੇ ਨਹੀਂ ਚੈਲੰਜ ਕਰਦੇ, ਵੱਡੇ ਸੁਣ ਕੇ ਚੱਲ ਜਾਂਦੇ। ਪਰ ਜਦੋਂ ਤੁਸੀਂ ਸਟਾਰਟ ਕੀਤਾ, ਹਾਂਜੀ, ਤੁਸੀਂ ਉੱਥੋਂ ਮੈਨੂੰ ਦੱਸਦਾ ਕਿ ਤੁਸੀਂ ਕਿੱਦਾਂ ਕੀਤਾ, ਪਰ ਤੁਹਾਡੀ ਮੋਟੀਵੇਸ਼ਨ ਕਿੱਦਾਂ ਆਈ ਕਿ ਮੈਂ ਕਰਾਂ? ਇਹ ਤਾਂ ਰੱਬ ਦੀ ਮਿਹਰ ਹੋਈ ਨਾ, ਤੁਹਾਨੂੰ ਇਸ ਰਸਤੇ ਪਾਇਆ, ਕੁਛ ਬਖਸ਼ਿਸ਼ ਹੋਈ ਹੈ। ਇਹ ਤਾਂ ਮੁਸ਼ਕਿਲ ਸਵਾਲ ਹੈ, ਅਸੀਂ ਆਪ ਨਹੀਂ ਕਦੀ ਸੋਚਿਆ। ਸਾਨੂੰ ਸਵਾਲ ਪੁੱਛਦਾ, ਹਾਂ, ਪਰ ਅਸੀਂ ਤਾਂ ਖੁਸ਼, ਅਸੀਂ ਵੀ ਖੁਸ਼ ਹੁੰਦੇ ਹਾਂ ਨਾ। ਕਈ ਬੰਦੇ ਦੇਖੋ ਭੰਗੜੇ ਵੱਲ ਧਿਆਨ ਹੁੰਦਾ ਬੱਚਿਆਂ ਦਾ, ਕਈਆਂ ਦੇ ਵੱਲ ਡਾਂਸ ਵੱਲ, ਜਾਂ ਇੱਦਾਂ ਦੀ ਚੀਜ਼ਾਂ। ਸਾਡਾ ਇਤਿਹਾਸ ਵੱਲ ਸੀ, ਮੈਂ ਕਿਹਾ ਤੁਰ ਕੇ ਦਿਖਾਵਾਂ ਚੀਜ਼ਾਂ, ਅਤੇ ਰਿਸਪੌਂਸ ਜਦੋਂ ਮਿਲਦਾ ਨਾ, ਤਾਂ ਮੈਨੂੰ ਲੱਗਦਾ 5 ਸਾਲ ਹੋ ਗਏ ਸੀ ਕੌਨਫੀਡੈਂਸ ਲੈਣ ਨੂੰ ਕਿ ਮੈਂ ਕਰਾਂ, ਹੈ ਨਾ। ਮੈਂ ਕਿੰਨਿਆਂ ਨੂੰ ਪੁੱਛਿਆ ਕਿ ਨਾਲ ਉਹਨਾਂ ਦੇ ਜੁੜ ਕੇ ਕਰਾਂ, ਹੈ ਨਾ। ਫਿਰ ਕਿਸੇ ਨੇ ਫਿਰ ਮੈਨੂੰ ਕਿਹਾ ਨਹੀਂ ਤੂੰ ਆਪੇ ਕਰ, ਜੇ ਚੰਗੀ ਚੀਜ਼ ਆ ਆਪੇ ਬੰਦੇ ਆ ਜੂਗੇ, ਹੈ ਨਾ। ਅਤੇ ਫਿਰ ਹੌਲੀ ਹੌਲੀ ਸ਼ੁਰੂ ਕੀਤਾ ਸੀ। ਅਤੇ ਪਹਿਲਾਂ ਸਾਡੇ ਗਰੁੱਪਸ 9 ਹੁੰਦੇ ਸੀ, 9 ਬੰਦੇ ਗਰੁੱਪ 'ਚ, ਅਤੇ ਮਸੀਂ 4 ਆਉਂਦੇ ਹੁੰਦੇ ਸੀ, ਹੈ ਨਾ। ਕਦੀ ਕਦੀ ਇਕੱਲੇ ਹੀ ਹੁੰਦਾ ਸੀ, ਮੈਂ ਤੁਰ ਫਿਰ ਕੇ ਰਿਸਰਚ ਕਰਕੇ ਆ ਜਾਂਦਾ ਸੀ, ਹੈ ਨਾ। ਅਤੇ ਹੁਣ ਲਗਭਗ 20-25 ਬੰਦੇ ਅਸੀਂ ਲੈ ਜਾਂਦੇ ਟੂਰ 'ਤੇ। ਪੂਰਾ
ਪੂਰੇ ਕੌਨਫੀਡੈਂਸ ਨਾਲ ਕਰਦੇ ਆ ਹਨਾ। ਪਰ ਰਬ ਹੁਣ ਇਹਦੇ ਲੋਕਡਾਊਨ ਕਰਕੇ ਕਾਫੀ ਮਾਰਚ ਦਾ ਤਾਂ ਤੁਸੀਂ ਸਾਰਾ ਸਾਲ ਹੀ ਲੈ ਲਓ ਬੰਦ ਹੈਗਾ ਸਾਰਾ ਕੁਝ, ਸੋ ਬੇਸਿਕਲੀ ਤੁਸੀਂ ਕੁਝ ਖਾਸ ਕੁਝ ਨਹੀਂ ਕੀਤਾ? ਥੋੜੇ ਬਹੁਤੇ ਟੂਰਸ ਕੀਤੇ ਪਰ ਉਹ ਵੀ ਸੋਸ਼ਲ ਡਿਸਟੈਂਸਿੰਗ ਦੇ ਤਰੀਕੇ ਨਾਲ ਨਾ, ਨੰਬਰਸ ਕਾਫੀ You did them, did you? We did them with the app ਨਾ, ਤਾਂ ਜਦੋਂ ਮੈਂ ਬੋਲਦਾ ਤੁਸੀਂ ਆਪਣੇ ਫੋਨ ਤੇ ਸੁਣ ਸਕਦੇ। ਹੁਣ ਵੀ ਕਰਾਂਗੇ, ਪਾਰਕ 'ਚ ਕਰਾਂਗੇ, ਜਿਹੜਾ ਹਾਈਡ ਪਾਰਕ ਦੇ ਵਿੱਚ 8 ਨਿਸ਼ਾਨੀਆਂ ਸਿੱਖਾਂ ਦੀ ਹਾਈਡ ਪਾਰਕ ਦੇ ਵਿੱਚ ਪਈਆਂ। ਹਾਂ, ਪਤਾ ਹੀ ਨਹੀਂ ਕਿਸੇ ਨੂੰ, ਫਿਰ ਮੈਂ ਘੁਮਾ ਕੇ ਤੁਹਾਨੂੰ ਦਿਖਾ ਦਾਂਗਾ, ਪਾਰਕ ਵੀ ਹੈ ਪਾਰਕ 'ਚ। ਪਰ ਮੈਂ ਥੋੜੇ ਇੰਗਲੈਂਡ ਦੇ ਤੁਸੀਂ ਦੱਸੋਗੇ ਕਿੱਥੇ ਗੁਰੂ ਘਰਾਂ ਦੇ, ਕਿ ਕਿੱਥੇ ਤੁਸੀਂ ਵਾਟ ਆਰ ਦ ਪਲੇਸਿਸ? ਹਾਂ ਸਰ, ਜਿਹੜਾ ਮੇਰਾ ਡੇਟਾਬੇਸ ਹੈ ਇਕੱਲਾ ਇੱਕ ਗੁਰੂ ਘਰ ਹੈ ਡੇਟਾਬੇਸ, ਜੋ ਹੈ ਖਾਲਸਾ ਜੱਥਾ ਹੈ ਜਿਹੜਾ ਸ਼ੈਪਰਡਸ ਬੁਸ਼ ਦਾ ਗੁਰਦੁਆਰਾ। Only one? Only one। ਬਾਕੀ 107 ਜਗ੍ਹਾ ਮੈਂ ਲੰਡਨ 'ਚ ਮੈਪ ਕੀਤੇ ਆ। ਲੰਡਨ ਦੇ ਵਿੱਚ? ਲੰਡਨ ਦੇ ਵਿੱਚ, ਜਿੱਥੇ ਆਪਣੀ ਸਿੱਖਾਂ ਦੀ ਹਿਸਟਰੀ ਹੈ। ਮੈਂ ਤੁਹਾਨੂੰ ਸ਼ੁਰੂ ਕਰ ਦਿੰਦੇ ਜੀ। ਮੈਂ ਸੁਖਦੇਵ ਨੂੰ ਕਹਾਂਗਾ ਕਿ ਸਾਨੂੰ ਥੋੜੇ ਅੱਛਾ ਇਹ ਕੀ ਹੈਗਾ, ਸੋ ਐਕਸਪਲੇਨ ਕਰੋ। ਇੱਥੇ ਤੁਸੀਂ ਦੇਖੋ ਤਰੀਕ ਲਿਖੀ ਹੈ 1849 ਹੈ ਨਾ। 1849 ਦੇ ਵਿੱਚ ਚਿਲੀਅਨ ਵਾਲਾ ਦੀ ਬੈਟਲ ਹੋਈ ਸੀ ਸਿੱਖਾਂ ਦੇ ਨਾਲ। ਠੀਕ ਹੈ। ਤੇ ਇਹ ਬੈਟਲ, ਇਹ ਜਿਹੜੇ ਗੋਰੇ ਆਏ ਸੀ ਉਹਨਾਂ ਦੇ ਲਗਭਗ 250 ਬੰਦੇ ਜਿਹੜੇ ਪੂਰੇ ਹੋਏ ਸੀ ਉਸ ਬੈਟਲ ਦੇ ਵਿੱਚ, ਉਹਨਾਂ ਦਾ ਇੱਕ ਨਾਮ ਉੱਥੇ ਲਿਖਿਆ ਆ ਚੈਲਸੀ ਦੇ ਵਿੱਚ। ਤੇ ਆਹ ਹੈ ਚੈਲਸੀ ਦੇ ਵਿੱਚ, ਚੈਲਸੀ ਦੇ ਵਿੱਚ, ਤੇ ਆਹ ਹੈ ਚੈਲਸੀ ਹਸਪੀਟਲ। ਤੇ ਜਿਹੜੇ ਮਰੀਜ਼ ਹੋਏ ਸੀ ਉਹ ਹਸਪੀਟਲ ਤੇ ਆਏ ਸੀ, ਤੇ ਉਹਨਾਂ ਨੇ ਯਾਦਗਾਰ ਦੇ ਵਿੱਚ ਆਪਣੇ ਦੋਸਤਾਂ ਦੀ ਯਾਦਗਾਰ ਦੇ ਵਿੱਚ ਆ ਮੈਮੋਰੀਅਲ ਬਣਾਇਆ ਨਾ 1849 ਦਾ। ਤੇ ਹੁਣ ਸਾਨੂੰ ਇਹ ਮਾਰਚ ਦੇ ਵਿੱਚ, ਇਹ ਸਾਡਾ ਲੋਕਡਾਊਨ ਪ੍ਰੋਜੈਕਟ ਸੀ। ਇਹ ਹਸਪੀਟਲ ਨੇ ਸਾਨੂੰ ਕਿਹਾ ਕਿ ਹੁਣ ਮੈਂ ਇੰਨੇ ਟੂਰਸ ਕਰਤੇ ਆ, ਕਾਫੀ ਬੰਦਿਆਂ ਨੂੰ ਉਸ ਟੂਰ ਤੇ ਲੈ ਕੇ ਗਿਆ ਆ, ਤੇ ਉਹ ਕਹਿੰਦੇ ਇਦਾਂ ਕਰ ਰਿਹਾ ਤੂੰ ਆਪਣੇ ਨਜ਼ਰੀਏ ਤੇ ਹਿਸਟਰੀ ਦੱਸ ਨਾ। ਤੇ ਇਹ ਸਿੱਖਾਂ ਦੀ ਹਿਸਟਰੀ ਦੱਸੀ ਆ ਅਸੀਂ। ਅਮਰਪਾਲ ਸਿੱਧੂ ਭਾਜੀ ਹੈਗੇ, ਉਹਨਾਂ ਨੇ ਕਿਤਾਬ ਲਿਖੀ ਸੀ, ਉਹਦੇ ਚੋਂ ਮੈਂ ਖੋਜ ਕਰਕੇ ਉਹਨਾਂ ਨੂੰ ਨਾਲ ਲਿਆ ਕੇ ਅਸੀਂ ਫਿਰ ਆਹ ਬੋਰਡ ਬਣਾਇਆ ਕਿ ਆਹ ਸਿੱਖਾਂ ਦਾ ਇੰਟਰਪ੍ਰੀਟੇਸ਼ਨ ਆ ਕਿ ਇਹ ਮੈਮੋਰੀਅਲ ਦਾ, ਕਿ ਇਹ ਵਾਵਾ ਗੋਰਿਆਂ ਦੀ ਨਹੀਂ ਹੈ, ਸਿੱਖਾਂ ਦੀ ਵੀ ਬਥੇਰੀ। ਉਹ ਜਿਹੜੀ ਇਮੇਜ ਹੈ ਉਹ ਸਿੱਖਾਂ ਦੀ ਹੈ ਨਾ, ਲੜਾਈ ਕਰ ਪ੍ਰਕਾਰ ਸਵੇਰ ਜਦੋਂ ਜਾਂਦੇ ਨੇ ਜਿਹੜਾ ਤੁਸੀਂ ਮੈਮੋਰੀਅਲ ਦਿਖਾਇਆ, ਇਹ ਚੈਲਸੀ ਵਾਲਾ ਹੈ। ਹਾਂ, ਚੈਲਸੀ ਵਾਲਾ, ਸੌਰੀ ਬੈਗ ਯੂ ਪਾਰਡਨ। ਤੇ ਯਾਰ ਕਿੰਨੇ ਤੁਸੀਂ ਮੈਨੂੰ ਦੱਸੋ, ਜਿਹਨੇ ਵੀ ਤੁਸੀਂ ਮੇਰਾ ਪ੍ਰੋਗਰਾਮ ਦੇਖਦੇ ਹੋ, ਕਿਹਨੂੰ ਪਤਾ ਸੀਗਾ ਕਿ ਮੈਮੋਰੀਅਲ ਤੇ ਅੱਧਾ ਸਾਡੇ ਸਿੱਖਾਂ ਦੀ ਹਿਸਟਰੀ ਹੈਗੀ ਹੈ? ਵੈਰੀ ਫਿਊ ਪੀਪਲ ਮਾਈਟ ਨੋ ਦੈਟ। ਤੇ ਉਹਦੇ ਪਿੱਛੇ ਹੈ ਨਾ, ਹੁਣ ਤਾਂ ਕੋਵਿਡ ਕਰਕੇ ਜਾ ਨਹੀਂ ਸਕਦੇ, ਉਹਦੇ ਪਿੱਛੇ ਮਹਾਰਾਜਾ ਰਣਜੀਤ ਸਿੰਘ ਦਾ ਕੈਨਨ ਉੱਥੇ ਪੇਸ਼ ਕੀਤਾ ਹੈ। ਉਹਨਾਂ ਦੀ ਕੈਨਨ 250 ਕੈਨਨ ਲੈ ਕੇ ਆਏ ਸੀ ਇੱਥੇ ਯੂਕੇ 'ਚ, ਵੰਡਤੇ ਸੀ ਸਾਰਿਆਂ ਨੂੰ। ਕਈ ਤਾਂ ਉਹਨਾਂ ਨੇ ਮੈਲਟ ਕਰਕੇ ਕੁਝ ਹੋਰ ਬਣਾਤਾ ਸੀ, ਪਰ ਕਈ ਜਿਹੜੇ ਸੋਹਣੇ ਕੈਨਨ ਸੀ ਇੱਕ ਰੱਖੇ ਉਹਨਾਂ ਨੇ ਇੱਥੇ। ਤੇ ਪਹਿਲਾਂ 2 ਰੱਖੇ ਹੁੰਦੇ ਸੀ ਇੱਥੇ ਕਹਿੰਦੇ ਸੀ, ਪਰ ਇੱਕ ਹੈਗਾ ਪੂਰਾ ਮਹਾਰਾਜਾ ਰਣਜੀਤ ਸਿੰਘ ਦਾ ਕੈਨਨ। ਤੇ ਇੱਕ ਹੈਗਾ ਕੈਂਟ ਦੇ ਵਿੱਚ, ਉਹ ਸਾਡੇ ਗ੍ਰੇਵਜ਼ਨ ਗੁਰਦੁਆਰੇ ਦੇ ਨੇੜੇ ਹੀ ਆ, ਮੇਡਸਟੋਨ ਮਿਊਜ਼ੀਅਮ ਦੇ, ਬਹੁਤ ਸੋਹਣਾ ਕੈਨਨ ਲਾਹੌਰ ਦਾ ਹੈ ਨਾ, ਉੱਥੇ ਪਿਆ ਹੈ ਨਾ। ਇੱਕ ਸਾਡਾ ਡੋਵਰ ਕਾਸਲ ਪਿਆ ਕੈਨਨ, ਇੱਕ ਪੋਰਟਸਮਥ ਪਿਆ ਹੈ ਮਹਾਰਾਜਾ ਰਣਜੀਤ ਸਿੰਘ ਦਾ ਕੈਨਨ ਹੈ ਨਾ, ਇੱਕ ਲੀਡਸ ਪਿਆ। ਇਹ ਚੀਜ਼ਾਂ ਉੱਥੇ ਪਈਆਂ ਨਿਸ਼ਾਨੀਆਂ। ਜਦੋਂ ਬੱਚਿਆਂ ਨੂੰ ਦਿਖਾਉਂਦੇ ਤਾਂ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਹਿਸਟਰੀ ਕੋਈ ਕਿਤਾਬ ਵਾਲੀ ਹਿਸਟਰੀ ਨਹੀਂ ਹੈ, ਇਹ ਅਸਲੀ ਆ। ਇਹੀ ਬੰਦੂਕਾਂ ਦੇ ਨਾਲ ਅਸੀਂ ਲੜਾਈ ਕੀਤੀ ਸੀ, ਲੜਾਈ ਕੀਤੀ ਸੀ। ਹਾਂ, ਤੇ ਉਹ ਇੱਥੇ ਪੇਸ਼ ਕੀਤੇ। ਉਹ ਡਬਲਿਨ ਦੇ ਵਿੱਚ ਪਏ ਆ, ਜਰਮਨੀ ਵਿੱਚ ਕੈਨਨ ਪਏ ਆ ਹੈ ਨਾ। ਜਿੱਥੇ ਜਿੱਥੇ ਇਹਨਾਂ ਦੇ ਪਾਰਟਨਰਸ਼ਿਪਸ ਉੱਥੇ ਵੰਡਤੇ ਸੀ ਇਹਨਾਂ ਨੇ, ਮੈਂ ਕਿ ਅੱਗੇ ਨਾ ਫਿਰ ਹੋਰ ਕੋਈ ਵੋਰ ਕਰਨ ਦੇ, ਨਾਲ ਲੈ ਲਓ ਸਾਰਾ। ਪਰ ਸਿੱਖਾਂ ਬਾਰੇ ਵਿੰਸਟਨ ਚਰਚਿਲ ਨੇ ਬੜੀ ਜ਼ਬਰਦਸਤ ਸਟੇਟਮੈਂਟ ਦਿੱਤੀ ਸੀ 62 ਚ, ਮੈਨੂੰ ਲੱਗਦਾ ਪਾਰਲੀਮੈਂਟ 'ਚ ਖੜ ਕੇ ਉਹਨੇ ਬੜੀ ਤਾਰੀਫ ਵਰਲਡ ਵਾਰ ਦੀ ਹੈ ਨਾ, ਵਰਲਡ ਵਾਰ ਤੋਂ ਬਾਅਦ ਬੜੀ ਤਾਰੀਫ ਕੀਤੀ ਸੀ ਉਹਨਾਂ ਨੇ। ਉਦੋਂ ਮੋਟਰਸਾਈਕਲ ਹੈਲਮਟ ਐਕਟ ਦੀ ਚੱਲਦੀ ਸੀ ਲਾਅ ਪਾਸ ਕਰਨ। ਇਹ ਪਤਾ ਗੱਲ ਇਹ ਵੀ ਆਈ ਸੀਗੀ ਜਦੋਂ ਵਾਰ ਹੋਈ ਸੀਗੀ, ਸਿੱਖਾਂ ਨੇ ਮੈਜੋਰਿਟੀ ਉੱਥੇ ਫਾਈਟ ਕਰਕੇ ਕਿੰਨੇ ਸ਼ਹੀਦ ਹੋਏ ਸੀਗੇ ਉਸ ਵੇਲੇ, ਔਰ ਕਿੰਨੇ ਉੱਥੇ ਇੰਜਰਡ ਹੋਏ ਸੀਗੇ, ਜ਼ਖਮੀ ਹੋਏ ਸਨ। ਤੇ ਉਹ ਕਹਿੰਦਾ ਉਸ ਵੇਲੇ ਤੁਸੀਂ ਸਵਾਲ ਨਹੀਂ ਉਠਾਇਆ ਸੀ ਪਗੜੀ ਤੇ ਹੈਲਮਟ ਦਾ, ਤੇ ਤੁਸੀਂ ਹੁਣ ਕਿਉਂ ਉਠਾਉਂਦੇ ਹੋ? ਬੜਾ ਸਟਰੋਂਗ ਪੁਆਇੰਟ ਸੀਗਾ ਉਹ, ਬੜਾ ਸਟਰੋਂਗ। ਮੇਬੀ ਉਹਦੇ ਬੇਸ ਦੇ ਉੱਪਰ ਕਰਕੇ ਸਿੱਖਾਂ ਨੂੰ ਇਜਾਜ਼ਤ ਦਿੱਤੀ ਕਿ ਤੁਸੀਂ ਆਪਣੀ ਦਸਤਾਰ ਦੇ ਨਾਲ ਮੋਟਰਸਾਈਕਲ ਚਲਾ ਸਕਦੇ ਹੋ। ਹਾਂਜੀ ਹਾਂਜੀ। ਯੂ ਨੋ ਇੱਦਾਂ ਦੀ ਜਿਹੜੀ ਰਬ ਹਿਸਟਰੀ ਹੈ, ਇਟਸ ਇੰਪੋਰਟੈਂਟ ਕਿ ਬੱਚਿਆਂ ਨੂੰ ਪਤਾ ਲੱਗਣੀ ਚਾਹੀਦੀ ਹੈ ਕਿ ਅਸੀਂ ਕਿੱਥੋਂ ਸ਼ੁਰੂ ਕੀਤਾ, ਕਿੱਥੇ ਪਹੁੰਚੇ। ਹੁਣ ਮੈਂ ਜਦੋਂ ਕੰਮ ਕਰਦਾ ਸੀ, ਮੇਰੇ ਕੋਲ ਆਉਂਦੇ ਸੀ ਮੇਰੇ ਆਫਿਸ 'ਚ ਬੰਦੇ, ਤੇ ਕਹਿੰਦੇ ਸੀ ਤੂੰ ਸਿੱਖਿਆ? ਕਹਿੰਦੇ ਹਾਂ, ਮੈਨੂੰ ਯਾਦ ਹੈ ਮੈਂ ਜਦੋਂ ਲੀਗਲ ਕੋਰਸ ਕਰਦਾ ਸੀ, ਅਸੀਂ ਸਿੱਖਾਂ ਦੇ ਜਿਹੜਾ ਟਰਬਨ ਐਕਟ ਆ ਉਹਦੇ ਬਾਰੇ ਪੜ੍ਹਿਆ ਸੀ ਹੈ ਨਾ। ਤੇ ਉਹ ਮੈਨੂੰ ਆ ਕੇ ਦੱਸਦੇ ਸੀ ਹੈ ਨਾ ਕਿ ਸਾਡੀ ਯੂਨੀਵਰਸਿਟੀ ਦੇ ਡਿਗਰੀ 'ਚ ਅਸੀਂ ਸਿੱਖਾਂ ਦੇ ਬਾਰੇ ਤੇ ਰਸਤਾਫਾਰੀਅਨ ਦੇ ਬਾਰੇ, ਜਿਨ੍ਹਾਂ ਨੂੰ ਬਾਲ ਸੰਭਾਲਣੇ ਪੈਂਦੇ, ਉਹਨਾਂ ਦੇ ਬਾਰੇ ਅਸੀਂ ਸਟੱਡੀ ਕੀਤੀ ਸੀ ਹੈ ਨਾ। ਤੇ ਸਾਡੇ ਬੱਚੇ ਨੂੰ ਇੰਨਾ ਤਾਂ ਪਤਾ ਹੋਣਾ ਚਾਹੀਦਾ ਕਿ ਸਾਡੇ ਪੜਦਾਦਿਆਂ ਨੇ ਕਿੰਨੇ ਮੁਸ਼ਕਿਲਾਂ ਨਾਲ ਸਾਡਾ ਜਿਹੜਾ ਸਿੱਖੀ ਸਰੂਪ ਇੱਥੇ ਯੂਕੇ 'ਚ ਪ੍ਰੋਟੈਕਟ ਕੀਤਾ ਹੋਵੇ ਨਾ, ਇੰਨਾ ਤਾਂ ਬਣਦਾ ਹੀ ਆ ਸਾਰੇ ਬੱਚੇ। ਪਰ ਆਈ ਪਰਸਨਲੀ ਫੀਲ ਕਿ ਤੁਸੀਂ ਨਾ ਆਪਣੀ ਸਿੱਖੀ ਨੂੰ ਜ਼ਿੰਦਾ ਰੱਖ ਰਹੇ ਹੋ, ਬੱਚਿਆਂ ਨੂੰ ਸਿਖਾ ਰਹੇ ਹੋ। ਆਪਾਂ ਥੋੜੀ ਹੋਰ ਫੋਟੋ ਦੇਖਿਆ, ਪਰ ਮੈਂ ਥੋੜੀ ਜਿਹੀ ਗੱਲ ਕਰਦਾ ਤੁਹਾਡੇ ਨਾਲ। ਇਫ ਥੀਸ ਥਿੰਗਸ ਡੋਂਟ ਹੈਪਨ, ਇਹ ਕਿੱਧਰ ਜਾਏਗਾ ਫਿਰ ਆਪਣਾ?
ਭਾਜੀ ਇੱਦਾਂ ਮੈਨੂੰ ਲੱਗਦਾ ਜਿੱਦਾਂ ਸਮੁੰਦਰ ਨਹੀਂ ਆਉਂਦਾ ਤੇ ਖਿੱਚ ਕੇ ਨਾਲ ਲੈ ਜਾਂਦਾ, ਇੱਦਾਂ ਸਾਡੇ ਬੱਚਿਆਂ ਨੂੰ ਖਿੱਚ ਕੇ ਤਾਂ ਨਾਲ we're trying to keep some connected. ਤੁਸੀਂ ਬਹੁਤ ਅੱਛਾ ਫਰੇਜ਼ ਕੀਤਾ, ਰੀਅਲੀ ਕਹਿਣਾ this is such a good thing ਜੋ ਐਗਜ਼ਾਮਪਲ ਦਿੱਤਾ ਕਿ ਸਮੁੰਦਰ ਦੀ ਨਾਲ ਆਣਗੇ ਤੇ ਖਿੱਚ ਕੇ ਲੈ ਜਾਂਦਾ ਹੈ। ਤੇ ਇਹ ਜੋ ਤੁਸੀਂ ਕੰਮ ਕਰਦੇ ਸਮੁੰਦਰ ਦੀ ਉਹੀ ਵੇਵਸ ਹੈਗੇ ਨੇ ਟਰਾਈਂਗ, ਬਟ ਵੇਵ ਨੇ ਖਿੱਚ ਤਾਂ ਲੈਣਾ, ਭਾਵੇਂ 4 ਪੀੜ੍ਹੀਆਂ ਜਾਂ 5 ਪੀੜ੍ਹੀਆਂ, ਇੱਦਾਂ ਤਾਂ ਡਿਫਰੈਂਟ ਕੰਟਰੀਜ਼ 'ਚ ਦੇਖਦੇ ਹਾਂ ਜਿੰਨੇ ਵੇਵ ਆਉਣਗੇ ਉਹਨੇ ਬੱਚੇ ਜ਼ਿਆਦਾ ਖਿੱਚੇ ਜਾਣਗੇ। ਜ਼ਿਆਦਾ ਅਸੀਂ ਥੋੜ੍ਹੀ ਜਿਹੀ ਕੋਸ਼ਿਸ਼ ਕਰਦੇ ਹਾਂ ਕਿ 2 4 5 6 ਇਸ ਵੱਲ ਜਾਣ, ਹੈਗੇ ਆ ਬੰਦੇ ਕਰਦੇ ਆ ਥੋੜ੍ਹਾ ਬਹੁਤਾ, ਪਰ ਇਟਸ ਅ ਹਾਰਡ ਫੀਲਡ ਹੈ ਨਾ, ਕਿਸੇ ਨੂੰ ਇੱਦਾਂ ਇਟਸ ਨੋਟ, ਬਹੁਤ ਕਈਆਂ ਨੂੰ ਲੱਗਦਾ ਹਿਸਟਰੀ ਤੋਂ ਮਿਲਣਾ ਕੀ ਹੈ ਨਾ, ਪਰ ਇਹ ਅਸੀਂ ਆਪਣੀ ਸਾਡੀ ਕਹਾਣੀ ਹੈ ਯਾਰ ਮਿਲਣਾ। ਤੇ ਜਦੋਂ ਵੀ ਤੁਸੀਂ ਕੁਝ ਕੰਮ ਕਰਦੇ ਆ, ਅਸੀਂ ਨਾ ਇੱਕ ਅਵਾਰਡ ਨਾ ਲੱਭੋ ਤੁਸੀਂ ਕਿ ਮੈਨੂੰ ਕੋਈ ਚੀਜ਼ ਮਟੀਰੀਅਲ ਚੀਜ਼ ਮਿਲੇ, ਜੋ ਰੱਬ ਤੁਹਾਨੂੰ ਰਿਵਾਰਡ ਦੇਗਾ ਉਹ ਤਾਂ ਕੋਈ ਬੰਦਾ ਕਿਤੇ ਦੁਨੀਆ 'ਚ ਖਰੀਦ ਨਹੀਂ ਸਕਦਾ। ਨਹੀਂ ਤੁਹਾਡੀ ਗੱਲ ਸਹੀ ਹੈ, ਪਰ ਮੈਂ ਆਪਣੇ ਵੱਲੋਂ ਕਹਿੰਦਾ ਕਿ ਜੋ ਮੈਂ ਦੇਖਿਆ ਨਾ 20 ਸਾਲ, ਪਰ ਮੈਂ 20 ਸਾਲ ਦੇਖਿਆ ਕਿ ਹਿਸਟਰੀ ਟੂਰ ਤੇ ਆਣਾ 100 ਸਵਾਲ ਪੁੱਛਦੇ ਬੰਦੇ ਮੈਨੂੰ, ਕੀ ਦੇਖਣਾ ਕੀ, ਮੈਂ ਕਿਹਾ ਆ ਕੇ ਦੇਖ ਲਓ, 3 ਘੰਟੇ ਮੈਂ ਮੰਗਦਾ ਤੁਹਾਡੇ ਤੋਂ, ਬਸ ਆ ਜਾਓ, ਪਰ ਬਹੁਤ ਮੁਸ਼ਕਿਲ ਆਉਂਦੀ ਹੈ ਕਿ ਬੰਦੇ ਨੂੰ ਪਹੁੰਚਣ ਨੂੰ। ਵੀ ਹੈਵ ਅ ਹਾਈ ਡ੍ਰੌਪ ਆਊਟ ਰੇਟ ਨਾ ਪੰਜਾਬੀ ਕਮਿਊਨਿਟੀ ਦੇ ਵਿੱਚ, ਯਾਰ ਕਿ ਵਿਆਹ ਆ ਗਿਆ, ਅਖੰਡ ਪਾਠ ਆ ਗਿਆ, ਗੁਰਦੁਆਰੇ ਜਾ ਰਹੇ, ਕੋਈ ਸੈਟਰਡੇ ਨਹੀਂ ਆ ਹੁੰਦਾ, ਸੰਡੇ ਟਿਊਸ਼ਨਾਂ ਬੱਚਿਆਂ ਦੀਆਂ, ਮੈਂ ਕਿਹਾ ਠੀਕ ਹੈ ਜਿੱਦਾਂ ਮਰਜ਼ੀ। ਅਸੀਂ ਮੈਂ ਹਮੇਸ਼ਾ ਇਨਕਰੇਜ ਕਰਦਾ ਲੋਕਾਂ ਨੂੰ ਕਿ ਤੁਸੀਂ ਹੁਣ ਜਿੱਦਾਂ ਲੋਕਡਾਊਨ ਹੈਗਾ, ਤੁਸੀਂ ਬਾਹਰ ਨਹੀਂ ਜਾਣਾ, ਉੱਠੋ, ਤਿਆਰ ਹੋਵੋ, ਆਪਣਾ ਬਿਸਤਰ ਕਰੋ, ਬਾਥਰੂਮ ਕਰੋ, ਸਾਰਾ ਕੁਝ ਸਫਾਈ ਕਰੋ, ਮੇਕ ਯੂਰਸੈਲਫ ਕਿ ਜਿੱਦਾਂ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਹੈ, ਉਹਦੇ ਨਾਲ ਤੁਸੀਂ ਹੈਲਦੀ ਰਹਿੰਦੇ ਹੋ, ਤੁਸੀਂ ਫਰੈਸ਼ ਫੀਲ ਕਰਦੇ ਹੋ, ਆਪਣੇ ਯਾਰਾਂ ਦੋਸਤਾਂ ਨੂੰ ਰਿੰਗ ਕਰਕੇ ਹਾਲ ਚਾਲ ਪੁੱਛ ਲਵੋ। ਜੇ ਕਈ ਜਣਾ ਮਰ ਗਿਆ, ਲੁੱਟ ਗਿਆ, ਮੈਂ ਬੰਦ ਹੋ ਗਿਆ, ਮੈਂ ਕੀ ਕਰਾਂਗਾ, ਤਾਂ ਉਹ ਲਾਈਫ ਤੇ ਉੱਦਾਂ ਵੀ ਤਾਂ ਨਿਕਲਣੀ ਹੈਗੀ ਹੈ। ਤੇ ਅਸੀਂ 1-2 ਹੋਰ ਪਿਕਚਰ ਕਹਿੰਦੇ ਸੁਖਦੇਵ ਨੂੰ ਦਿਖਾਵੇ, ਫਿਰ ਉਹਦੇ ਬਾਰੇ ਗੱਲ ਕਰਦੇ ਆ। ਇਹ ਵਾਲਾ ਆਹ ਦੇਖੋ, ਇਹ ਚਰਚ ਹੈਗਾ ਚੈਲਸੀ ਦੇ ਵਿੱਚ, ਹੁਣ ਇਹਦੇ ਸਾਹਮਣੇ ਹਾਰਟ ਹਸਪੀਟਲ ਆ ਲੰਡਨ ਦਾ, ਹੁਣ ਕਾਫੀ ਮਰੀਜ਼ ਜਦੋਂ ਆਪਰੇਸ਼ਨ ਹੁੰਦੇ ਸਿਡਨੀ ਸਟਰੀਟ ਹੈ ਨਾ, ਤੇ ਹੁਣ ਇਹ ਚਰਚ 1820 ਵਿੱਚ ਬਣਾਇਆ ਗਿਆ ਸੀ ਹੈ ਨਾ, ਤੇ ਇਹਦੇ ਵਿੱਚ ਦੇਖੋ ਚੈਪਲ, ਹੁਣ ਪੜ੍ਹੋ ਇਹਨੂੰ, ਇੱਥੇ ਲਿਖਿਆ glory of the God and its memory of those officers who served with the Punjab Frontier Force between 1846 and 1947 and who fell in action or died. Their memorial tablets are placed in the of the church. ਹੁਣ ਚਰਚ ਦੇ ਥੱਲੇ ਇਹਨਾਂ ਕੋਲ ਕਮਰੇ ਹੁੰਦੇ ਸੀ ਕਿ ਸਾਰਾ ਦਾ ਨਾਰਥ ਵੈਸਟ ਫਰੰਟੀਅਰ ਦਾ ਸਮਾਨ ਚੱਕ ਕੇ 47 ਤੋਂ ਬਾਅਦ ਇੱਥੇ ਲੈ ਕੇ ਆਏ ਸੀ, ਤੇ ਇਸ ਚਰਚ ਨੇ ਕਿਹਾ ਸੀ ਅਸੀਂ ਸੰਭਾਲ ਲਾਂਗੇ। ਤੇ ਜਿਹੜੀ ਦੂਜੀ ਫੋਟੋ ਦਿਖਾਓਗੇ ਭਾਜੀ, ਚਰਚ ਦੇ ਵਿੱਚ ਹੀ ਚੈਪਲ ਬਣਾਇਆ ਉਹਨਾਂ ਨੇ ਹੈ ਨਾ, ਤੇ ਸਾਰੇ ਸਮਾਨ ਉਹਨਾਂ ਨੇ ਸੰਭਾਲ ਕੇ ਰੱਖਿਆ ਸੀ, ਸੰਭਾਲ ਕੇ ਰੱਖਿਆ। 1952 ਵਿੱਚ ਬਿਸ਼ਪ ਆਫ ਲੰਡਨ ਨੇ ਹਾਂ, ਇਹ ਅਸੀਂ ਟੂਰ ਕਰਦੇ ਹੁੰਦੇ, ਬੱਚੇ ਦੇਖੋ ਬੈਠੇ, ਆਹੀ ਆ ਚੈਪਲ ਸਿੱਖਾਂ ਦਾ ਹੈ ਨਾ, ਤੇ ਇੱਥੇ ਸਾਰੇ ਸਿੱਖਾਂ ਦੇ ਰੈਜੀਮੈਂਟ ਬੈਜਿਸ ਆ, ਇਹ ਸਾਡੇ ਭਾਜੀ ਖਾਲਸਾ ਜੱਥਾ ਤੋਂ ਹਾਂਜੀ ਹੈ ਨਾ, ਤੇ ਮੈਂ ਭੁੱਲ ਗਿਆ ਤੇ ਇਹਨਾਂ ਦੇ ਨਾਲ ਹੀ ਟੂਰਸ ਕਰਕੇ ਦੇਖੋ ਚੈਪਲ ਵਿੱਚ ਜਾ ਕੇ ਬੈਠ ਕੇ ਉਹੀ ਤੁਹਾਨੂੰ ਚੀਜ਼ਾਂ 1880s ਤੋਂ ਲੈ ਕੇ ਆਇਆ 1940, ਇਹ ਚੇਅਰਾਂ ਉੱਥੇ ਦੀਆਂ ਆ ਹੈ ਨਾ, ਕੱਪੜਾ ਬਕਿੰਗਮ ਪੈਲੇਸ ਨੇ ਸਾਰਾ ਕਾਰਪੇਟ ਉੱਥੇ ਦਿੱਤਾ ਸੀ, ਨਿਸ਼ਾਨੀਆਂ ਪੰਜਾਬ 2nd ਰੈਜੀਮੈਂਟ ਦੀਆਂ ਕੰਧਾਂ 'ਤੇ ਲੱਗੀਆਂ ਆ ਹੈ ਨਾ, ਤੇ ਹਰ ਸਾਲ ਨਵੰਬਰ ਵਿੱਚ ਉਹ ਆਪਣਾ ਥੈਂਕਸਗਿਵਿੰਗ ਸੈਰਮਨੀ ਕਰਦੇ ਆ। ਸਾਡੇ ਬਜ਼ੁਰਗ ਜਿਹੜੇ ਪਹਿਲਾਂ ਭਰਾ ਘਰ ਬੈਠੇ ਹੋ ਨਾ, ਦਿਸ ਇਜ਼ ਵੈਰੀ ਇੰਟਰਸਟਿੰਗ। ਇਹ ਰੈਬ ਤਾਂ ਬੱਚਿਆਂ ਦੀ ਗੱਲ ਕਰਦਾ, ਮੈਂ ਕਹਿੰਦਾ ਤੁਸੀਂ ਬਜ਼ੁਰਗਾਂ ਨੂੰ ਦਿਖਾਓ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਆਪਣੇ ਸਿੱਖਾਂ ਦੇ ਵਿੱਚ ਕੀ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਯਾਰ, ਕਿੱਥੇ ਕਿੱਥੇ ਸਾਡੇ ਨਾਮ ਲਿਖੇ ਗਏ ਨੇ, ਔਰ ਹਰ ਜਿੱਦਾਂ ਜਿਹੜੇ ਗੋਰੇ ਹੈਗੇ ਨੇ ਇੱਥੇ ਦੇ, ਉਹ ਤਾਂ ਬਹੁਤ ਐਪਰੀਸ਼ੀਏਟ ਕਰਦੇ ਨੇ, ਉਹਨਾਂ ਨੂੰ ਪਤਾ ਕਿ ਅਸੀਂ ਸਾਡੀ ਕੀ ਕੁਰਬਾਨੀਆਂ ਹੈਗੀਆਂ, ਸਪੈਸ਼ਲੀ ਜਿਹੜਾ ਗੋਰਿਆਂ ਨੂੰ ਬ੍ਰਿਟਿਸ਼ ਨੂੰ ਉਹਨਾਂ ਨੇ ਲੜਾਈ 'ਚ ਉਹਨਾਂ ਨੇ ਮਦਦ ਕੀਤੀ ਹੈ। ਨਹੀਂ ਕਾਫੀ ਹੈ ਤਾਂ ਉਹਨਾਂ ਨੂੰ ਨੌਲੇਜ ਹੁੰਦੀ ਹੈ ਕਾਫੀ, ਸਪੈਸ਼ਲੀ ਇੰਸਟੀਟਿਊਸ਼ਨਸ ਨੂੰ ਤਾਂ ਹੈਗੀ ਆ, ਉਹਨਾਂ ਨੇ ਸੰਭਾਲ ਕੇ ਰੱਖੀਆਂ ਚੀਜ਼ਾਂ ਹੈ ਨਾ, ਹਜੇ ਤੱਕ ਵੀ ਡਿਸਪਲੇ 'ਤੇ ਰੱਖੀ ਹੈ। ਤੇ ਇਹ ਜਿਹੜਾ ਚਰਚ ਆ, ਇਹਨਾਂ ਨੇ ਵੀ 1999 ਇਹਨਾਂ ਨੇ ਆਪਣੇ ਅਕਾਊਂਟਸ ਬੰਦ ਕਰਤੇ, ਤੇ ਕਹਿੰਦੇ ਹੁਣ ਵੀ ਆਰ ਫੇਡਿੰਗ ਇਨਟੂ ਮੈਮੋਰੀ, ਕਹਿੰਦੇ ਸਾਡੇ ਜਿਹੜੇ ਗ੍ਰੈਂਡ ਚਿਲਡਰਨ ਸੀ ਉਹ ਹੁਣ ਆਉਂਦੇ ਨਹੀਂ ਆ ਜਿਹੜਾ ਚੈਪਲ ਆ ਹੁਣ ਇੱਦਾਂ ਹੀ ਅਸੀਂ ਰਹਿਣ ਦੇਣਾ, ਨਾ ਕੁਛ ਕਰਨਾ। ਹੁਣ ਅਸੀਂ 2010 ਵਿੱਚ ਵਾਪਸ ਗਏ ਸੀ, ਤੇ ਹੁਣ ਅਸੀਂ ਜੁਆਇੰਟਲੀ ਇਹਨਾਂ ਦੇ ਨਾਲ ਮੈਮੋਰੀਅਲ ਸਰਵਿਸ ਨਵੰਬਰ ਵਿੱਚ ਕਰਦੇ ਹਾਂ। ਅਸੀਂ ਹੋਰ ਬਾਅਦ ਬ੍ਰੇਕ ਤੋਂ ਟਾਈਮ ਬੜਾ ਥੋੜਾ ਰਹਿ ਗਿਆ, ਬ੍ਰੇਕ ਲਵਾਂਗੇ, ਬੜੀ ਫਾਸਟ ਜਾ ਰਿਹਾ ਟਾਈਮ। ਇਹ 2 ਹੁਣ ਅਸੀਂ ਦੇਖੇ ਨੇ ਮੈਮੋਰੀਅਲ, ਇਹ ਚੈਲਸੀ ਦੇ ਏਰੀਆ 'ਚ ਕਿਉਂ ਜ਼ਿਆਦਾ ਨੇ, ਮਤਲਬ ਰੀਜ਼ਨ ਦੇ? ਇਹ ਮੈਨੂੰ ਇਹ ਲੱਗਦਾ ਕਿ ਚੈਲਸੀ ਦੇ ਦੇਖੋ ਲੰਡਨ ਦੇ ਏਰੀਆ ਸਿਟੀ ਦੇ ਵਿੱਚ ਜ਼ਿਆਦਾ ਨੇ ਨਾ, ਤੇ ਆ ਜਿਹੜੀ ਆ ਵੈਸਟਮਿੰਸਟਰ ਦੇ ਕੋਲ ਹੀ ਆ, ਪਰ ਮੈਂ ਵੈਸਟਮਿੰਸਟਰ ਵਿੱਚ ਵੀ ਮੈਪ ਕੀਤੀ ਆ, ਕੈਮਡਨ ਵਿੱਚ ਵੀ ਮੈਪ ਕੀਤੇ ਆ, ਈਸਟ ਲੰਡਨ ਟਾਵਰ ਹੈਮਲੇਟਸ ਵਿੱਚ ਵੀ ਬਹੁਤ ਹੈ। ਇਹ 108 ਨਿਸ਼ਾਨੀਆਂ, ਮੇਰੇ ਕੋਲ 15 ਚੈਲਸੀ ਦੇ ਵਿੱਚ ਆ, ਬਾਕੀ ਸਾਰੀ 108 ਡੇਟਾਬੇਸ ਦੇ ਵਿੱਚ, ਇੱਕ ਗੁਰਦੁਆਰਾ ਤੇ 107 ਹੋਰ ਜਗ੍ਹਾ। 1 ਗੁਰਦੁਆਰਾ ਐਂਡ 108 ਹੋਦਾ ਹੈ,
ਸੇਂਟ ਪੋਲਸ ਕੈਥੀਡਰਲ ਦੇਖ ਲਓ ਜਿੱਥੇ ਵਿਆਹ ਹੋਇਆ ਸੀ ਪ੍ਰਿੰਸ ਚਾਰਲਸ ਦਾ, 3 ਨਿਸ਼ਾਨੀਆਂ ਉੱਥੇ ਪੰਜਾਬ ਫਰੰਟੀਅਰ ਫੋਰਸ ਦੀਆਂ। ਤੇ ਜਿਹੜਾ ਉਹ ਪਲਿੰਥ ਹੈ ਜਿੱਥੇ ਪ੍ਰੀਸਟ ਖੜ ਕੇ ਵਿਚਾਰ ਦਿੰਦਾ ਆਪਣੇ ਸੰਡੇ ਨੂੰ, 1962 ਤੱਕ ਉਹ ਪੰਜਾਬ ਦਾ ਸੀ, ਪੰਜਾਬ ਤੋਂ ਲੈ ਕੇ ਆਏ ਸੀ ਉਹ ਪੰਜਾਬ ਫਰੰਟੀਅਰ ਫੋਰਸ ਦਾ, ਜਿੱਥੇ ਖੜੇ ਕਰਕੇ ਆਪਣਾ ਸਰਮਨ ਦਿੰਦੇ ਸੇਂਟ ਪੋਲਸ ਕੈਥੀਡਰਲ। ਜਿਹੜਾ ਵੈਸਟਮਿੰਸਟਰ ਐਬੀ ਹੈ ਉੱਥੇ ਜਿਹਨੇ ਕਿਤਾਬ ਲਿਖੀ ਸੀ ਸਿੱਖਾਂ ਦੇ ਬਾਰੇ 1810 ਦੇ ਵਿੱਚ, ਉਹਦਾ ਸਟੈਚੂ ਉੱਥੇ ਪਾਇਆ ਤੇ ਉੱਥੇ ਦਿਖਾਇਆ, ਉਹਨਾਂ ਨੇ ਲਿਖਿਆ ਹੈ employed confidentially by the British to understand the workings of the Sikh kingdom. Really? ਤੇ ਉਹਦਾ ਸਟੈਚੂ ਉੱਥੇ ਹੈ। ਵੈਸਟਮਿੰਸਟਰ ਪੈਲੇਸ ਦੇਖ ਲਓ, ਬਿਗ ਬੈਨ, 300 ਸਟੇਨ ਗਲਾਸ ਵਿੰਡੋ ਆ ਉੱਥੇ, ਤੇ ਇੱਕ ਵਿੰਡੋ ਜੌਨ ਲਾਰੈਂਸ ਨੇ ਪੇ ਕਰਕੇ ਬਣਵਾਈ ਸੀ ਸਿੱਖਾਂ ਦੇ ਨੂੰ ਥੈਂਕ ਯੂ ਕਰਨ ਲਈ ਪਾਰਲੀਮੈਂਟ ਵਿੱਚ। ਮੈਨੂੰ ਕੀ ਲੱਗਦਾ ਨਾ, ਬਿਕੋਜ਼ ਅਸੀਂ ਗੱਲਾਂ ਕਰਦੇ ਆ ਤੇ ਥੋੜਾ ਬਹੁਤਾ ਪਿਕਚਰਾਂ ਦਿਖਾਦੇ ਨੇ, ਆਈ ਥਿੰਕ ਕਾਲ ਚੈਨਲ ਮੈਂ ਸੁਜੈਸਟ ਕਰਾਂਗਾ ਸਾਡੀ ਟੀਮ ਸਾਰੇ ਨੂੰ, ਸਪੈਸ਼ਲੀ ਮੈਂ ਗੌਰ ਕਰਾਂਗਾ ਦੇ ਉੱਪਰ ਇੱਕ ਡਾਕੂਮੈਂਟਰੀ ਬਣਾਈ ਜਾਵੇ ਤਾਂ ਕਿ ਉਹਨੂੰ ਚੰਗੀ ਤਰ੍ਹਾਂ ਲੋਕਾਂ ਨੂੰ ਦਿਖਾਈ ਜਾਵੇ ਕਿੱਦਾਂ ਹੋ ਰਿਹਾ। ਔਰ ਅਸੀਂ ਹੈ ਨਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਆ ਲੋਕਡਾਊਨ ਦੇ ਵੇਲੇ ਹੀ, ਹੈ ਨਾ, ਕਿ ਥੋੜ੍ਹੀ ਅਸੀਂ ਵੀ ਕੋਸ਼ਿਸ਼ ਡਾਕੂਮੈਂਟਰੀ ਵੱਲ ਦਈਏ। ਹੁਣ ਸਾਡੇ ਇੱਕ ਵੀਰ ਹੈ ਸੱਤੀ ਤੇ ਉਹਦੀ ਵਾਈਫ ਜੈਸੀ, ਹੈ ਨਾ, ਪਦਮ, ਤੇ ਉਹ ਰਹਿੰਦੇ ਆ ਲੈਂਗਲੀ ਵੱਲ, ਉਹਨਾਂ ਨੇ ਆਪ ਮੈਨੂੰ ਕੰਟੈਕਟ ਕੀਤਾ ਕਿ ਅਸੀਂ ਬਣਾਵਾਂਗੇ ਤੇਰੇ ਨਾਲ। ਮੈਂ ਕਿਹਾ ਮੈਂ ਜਦੋਂ ਟੂਰ ਕਰਦਾ ਮੇਰਾ ਹਿਸਟਰੀ ਵੱਲ ਪੂਰਾ ਧਿਆਨ ਹੁੰਦਾ ਕਿ ਮੈਂ ਗਲਤ ਨਾ ਕੁਛ ਬੋਲ ਲਵਾਂ, ਮੈਂ ਆਪਣੇ ਫ਼ੋਨ ਨਹੀਂ ਮੈਂ ਦੇਖਦਾ, ਫ਼ੋਨ ਬੰਦ ਹੁੰਦਾ, ਹੈ ਨਾ, ਤੇ ਮੈਂ ਬਸ ਆਪਣਾ ਇੰਜੋਏ ਕਰਦਾ ਹਿਸਟਰੀ ਦੀ ਕਹਾਣੀਆਂ ਦੱਸ ਕੇ ਨਾ। ਪਰ ਇਹ ਹੁਣ ਹੌਲੀ ਹੌਲੀ ਰਿਕਾਰਡ ਕਰਦੇ ਆ, ਪਰ ਜੇ ਤੁਸੀਂ ਆਉਂਗੇ ਤਾਂ ਵਧੀਆ ਹੋਊਗਾ ਨਾ ਕਿ ਤੁਸੀਂ, ਕਿਉਂਕਿ ਮੈਨੂੰ ਦੇਖੋ ਜਦੋਂ ਵੀ ਮੈਂ ਤੁਹਾਨੂੰ ਪਹਿਲਾਂ ਸ਼ੁਰੂਆਤ ਕਹਿ ਕੇ ਹਟਿਆ, ਜਦੋਂ ਵੀ ਇਨਸਾਨ ਕੋਈ ਕੰਮ ਕਰਦਾ ਨਾ ਇਹ ਰੱਬ ਦੀ ਮਿਹਰ ਹੁੰਦੀ ਹੈ, ਪਹਿਲਾਂ ਉਹ ਬਖਸ਼ਿਸ਼ ਕਰੇਗਾ ਤਾਂ ਤੁਸੀਂ ਕਰ ਪਾਓਗੇ, ਉਹਦਾ ਹੁਕਮ ਹੋਣਾ ਚਾਹੀਦਾ। ਹੁਣ ਤੁਸੀਂ ਬੈਠੇ ਬੈਠੇ ਜਦੋਂ ਵੀ ਤੁਸੀਂ ਘਰ ਬੈਠੇ ਸੁਣਦੇ ਹੋ, ਪਲੀਜ਼ ਮੋਟੀਵੇਟ ਹੋਵੋ, ਆਪਣਾ ਸੋਚੋ ਕਿ ਮੈਂ ਕੀ ਕਰ ਸਕਦਾ ਦੁਨੀਆ ਲਈ। ਜੇ ਕਹਿੰਦੇ ਨਾ ਮੈਂ ਅਸੀਂ ਬੋਰ ਹੁੰਦੇ ਹਾਂ, ਕੁਛ ਕਰਨ ਨੂੰ ਨਹੀਂ ਹੈਗਾ, ਦੇयर इज ਲੋਟ ਟੂ ਡੂ ਆਊਟ ਦੇयर। ਤੁਸੀਂ ਕਾਲ ਚੱਲਣਾ ਦੇਖੋ, ਮੇਰਾ ਸ਼ੋਅ ਦੇਖੋ, ਤੁਹਾਨੂੰ ਆਈਡੀਆ ਮੈਂ ਨਹੀਂ ਜਾਊਂ, ਆਪੇ ਸੱਚੀ ਕਹਿਣਾ ਪਿਆ ਨਾ, ਇੱਦਾਂ ਹੀ ਪ੍ਰੋਗਰਾਮ ਬਣ ਜਾਂਦੇ ਯਾਰ, ਤੁਸੀਂ ਇਕੱਠੇ ਹੋ ਕੇ। ਇਹ ਜੇ ਕਿਸੇ ਨੇ ਸੋਚਿਆ ਨਾ ਇਹ ਕਰਨ ਲਈ ਸਿੰਪਲ ਚੀਜ਼ ਹੈ ਨਾ, ਭਾਵੇਂ ਤੁਸੀਂ ਬ੍ਰਿਸਟਲ ਬੈਠੇ ਹੋ, ਭਾਵੇਂ ਤੁਸੀਂ ਬਰਮਿੰਗਮ ਜਾਂ ਵੁਲਵਰਹੈਂਪਟਨ ਜਾਂ ਜਿੱਥੇ ਵੀ, ਤੁਸੀਂ ਆਪਣੇ ਲੋਕਲ ਕਾਉਂਸਲ ਤੇ ਜਾਓ, ਉਹਨਾਂ ਕੋਲ ਆਰਕਾਈਵਸ ਡਿਪਾਰਟਮੈਂਟ ਹੈ, ਆਰਕਾਈਵ ਡਿਪਾਰਟਮੈਂਟ ਆਨਲਾਈਨ ਪਾਤਾ ਉਹਨਾਂ ਨੇ ਸਾਰਾ ਕੁਛ। ਹੁਣ ਤੁਸੀਂ ਆਨਲਾਈਨ ਡਿਪਾਰਟਮੈਂਟ ਤੇ ਜਾਓ, ਸਿੰਘ ਜਾਂ ਕੌਰ ਲਿਖ ਦਿਓ, ਤੁਹਾਡੇ ਹੁਣੇ ਸਾਰੇ ਰੈਕੋਰਡਸ ਆਉਣ ਲੱਗ ਪਏ ਨੇ। ਰੀਅਲੀ ਈਜ਼ੀ ਹੈ ਕੰਮ ਇਹ। ਪਹਿਲਾਂ ਤੁਸੀਂ ਦੱਸੋ ਬਿਫੋਰ ਯੂ ਸਟਾਰਟ, ਤੁਹਾਨੂੰ ਕਿੰਨੇ ਸਾਲ ਹੋ ਗਏ, ਕਿੰਨੇ ਦਿਨ ਕਹਿੰਦੇ? ਇਹ 99 ਤੋਂ ਸ਼ੁਰੂ ਕੀਤਾ ਸੀ, ਹੁਣ 21 ਸਾਲ ਹੋ ਗਏ। ਤੇ ਤੁਸੀਂ ਇਹਨੂੰ ਪਹਿਲਾਂ ਓਬਵੀਅਸਲੀ ਬਹੁਤ ਰਿਸਰਚ ਕੀਤਾ ਹੋਣਾ? 10 ਕੁ ਸਾਲ ਰਿਸਰਚ ਸੀ, ਪੰਜਾਬੀ ਸਕੂਲ ਦੇ ਨਾਲ ਨਾਲ ਖੋਜ ਕਰੀ ਗਏ ਸੀ, ਰਿਸਰਚ ਕਰਦੇ ਹਰ ਹਫਤੇ ਕੁਛ ਨਵਾਂ ਪੇਸ਼ ਕਰਨਾ ਸੀ ਬੱਚਿਆਂ ਨੂੰ। ਫਿਰ 2014 ਚ ਅਸੀਂ ਸ਼ੁਰੂ ਕੀਤੇ ਟੂਰਸ ਨਾ, ਪਹਿਲੀ ਨਵੰਬਰ। ਮੇਰੀ ਖੁਦ ਦੀ ਵੀ ਤਾਰੀਫ ਕਰ ਲੈਣਾ ਥੋੜੀ। ਦੇਖੋ 10 ਸਾਲ ਲੱਗੇ ਨੇ ਬਿਫੋਰ ਐਕਚੁਅਲੀ ਇਹਨਾਂ ਨੇ ਆਪਣਾ ਜੋ ਕਰ ਰਹੇ ਨੇ ਹਿਸਟੋਰੀਅਨ ਦਾ ਐਕਸੀਕਿਊਟ ਕੀਤਾ, ਇਹਨਾਂ ਨੇ ਆਪਣਾ ਪ੍ਰੋਗਰਾਮ ਜੋ ਲੋਕਾਂ ਨੂੰ ਦਿਖਾ ਰਹੇ ਨੇ। ਇਸੇ ਤਰ੍ਹਾਂ ਜਦੋਂ ਮੈਂ ਹੁਣ ਪ੍ਰੋਗਰਾਮ ਆਪਣੇ ਗੈਸਟ ਲੈ ਕੇ ਆਉਂਦਾ ਨਾ, ਮੈਨੂੰ ਵੀਕਸ ਮਹੀਨੇ ਲੱਗ ਜਾਂਦੇ ਨੇ ਕਿ ਕਿੱਥੋਂ ਢੂੰਡਣਾ, ਕਿਹਨੂੰ ਲੈ ਕੇ ਆਵਾਂ ਜੋ ਕਿ ਤੁਹਾਨੂੰ ਅੱਛਾ ਲੱਗੇਗਾ। ਅੱਜ ਮੈਂ ਉਮੀਦ ਰੱਖਦਾ ਜੋ ਰੱਬ ਨੂੰ ਲੈ ਕੇ ਆਇਆ, ਦੇਖੋ ਕਿੰਨਾ ਅੱਛਾ ਨੇਕੀ ਦਾ ਕੰਮ ਕਰ ਰਹੇ ਨੇ, ਆਪਣਾ ਸ਼ੌਕ ਵੀ ਪੂਰਾ ਕਰ ਰਹੇ ਨੇ, ਕੁਝ ਮੋਟੀਵੇਸ਼ਨ ਹੈਗੀ ਇਹਨਾਂ ਨੂੰ ਕਿ ਲੋਕਾਂ ਨੂੰ ਵੀ ਮੋਟੀਵੇਟ ਹੋਣ, ਬੱਚੇ ਸਿੱਖੀ ਵੱਲ ਨੂੰ ਜਾਣ, ਪਤਾ ਲੱਗੇ ਕਿ ਸਾਡੀ ਕਿੰਨੀ ਸਟਰੋਂਗ ਹਿਸਟਰੀ ਹੈ। ਤੇ ਪਰ ਇੱਕ ਗੱਲ ਦੇਖਿਆ ਜਾਵੇ, ਯੂ ਨੋ, ਸਾਡੇ ਜਿੱਦਾਂ ਅਸੀਂ ਕਹਿੰਦੇ ਨਾ ਅਸੀਂ ਬਹਾਦਰ ਕੌਮ, ਅਸੀਂ ਸ਼ੇਰ ਕੌਮ ਹੈਗੇ ਆ। ਮੈਂ ਇੱਕ ਗੱਲ ਪੁੱਛਾਂਗਾ, ਮੇਰੇ ਗੁੱਸਾ ਕਰਨ ਦਾ ਨਹੀਂ, ਕਿਉਂਕਿ ਮੈਂ ਹਕੀਕਤ ਗੱਲ ਕਰਦਾ ਹਮੇਸ਼ਾ। ਅਸੀਂ ਉਹ ਲੂਜ਼ ਕਰ ਰਹੇ ਹਾਂ, ਹੁਣ ਸਾਡੇ 'ਚ ਸ਼ੇਰ ਰਹੇ ਨਹੀਂ। ਹੁਣ ਥੋੜ੍ਹੀ ਜਿਹੀ ਕੌਮ, ਜਿਹੜੇ ਯੰਗਸਟਰਸ ਹੁਣ ਦੀ ਜਿਹੜੀ ਜਨਰੇਸ਼ਨ ਨਾ, ਥੋੜ੍ਹੀ ਜਿਹੀ ਵੀਕ ਪ੍ਰੋਡਿਊਸ ਹੋ ਰਹੇ ਨੇ। ਜਿਹੜੇ ਸਾਡੇ ਸਿੱਖਾਂ ਦੇ ਬੱਚੇ ਹੁੰਦੇ ਸੀ, ਉਦੋਂ ਬਚਪਨ ਤੋਂ ਕਹਿੰਦੇ ਸੀ ਕਿ ਸ਼ੇਰ ਦਾ ਪੁੱਤਰ ਹੈ, ਸ਼ੇਰ ਹੀ ਬਣੇਗਾ ਉਹ। ਇਹਦਾ ਭਾਜੀ ਮੇਰਾ ਖਿਆਲ ਇਹਦੇ 'ਚ, ਮੈਂ ਹੁਣ ਸੱਚ ਗੱਲ ਦੱਸਾਂ ਨਾ, ਇਸ ਰੋਜ਼ ਟਿੰਟਡ ਗਲਾਸਿਸ, ਮੈਂ ਜਿਹੜੇ ਬੱਚੇ ਦੇਖ ਰਿਹਾ ਨਾ, ਉਹਨਾਂ ਵਿੱਚ ਮੈਨੂੰ ਤਾਂ ਦਿਸਦਾ ਆ ਕਿ ਇਹਨਾਂ ਨੇ ਕੁਛ ਕਰਨਾ ਸਿੱਖੀ ਲਈ, ਹੈ ਨਾ। ਅਸੀਂ ਹੁਣ ਕੈਂਪ ਦੇਖ ਲਓ, ਅਸੀਂ ਵੋਲਿਜ ਕੈਂਪ ਕਰਦੇ, ਕਰਮਸਰ ਕੈਂਪ ਕਰਦੇ। ਜੇ ਅਸੀਂ ਬੱਚਿਆਂ ਨੂੰ ਪਿਆਰ ਨਾਲ ਹਿਸਟਰੀ ਸਿਖਾਉਂਦੇ, ਪਾਠ ਸਿਖਾਉਂਦੇ, ਉਹਨਾਂ ਦੀ ਤਾਂ ਸਾਰੀ ਜ਼ਿੰਦਗੀ ਆਸਾਨ ਨਿਕਲ ਜਾਣੀ ਚੰਗੀ ਤਰ੍ਹਾਂ ਨਾ। ਮੈਨੂੰ ਨਾ ਜਦੋਂ ਤੁਸੀਂ ਗੱਲਾਂ ਕਰਦੇ, ਬੜੇ ਲੋਕਾਂ ਨਾਲ ਗੱਲਾਂ ਕਰਦਾ, ਮੈਨੂੰ ਫਟਾਫਟ ਗੱਲ ਯਾਦ ਆ ਜਾਂਦੀ ਹੈ। ਤੁਸੀਂ ਕਹਿੰਦੇ ਅਸੀਂ ਬੱਚਿਆਂ ਨੂੰ ਪਿਆਰ ਨਾਲ ਕਰਦੇ, ਅਸੀਂ ਇਹ ਕਰਦੇ, ਅਸੀਂ ਉਹ ਕਰਦੇ। ਤੁਸੀਂ ਉਹਨੂੰ ਬੇਸਿਕਲੀ ਪੁਸ਼ ਕਰਦੇ ਕਿ ਤੁਸੀਂ ਆਓ, ਅਸੀਂ ਤੁਹਾਨੂੰ ਦਿਖਾਈਏ, ਹੈ। ਜਿਹੜੇ ਭੈੜੇ ਕੰਮ ਉਹ ਤੁਹਾਨੂੰ ਕੋਈ ਕਹਿੰਦਾ ਨਹੀਂ, ਉੱਦਾਂ ਹੀ ਸਿੱਖ ਜਾਂਦੇ ਨੇ। ਉਹ ਤਾਂ ਉੱਦਾਂ ਹੀ ਸਿੱਖ ਜਾਂਦੇ। ਇਹ ਤਾਂ ਮਿਹਨਤ, ਇਹਦੀ ਥੋੜੀ ਮਿਹਨਤ ਲੱਗਦੀ ਹੈ। ਇੱਥੇ ਮਿਹਨਤ ਲੱਗਦੀ ਹੈ, ਚੰਗੇ ਕੰਮ ਨੂੰ ਮਿਹਨਤ ਲੱਗਦੀ ਹੈ। ਹਾਂਜੀ, ਸਹੀ ਹੈ। ਮੈਨੂੰ ਮੇਰਾ ਐਕਸਪੀਰੀਅੰਸ ਐਸੀ, ਦੇਖੋ ਹੁਣ ਕਾਫੀ ਲੰਡਨ ਵਿੱਚ ਕਾਫੀ ਕੈਂਪਸ 'ਤੇ ਮੈਨੂੰ ਬੁਲਾਇਆ ਜਾਂਦਾ ਹੈ ਨਾ, ਕਿ ਥੋੜ੍ਹਾ ਬੱਚਿਆਂ ਦੇ ਨਜ਼ਰੀਏ ਦੇ ਥਰੂ ਥੋੜ੍ਹੀ ਹਿਸਟਰੀ ਸਿਖਾਵੇ, ਹੈ ਨਾ। ਅਤੇ ਬਾਕੀ ਪ੍ਰਚਾਰਕ ਹੈਗੇ ਜੋ ਗੁਰੂਆਂ ਦੀ ਹਿਸਟਰੀ ਕਵਰ ਕਰਦੇ ਆ, ਸ਼ਹੀਦਾਂ ਦੀ ਹਿਸਟਰੀ, ਫਿਰ ਮੈਨੂੰ ਬੁਲਾ ਲੈਂਦੇ ਮਾਡਰਨ ਡੇ ਹਿਸਟਰੀ, ਹੈ ਨਾ, ਸਿਖਾਉਣ ਲਈ। ਅਤੇ ਉੱਥੇ ਮੈਨੂੰ ਤਾਂ ਦਿਸਦਾ ਹੈ ਕਿ ਬੱਚਿਆਂ ਦੇ ਵਿੱਚ ਕੁਛ ਹੈਗਾ, ਕੁਛ ਤਾਂ ਅਸੀਂ
ਸੀਡ ਪਲਾਂਟ ਕਰ ਦਿੰਦੇ, ਕੁਛ ਤਾਂ ਉੱਗੂਗਾ ਹੈ ਨਾ। ਭਾਵੇਂ ਜੇ ਲਾਅ ਕਰੋਗੇ ਫਿਰ ਉਹ ਦੇਖੋਗੇ ਸਿੱਖਾਂ ਦੇ ਕੇਸ ਹੈ ਨਾ, ਜੇ ਮੈਡੀਸਨ ਕਰੋਗੇ ਫਿਰ ਦੇਖੋਗੇ ਆਪਣੀ ਡਾਕਟਰ, ਜੇ ਟੈਕਨੋਲੋਜੀ ਕਰੋਗੇ ਫਿਰ ਮਿਲੂਗੇ ਇਹਨਾਂ ਨੂੰ ਆਈਕਨਸ ਇਨ ਸਿੱਖ ਹਿਸਟਰੀ। ਮੇਰਾ ਮੈਂ ਜਦੋਂ ਵੀ ਮੇਰੇ ਗੈਸਟ ਲੈ ਕੇ ਆਉਂਦਾ ਨਾ, ਜਿੱਦਾਂ ਕਹਿੰਦੇ ਨਾ, ਮੈਂ ਮਿੱਟੀ ਦੇ ਵਿੱਚ ਨਾ ਹੀਰੇ ਢੂੰਡਦਾ ਹੈ ਬਾਕੀ ਜਿਹੜੇ ਮੈਂ ਜੇ ਇੰਗਲਿਸ਼ ਦਾ ਲਫ਼ਜ਼ ਇੰਟੈਲੈਕਚੁਅਲ ਦਾ ਮੀਨਸ ਕਿ ਮੈਂ ਹੀਰਾ ਲੱਭ ਕੇ ਲਿਆਇਆ ਇੱਕ, ਕਿ ਤੁਸੀਂ ਇੰਨਾ ਇੱਦਾਂ ਦਾ ਕੰਮ ਕਰਦੇ ਹੋ ਕਿ ਮਿੱਟੀ 'ਚੋਂ ਹੀਰਾ ਲੈ ਕੇ, ਕਿ ਤੁਸੀਂ ਰੀਅਲੀ ਕਮਾਲ ਦਾ ਕੰਮ ਕਰਦੇ ਹੋ। ਬਿਕੋਜ਼ ਮੈਂ ਜਿੱਦਾਂ ਕਿਹਾ, ਦੇ ਆਰ ਵੈਰੀ ਹੈਂਡਫੁਲ ਪੀਪਲ। ਜੇ ਮੈਂ ਕਿਸੇ ਨੂੰ ਪੰਜਾਬੀ 'ਚ ਟਾਈਮ ਬੜੀ ਫਾਸਟ ਜਾ ਰਿਹਾ ਦੱਸਾਂ ਕਿ ਹਿਸਟੋਰੀਅਨ ਹੈਗਾ, ਲੋਕਾਂ ਨੂੰ ਤਾਂ ਪਹਿਲੇ ਪਤਾ ਨਹੀਂ ਉਹ ਕੀ ਹੁੰਦਾ ਹੈ। ਜੇ ਪੰਜਾਬੀ ਸਮਝਾਓ ਕਿ ਕੀ ਕੰਮ ਕਰਦੇ ਹੋ, ਕਿੰਨੇ ਸਾਲ ਲੱਗਦੇ ਨੇ, ਕਿੰਨੀ ਵੱਡੀ ਗੱਲ ਹੈ ਯਾਰ। ਪਰ ਉੱਦਾਂ ਮੈਨੂੰ ਲੱਗਦਾ ਜਿੱਦਾਂ ਸੰਗਤ ਦਾ ਵੀ ਹੁੰਦਾ ਨਾ, ਤੁਹਾਡੀ ਜਿਹੜੀ ਸੰਗਤ ਆ, ਹੁਣ ਦੇਖੋ ਜਿਹੜੇ ਮੇਰੇ ਦੋਸਤ ਕੀਰਤਨ ਕਰਦੇ ਉਹਨਾਂ ਦੀ ਕੀਰਤਨੀ ਸੰਗਤ ਹੈਗੀ ਬਹੁਤ ਵਧੀਆ। ਹੁਣ ਮੈਂ ਹਿਸਟਰੀ ਦਾ ਕੰਮ ਕਰਦਾ, ਮੇਰੀ ਸੰਗਤ ਥੋੜ੍ਹੀ ਹਿਸਟਰੀ ਵਾਲੀ ਆ ਅਤੇ ਕਾਫੀ ਮੈਨੂੰ ਸਪੋਰਟ ਕਰਦੇ, ਜਿਹੜੇ ਹਿਸਟੋਰੀਅਨਸ ਉੱਥੇ ਕਰਦੇ ਆ। ਮੈਨੂੰ ਤਾਂ ਸਾਰੀ ਮੈਨੂੰ ਨਹੀਂ ਕਿੱਦਾਂ ਲੱਗਦਾ ਕਿ ਹਿਸਟੋਰੀਅਨ ਦੀ ਕੋਈ ਕਮੀ ਆ। ਮੈਨੂੰ ਇਹ ਲੱਗਦਾ ਕਿ ਜਿਹੜੀ ਸਾਡੀ ਸਟੋਰੀ ਹੈ ਨਾ ਉਹ ਮੇਨ ਸਟ੍ਰੀਮ ਦੇ ਵਿੱਚ ਨਹੀਂ ਆਉਂਦੀ, ਉਹ ਪਹੁੰਚਦੀ ਨਹੀਂ। ਟਾਈਮ ਬੜੀ ਫਾਸਟ ਜਾ ਰਿਹਾ, ਥੋੜੀ ਬ੍ਰੇਕ ਲੈਣੀ ਪਏਗੀ। ਪਲੀਜ਼ ਇਸੇ ਤਰ੍ਹਾਂ ਤੁਸੀਂ ਪ੍ਰੋਗਰਾਮ ਰੱਖੋ, ਅਸੀਂ ਥੋੜੀ ਜਿਹੀ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਫਿਰ ਮੁਲਾਕਾਤ ਕਰਦੇ ਹਾਂ। ਤੁਸੀਂ ਚਾਹ ਦਾ ਕੱਪ ਪੀਣਾ ਪੀ ਲਓ, ਡੋਂਟ ਗੋ ਟੂ ਫਾਰ, ਵਿਲ ਹੈਵ ਅ ਵੈਰੀ ਸ਼ਾਰਟ ਬ੍ਰੇਕ, ਵਿਲ ਕਮ ਬੈਕ ਇਨ ਅ ਮਿੰਟ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਵੈਲਕਮ ਬੈਕ ਦ ਸੈਕੰਡ ਪਾਰਟ। ਅਗਰ ਤੁਸੀਂ ਹੁਣੇ ਦੇਖਣਾ ਸ਼ੁਰੂ ਕੀਤਾ, ਮੇਰੇ ਪਾਸ ਰਣਬੀਰ ਸਿੰਘ ਨੋਨ ਐਜ਼ ਰੈਪ ਸਿੰਘ, ਜੋ ਹਿਸਟੋਰੀਅਨ ਹੈਗਾ। ਹਿਸਟੋਰੀਅਨ ਮੀਨਸ ਕਿ ਇਹ ਆਪਣੀ ਸਿੱਖੀ ਦੇ ਜੋ ਆਪਾਂ ਵਰਲਡ ਵਾਰ ਦੇ ਸਿੱਖਾਂ ਨੇ ਕੰਮ ਕੀਤਾ ਯੂਕੇ ਦੇ ਵਿੱਚ, ਕਿਤੇ ਵੀ। ਹੁਣ ਤਾਂ ਯੂਕੇ ਦੀ ਗੱਲ ਕਰਦੇ ਕਿਉਂਕਿ ਜਾਸਤੀ ਜੋ ਵੀ ਆਪਣੇ ਮੈਮੋਰੀਅਲ ਬਣੇ ਨੇ ਯੂਕੇ 'ਚ, ਜਾਸਤੀ ਲੰਡਨ 'ਚ ਬਣੇ ਆ। ਉਹ ਵੀ ਮੈਂ ਗੱਲ ਕਰਾਂਗਾ ਕਿ ਇਕੱਲੇ ਲੰਡਨ 'ਚ ਕਿਉਂ, ਬਾਹਰਲੇ ਟਾਊਨਾਂ 'ਚ ਕਿਉਂ ਨਹੀਂ ਬਣੇ ਹੋਏ। ਬੜਾ ਅੱਛਾ ਸੇਵਾ ਕਰ ਰਹੇ ਨੇ। ਬੱਚੇ ਐਜੂਕੇਟ ਹੋਣਗੇ ਅਤੇ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਕਿ ਉਹਨਾਂ ਦੇ ਬਜ਼ੁਰਗਾਂ ਨੇ ਦੁਨੀਆ 'ਚ ਕੀ ਸੈਕਰੀਫਾਈਸ ਕਰਕੇ, ਇਸ ਕਰਕੇ ਲੋਕ ਸਾਡੇ ਇੱਥੇ ਬੈਠੇ ਇੰਗਲੈਂਡ ਦੇ ਵਿੱਚ, ਕਿਉਂਕਿ ਉਹਨਾਂ ਦੀਆਂ ਕੁਰਬਾਨੀਆਂ ਦਿੱਤੀਆਂ ਕਰਕੇ ਸਾਡੇ ਨਾਮ ਰੋਸ਼ਨ ਹੋਏ ਨੇ। ਜਬ ਜੀ ਵੀ ਮੇਰੇ ਦਿਮਾਗ 'ਚ ਹੈ ਕਿ ਜ਼ਿਆਦਾ ਲੰਡਨ ਦੇ ਵਿੱਚ ਹੀ ਹੈਗਾ ਮੈਮੋਰੀਅਲ, ਵਗੈਰਾ ਬਾਹਰ ਨਹੀਂ ਕੁਛ ਹੈ। ਨਹੀਂ, ਬਹੁਤ ਆ ਬਾਹਰ ਵੀ। ਅਸੀਂ ਹੁਣ ਐਡਿਨਬਰਾ ਤੋਂ ਆਏ ਸੀ, ਤੁਸੀਂ ਬ੍ਰਾਈਟਨ ਦੇਖ ਲਓ, ਛਤਰੀ ਮੈਮੋਰੀਅਲ ਉੱਥੇ, ਜਿੱਥੇ ਸਿੱਖਾਂ ਨੂੰ ਉਹਨਾਂ ਨੇ ਆਤਮ ਸੰਸਕਾਰ ਕੀਤੇ ਸੀ ਉਹਨਾਂ ਦੇ ਸੋਲਜਰਸ ਦੇ। ਕੈਂਟ ਵਿੱਚ ਚੱਲ ਜਾਓ, ਕੈਂਟ ਵਿੱਚ ਬਹੁਤ ਸਿੱਖਾਂ ਦੀ ਹਿਸਟਰੀ ਹੈ। ਬ੍ਰਾਈਟਨ ਦੇ ਵਿੱਚ ਆਪਣਾ ਸੀਗਾ ਮਹਾਰਾਜਾ ਦੀ ਜਗ੍ਹਾ ਵੀ ਸੀਗੀ ਜੋ ਉਹਨਾਂ ਨੇ ਹਸਪੀਟਲ 'ਚ ਟਰਨ ਕਰਤਾ। ਹਾਂਜੀ ਸਹੀ, ਮਹਾਰਾਜਾ ਪਟਿਆਲੇ ਨੇ ਗੇਟਵੇ ਬਣਾਇਆ ਸੀ ਉੱਥੇ, ਪਰ ਉਹ ਬ੍ਰਿਟਿਸ਼ ਨੇ ਉਹਨਾਂ ਨੇ ਆਪਣਾ ਪੈਲੇਸ ਇੱਕ ਸੋਲਜਰਾਂ ਦੀ ਜਿਹੜੀ ਰਿਕਵਰੀ ਹੈ ਉੱਥੇ ਲਈ ਬਣਾਇਆ ਸੀ। ਲੇਕਿਨ ਜਿਹੜਾ ਮੈਂ ਗੱਲ ਕਰਦਾ ਬੜੀ ਇੰਡੀਆ ਦੇ ਸਟਾਈਲ ਦੀ ਬਿਲਡਿੰਗ ਬਣੀ ਹੋਈ ਹੈ ਬ੍ਰਾਈਟਨ ਦੇ ਵਿੱਚ, ਸੀ ਫਰੰਟ ਦੇ ਕੋਲ ਹੈਗੀ ਹੈ। ਐਂਡ ਇਨਫੈਕਟ ਵਾਰ ਟਾਈਮ ਦੇ ਵਿੱਚ ਉਹਨਾਂ ਨੇ ਉਹਨੂੰ ਪੈਲੇਸ ਨੂੰ ਹਸਪੀਟਲ ਕਨਵਰਟ ਕਰ ਦਿੱਤਾ ਸੀ। ਹਾਂਜੀ, ਅਤੇ ਜਿਹੜੀਆਂ ਚੀਜ਼ਾਂ ਸਿੱਖਾਂ ਦੀਆਂ ਰੱਖੀਆਂ ਉਹ ਤਾਂ ਸਾਰੇ ਪਾਸੇ ਅਸੀਂ ਲੱਭ ਸਕਦੇ ਹਾਂ। ਅਸੀਂ ਤਾਂ ਪੂਰਾ ਯੂਕੇ ਕਵਰ ਕਰਤਾ ਹੈ ਨਾ ਦੇਖ ਕੇ। ਪਰ ਜਿਹੜੀ ਮਾਡਰਨ ਡੇ ਸਿੱਖ ਹਿਸਟਰੀ ਅਸੀਂ ਯੂਰਪ 'ਚ ਹੁਣ ਕਾਫੀ ਫੋਕਸ ਕਰਦੇ ਹਾਂ। ਹੁਣ ਸਪੇਨ ਦਾ ਅਸੀਂ ਟੂਰ ਕੀਤਾ ਸੀ ਰੀਸੈਂਟਲੀ, ਅਤੇ ਬੈਲਜੀਅਮ, ਫਰਾਂਸ, ਜਰਮਨੀ ਤੱਕ ਪਹੁੰਚ ਗਏ। ਮਾਲਟਾ ਵਿੱਚ ਕਾਫੀ ਸਿੱਖ ਹਿਸਟਰੀ ਸੀਗੀ ਉਦੋਂ, ਹੈ ਨਾ 1880s ਤੋਂ ਲੈ ਕੇ 1935 ਤੱਕ ਕਾਫੀ ਸਿੱਖ ਉੱਥੇ ਬੇਸ ਸੀ ਸੋਲਜਰ ਦੇ ਤੌਰ 'ਤੇ, ਹੈ ਨਾ। ਇਟਲੀ ਵਿੱਚ ਸਿੱਖ ਹਿਸਟਰੀ, ਸਾਡੇ ਹੁਣ ਜਿਹੜੇ ਸਿੱਖ ਆ ਉਹਨਾਂ ਤੋਂ ਪਹਿਲਾਂ ਦੀ ਕਾਫੀ ਹਿਸਟਰੀ ਹੈ ਨਾ। ਪੋਰਚੁਗਲ ਦੇਖ ਲਓ, ਉੱਥੇ ਵੀ ਕਨੈਕਸ਼ਨਸ ਹੈਗੇ ਸਿੱਖ। ਪਰ ਰਵ ਕਿੰਨੇ 100 ਸਾਲ ਲੱਗ ਗਏ ਨੇ ਕਿ ਮੇਰੇ ਹਿਸਾਬ ਨਾਲ, ਜੇ ਮੈਂ ਹੁਣ ਕਹਾਂ, ਡੋਂਟ ਥਿੰਕ ਆਈਲ ਬੀ ਰੋਂਗ, ਹਰ ਦਫਾ ਸਿੱਖਾਂ 'ਤੇ ਜਿੱਦਾਂ ਅਸੀਂ ਇੰਗਲੈਂਡ ਦੇ ਵਿੱਚ ਆਰਿਸ਼ ਲੋਕਾਂ ਦੇ ਉੱਪਰ ਮਜ਼ਾਕ ਕਰਦੇ ਸੀਗੇ, ਬੜੇ ਸਾਇੰਟਿਸਟ, ਬੜੇ ਵੱਡੇ ਲੋਕ ਬਣੇ ਨੇ, ਬੜੇ ਪੈਸੇ ਵਾਲੇ ਬਣੇ ਨੇ, ਇੰਡਸਟਰੀਅਲਿਸਟ ਬਣੇ ਨੇ। ਸਿੱਖਾਂ ਦੇ ਵਿੱਚ ਵੀ ਅਸੀਂ ਬਹੁਤ ਮਿਹਨਤ ਕਰਕੇ ਬੜੀ ਦੂਰ ਤੱਕ ਪਹੁੰਚੇ ਨੇ। MP, ਲਾਰਡ ਵਗੈਰਾ, ਪੋਲੀਟੀਸ਼ੀਅਨਸ ਬਣੇ ਨੇ, ਬਿਜ਼ਨਸ ਮਾਹਿਰ ਹੈਗੇ ਨੇ। ਅਤੇ ਹੁਣ ਕੁਛ ਕਦਰ ਹੋਣੀ ਸ਼ੁਰੂ ਹੋਈ ਸਿੱਖਾਂ ਦੀ ਵਰਲਡ ਵਾਈਡ। ਹੋ ਗਈ, ਤੁਸੀਂ ਪੁੱਛਦੇ? ਹਾਂ, ਹੋ ਗਈ। ਕਿਉਂਕਿ ਜਦੋਂ ਹੁਣ ਕੋਵਿਡ ਹੋਇਆ, ਸਿੱਖਾਂ ਨੇ ਕਮਾਲ ਕਰ ਦਿੱਤੀ ਹੈ। ਮੈਂ ਨਾ ਕਿ ਲੰਡਨ ਦੀ ਗੱਲ ਕਰਾਂ, UK ਦੀ, ਨਿਊਜ਼ੀਲੈਂਡ ਦੀ ਕਰ ਲਓ, ਆਸਟ੍ਰੇਲੀਆ ਦੀ ਕਰ ਲਓ, ਕੈਲੀਫੋਰਨੀਆ, ਤੁਸੀਂ ਇੰਡੀਆ ਦੇ ਵਿੱਚ ਹਰ ਗੁਰੂ ਘਰਾਂ ਨੇ। UK ਤੁਸੀਂ ਦੇਖੋ ਕਿੱਦਾਂ ਅਕਾਲ ਚੱਲਣ ਦੇ ਸਾਰਿਆਂ ਨੂੰ ਰਾਸ਼ਨ 3-4 ਮਹੀਨੇ ਉਹਨਾਂ ਨੇ ਘਰ ਘਰ ਪਹੁੰਚਾਇਆ ਸਾਰਿਆਂ ਨੂੰ। ਔਰ ਸਾਰੀ ਕਮਿਊਨਿਟੀ ਤੋਂ ਸਿਰਫ ਸਿੱਖ ਹੀ ਰਹਿ ਕੇ ਸੇਵਾ ਕਰਨ ਨੂੰ। ਨਹੀਂ, ਦੂਜੇ ਵੀ ਕਰਦੇ ਆ, ਪਰ ਸਿੱਖਾਂ ਦੀ ਨੈਚੁਰਲੀ ਐਬਿਲਿਟੀ ਹੈ ਨਾ ਕਿ ਪਹਿਲਾਂ ਸੇਵਾ ਦਾ ਸਟੈਪ ਲੈ ਲੈਣ। ਆਈ ਥਿੰਕ ਨਹੀਂ, ਦੂਜੇ ਦੇਖਦੇ ਨੇ ਸਿੱਖਾਂ ਨੂੰ ਕਰਦੇ ਹਨ। ਅੱਛਾ, ਦੇਖਦੇ ਵਹੀ ਵੀ। ਚਲੋ ਆਪਾਂ ਇੱਕ ਹੋਰ ਦੀ ਫੋਟੋ ਦੇਖਦੇ ਤੇ ਬਾਰੇ ਗੱਲ ਕਰਦੇ ਹਾਂ। ਸੁਖਦੇਵ ਨੂੰ ਕਹਾਂਗਾ ਕੋਈ ਪਿਕਚਰ ਦਿਖਾਵੇ ਹੋਰ। ਅੱਛਾ, ਇਹ ਦੱਸੋ ਕੀ ਹੈਗਾ? ਸਰ ਇਹ ਸੀ ਸਾਡਾ ਸਭ ਤੋਂ ਲਾਰਜੈਸਟ ਹੋ। ਮੈਨੂੰ ਇਸ ਤੋਂ ਬਾਅਦ ਪਤਾ ਲੱਗਿਆ ਕਿ ਯਾਰ 50 ਬੰਦਿਆਂ ਨੂੰ ਨਹੀਂ ਮੈਂ ਲੈ ਕੇ ਜਾ ਸਕਦਾ, ਤਾਂ ਨੰਬਰ ਥੋੜ੍ਹੇ ਘੱਟ ਜਾਸਤੀ ਸੀ ਨਾ। ਇਹ 2-3 ਟੂਰ ਸਾਰੇ
ਵੈਸਟ ਲੰਡਨ ਵਾਲਾ ਟੂਰ, ਈਸਟ ਲੰਡਨ, ਸਾਰੇ ਜੁੜ ਗਏ ਅੱਛਾ, ਤੇ ਇਹ ਫਿਰ ਇੰਡੀਆ 'ਚ ਨਿਊਜ਼ਪੇਪਰ ਨੇ ਕਵਰ ਕੀਤਾ ਸੀ ਇਹਦਾ, ਇੰਡੀਅਨ ਐਕਸਪ੍ਰੈਸ ਨੇ। ਇਹ ਕਿਹੜੀ ਜਗ੍ਹਾ ਤੇ ਹੈ? ਇਹ ਚਰਚ ਹੋਈ ਆ, ਚੈਲਸੀ ਚਰਚ, ਦੇਖੋ ਪਿੱਛੇ ਸਿੱਖਾਂ ਦਾ ਮੈਮੋਰੀਅਲ। ਇਹ ਅਸੀਂ ਕਾਫੀ ਤੁਰੇ ਸੀ ਉਸ ਦਿਨ, ਟ੍ਰਫਾਲਗਰ ਸਕੁਏਅਰ ਤੱਕ ਪਹੁੰਚ ਗਏ। ਇਹ ਚਰਚ ਦਾ ਹੈ। ਹਾਂ, ਤੇ ਜਿਹੜੀ ਤੇ ਇਹ ਤੁਸੀਂ ਕਾਫੀ ਵੱਡਾ ਗਰੁੱਪ ਹੋ ਗਿਆ ਤੁਹਾਡਾ? ਇਹ ਸਭ ਤੋਂ ਵੱਡਾ ਹੀ ਸੀ। ਤੇ ਉਸ ਤੋਂ ਬਾਅਦ ਮੈਂ ਹੱਥ ਜੋੜ ਲਏ, ਮੈਂ ਕਿਹਾ ਇੰਨਾ ਵੱਡਾ ਨਹੀਂ, ਸਾਨੂੰ ਤਾਂ 10-10 ਮਿੰਟ ਰੋਡ ਕ੍ਰਾਸ ਕਰਨ ਨੂੰ ਲੱਗ ਗਏ ਸੀ ਉਸ ਦਿਨ। ਪਰ ਯਾਰ ਜਦੋਂ ਤੁਸੀਂ ਇਸ ਲਾਈਕ ਗਾਈਡ ਟੂਰ ਤੁਸੀਂ ਕਰਦੇ ਹੋ, ਟੂਰ ਗਾਈਡ ਹੈਗਾ, ਤੇ ਤੁਹਾਨੂੰ ਕਿੰਨੀ ਨੌਲੇਜ ਹੋਣੀ ਚਾਹੀਦੀ ਜਦੋਂ ਤੁਸੀਂ ਖੜ ਕੇ ਉਹਨਾਂ ਨੂੰ ਦੱਸਦੇ ਹੋ ਉੱਥੇ ਕੀ ਹੋ ਰਿਹਾ, ਕੀ ਹੈਗਾ, ਕੀ ਨਹੀਂ ਹੈਗਾ। ਤੇ ਪਰ ਇਹ ਤਾਂ ਹੁਣ ਜਿੱਦਾਂ ਖੋਜ ਕੀਤਾ, ਪਰ ਹੁਣ ਜਿਹੜਾ ਅੱਜ ਕੱਲ੍ਹ ਦੇ ਟੂਰਸ ਆ, ਹੁਣ ਸਾਡੀ ਟੀਮ ਬਣੀ ਆ, 6-7 ਬੱਚੇ ਹੈਗੇ ਨਾਲ, ਹੈ ਨਾ, ਜਦ ਫਰੈਂਡਸ ਵੀ ਮੇਰੇ ਨਾਲ ਕਰਦੇ ਆ, ਤੇ ਛੋਟੇ ਜਿਹੜੇ ਪਹਿਲਾਂ ਪੜ੍ਹਾਉਂਦਾ ਸੀ ਉਹ ਵੀ ਨਾਲ ਆਉਂਦੇ ਆ। ਇੱਕ WhatsApp ਗਰੁੱਪ ਸੰਭਾਲ ਲੈਂਦਾ, ਇੱਕ ਫੋਟੋਆਂ ਨੂੰ ਸੰਭਾਲ ਲੈਂਦੇ ਆ, ਮੈਂ ਫਿਰ ਇਕੱਲਾ ਹਿਸਟਰੀ ਦੱਸਦਾ, ਸਾਰਿਆਂ ਨੂੰ ਪਤਾ ਕਿ ਕਿੱਥੇ ਕਿੱਥੇ ਜਾਣਾ, ਕੀ ਮੇਰੀ ਇੱਕ ਰਿਕੁਐਸਟ ਹੋ ਗਈ, ਮੈਂ ਉੱਥੇ ਜ਼ਿਆਦਾ ਬੱਚੇ ਦੇਖੇ ਨੇ ਕਿ ਬਜ਼ੁਰਗਾਂ ਦੇ ਵੀ ਟ੍ਰਿਪ ਲੈ ਕੇ ਜਾਓ। ਵਾਹਿਗੁਰੂ, ਪਰ ਇਹ ਗੱਲ ਹੈ ਨਾ ਬਜ਼ੁਰਗਾਂ ਦੀ, ਇਹ ਹੁੰਦੀ ਕਿ ਮੈਂ ਤੁਹਾਨੂੰ 5-6 ਕਿਲੋਮੀਟਰ ਤਾਂ ਤੁਰਾਣਾ ਹੀ ਆ। ਹੁਣ ਤੁਸੀਂ ਗੋਡੇ, ਤੁਸੀਂ ਆਪਣੇ ਦੇਖ ਲਓ ਗੋਡੇ। ਨਹੀਂ ਫਿਰ ਨਹੀਂ ਕਿਸੇ ਨੇ ਆਣਾ। ਫਿਰ ਉਹ ਪਹਿਲਾਂ ਮੈਨੂੰ ਇਹ ਪੁੱਛਦੇ ਪਾਰਕਿੰਗ ਕਿੱਥੇ ਭਾਜੀ, ਮੈਂ ਕਿਹਾ ਪਾਰਕਿੰਗ ਪਹਿਲਾਂ ਕੰਜੈਸਸ਼ਨ ਚ ਦਿਓ, ਫਿਰ ਯੂਲੇਸ ਦਈਓ, ਫਿਰ ਆਪਣਾ ਬੈਜ ਰੱਖਿਓ, ਫਿਰ ਮੈਂ ਕਿਹਾ ਇਹ ਵਾਕਿੰਗ ਟੂਰ ਲੰਡਨ ਚ। ਪਰ ਜਦੋਂ ਅਸੀਂ ਕੋਚ ਟ੍ਰਿਪਸ ਕਰਦੇ ਪਏ, ਪਰ ਜੋਕਸ ਅਸਾਈਡ, ਨਹੀਂ ਮੈਂ ਦਿਲੋਂ ਕਹਾਂਗਾ ਪਲੀਜ਼ ਬਜ਼ੁਰਗਾਂ ਲਈ ਕਰੋ। ਹਾਂ, ਇੱਕ ਚੀਜ਼ ਜ਼ਰੂਰ ਮੱਦੇਨਜ਼ਰ ਰੱਖਣਾ ਆਪਣੇ, ਕਿ ਤੁਰਨ ਦਾ ਉਹਨਾਂ ਨੂੰ ਤਕਲੀਫ ਹੋ ਗਈ, ਜਾਂ ਤੇ ਵੀਲ ਚੇਅਰ ਐਕਸੈਸਿਬਲ ਹੋਣ, ਤੁਹਾਡੇ ਕੋਚ ਦੇ ਵਿੱਚ ਕੁਝ ਇੱਦਾਂ ਦਾ ਇੰਤਜ਼ਾਮ ਹੋਵੇ। ਜਿਹੜੇ ਲੰਡਨ ਦੇ ਅਸੀਂ ਕੋਚ ਨਹੀਂ ਕਰਦੇ, ਪਰ ਜਿਹੜੇ ਬਾਹਰ ਕਰਦੇ ਸਾਰੇ ਕੋਚ ਟ੍ਰਿਪਸ ਆ, ਤੇ ਲੰਡਨ ਵਿੱਚ ਵੀ ਮੈਂ ਸਾਰਾ ਵੀਲ ਚੇਅਰ ਫਰੈਂਡਲੀ ਕੀਤਾ ਆ ਟੂਰ, ਸਾਰੇ ਐਕਸੈਸਿਬਲ ਟੂਰਸ ਆ। ਥੋੜਾ ਕੌਨਫੀਡੈਂਸ ਹੋਣਾ ਚਾਹੀਦਾ ਕਿ ਅਸੀਂ ਬਾਹਰ ਨਿਕਲ ਕੇ ਦੇਖਣਾ ਆ, ਮੈਂ ਸੰਭਾਲ ਲਾਂਗਾ ਬਾਕੀ ਦਾ, ਤੁਸੀਂ ਵਰੀ ਨਾ ਕਰੋ, ਦੈਟਸ ਮਾਈ ਪ੍ਰੋਬਲਮ, ਮੈਂ ਟੂਰ ਕਰਦਾ ਨਾ। ਚਲੋ I'll make it wheelchair friendly। ਅੱਜ ਮੈਂ ਅਨਅਫੀਸ਼ੀਅਲੀ ਅਨਾਉਂਸ ਕਰਦਾ ਪਿਆ ਔਨ ਬਿਹਾਫ ਆਫ ਅਕਾਲ ਚੈਨਲ ਕਿ ਮੈਂ ਚਾਹਾਂਗਾ ਕਿ ਕੋਈ ਟ੍ਰਿਪ ਹੋਏਗਾ ਤੇ ਅਕਾਲ ਚੈਨਲ ਕਵਰੇਜ ਕਰੇਗੀ, ਤੇ ਅਸੀਂ ਉਹਨੂੰ ਚੈਨਲ ਉੱਪਰ ਦਿਖਾਵਾਂਗੇ ਕਿ ਕਿਸ ਤਰ੍ਹਾਂ ਆਪਣੇ ਸਿੱਖਾਂ ਦੀ ਹਿਸਟਰੀ ਹੈਗੀ ਹੈ। ਤੇ ਬੇਸਿਕਲੀ ਉਹਦੇ ਨਾਲ ਬੰਦੇ ਇਨਕਰੇਜ ਹੋਣਗੇ, ਬਜ਼ੁਰਗ ਵੀ ਹੋਣਗੇ, ਬੱਚੇ ਵੀ ਹੋਣਗੇ, ਤੇ ਹਰ ਬੰਦਾ ਜਾਣਾ ਚਾਹੇਗਾ ਉਹਨਾਂ ਦੇ ਉੱਪਰ। ਜ਼ਿਆਦਾ ਕੋਸ਼ਿਸ਼ ਮੈਂ ਇੱਦਾਂ ਕਰਦਾ ਇੰਟਰ ਜਨਰੇਸ਼ਨ ਹੋਵੇ, ਹੈ ਨਾ, ਇੰਟਰ ਜਨਰੇਸ਼ਨ ਹੋ, ਜੇ ਤਿੰਨ ਪੀੜ੍ਹੀਆਂ ਹੋਣ ਨਾ, ਫਿਰ ਮਜ਼ਾ ਬਹੁਤ ਆਉਂਦਾ। ਕਦੇ ਬੱਚਿਆਂ ਨੇ ਚੀਜ਼ ਦੇਖ ਕੇ ਕਹਿਣਾ ਕਿ ਆਹ ਇੱਕ ਤਲਵਾਰ ਆ ਨਾ, ਜਿਹੜੇ ਮੰਮੀ ਡੈਡੀ ਆ ਉਹਨਾਂ ਨੇ ਕਹਿਣਾ ਜੀ ਸਾਨੂੰ ਕੁਝ ਪਤਾ ਨਹੀਂ ਹੈ ਇਹ ਤਲਵਾਰ ਦੇ ਬਾਰੇ, ਫਿਰ ਤੁਸੀਂ ਦੇਖਿਓ ਦਾਦਾ ਜਾਂ ਦਾਦੀ ਨੇ ਸਾਰਾ ਕੁਝ ਉਸ ਤਲਵਾਰ ਦੇ ਬਾਰੇ ਦੱਸ ਦੇਣਾ, ਕਿਹੜੇ ਪਿੰਡ 'ਚੋਂ ਕੀ ਹੋਇਆ ਸੀ, ਉਹ ਕਹਾਣੀਆਂ ਫਿਰ ਆਪੇ ਨਿਕਲ ਜਾਂਦੀਆਂ। ਮੈਂ ਬੱਚੇ ਕਰਕੇ ਨੋਟ ਕਰਦਾ ਰਹਿੰਦਾ, ਫਿਰ ਮੈਂ ਆਪੇ ਅੱਗੇ ਵੀਵ ਕਰ ਲੈਂਦਾ। ਲੱਗਦਾ ਸ਼ਾਇਦ ਕਾਲ ਆ, ਕਾਲ ਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ ਜੀ? ਸਤਿ ਸ਼੍ਰੀ ਅਕਾਲ ਜੀ ਪਾਲ ਜੀ, ਮੈਂ ਸ਼ਰਨਜੀਤ ਬੋਲਦੀ ਹਾਂ। ਮੈਨੂੰ ਲੱਗਦਾ ਤੁਹਾਨੂੰ ਨਾਮ ਕਹਿਣ ਦੀ ਲੋੜ ਨਹੀਂ ਸੀ, ਸੱਚੀ ਕਹਿਣਾ, ਮੈਂ ਮਜ਼ਾਕ ਨਹੀਂ, ਤੁਹਾਡੀ ਆਵਾਜ਼ ਪਛਾਣ ਲਈ ਮੈਂ। ਥੈਂਕ ਯੂ। ਸਾਡੇ ਤੁਸੀਂ ਟੀਮ ਹੋ ਅਕਾਲ ਚੈਨਲ ਦੇ, ਕੀ ਕਹਿਣਾ ਚਾਹੁੰਦੇ ਹੋ? ਮੈਂ ਰੱਬ ਨੂੰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਕਹਿਣਾ ਚਾਹੁੰਦੀ ਹਾਂ, ਰੱਬ ਜੀ ਤੁਹਾਨੂੰ ਤਾਂ ਇਹਨੂੰ ਵਧਾਈਆਂ ਦੇਣਾ ਚਾਹੁੰਦੇ ਹਾਂ, ਕਿਉਂਕਿ ਇਹਦੀ ਅਚੀਵਮੈਂਟ ਬਹੁਤ ਅੱਛੀ, ਬੱਚੇ ਦੀ ਅਚੀਵਮੈਂਟ ਹੈਗੀ ਆ। ਬਿਲਕੁਲ। ਮੈਂ ਸਾਡਾ ਇਹ ਬੇਟਾ ਰਿਲੇਟਿਵ ਵੀ ਆ, ਤੇ ਇਹਦੀ ਅਚੀਵਮੈਂਟ ਤੋਂ ਮੈਂ ਇੰਨੀ ਖੁਸ਼ ਹਾਂ ਕਿ ਸਾਡੇ ਫੈਮਿਲੀ 'ਚ ਕਈ ਹੈਗੇ ਆ ਬੱਚੇ ਜਿਹਨਾਂ ਦੀ ਕਾਫੀ ਹਾਈ ਅਚੀਵਮੈਂਟ ਹੈਗੀ ਆ। ਤਾਂ ਰੱਬ ਨੇ ਤਾਂ ਬਹੁਤ ਕਮਾਲ ਕੀਤੀ ਆ, ਮਤਲਬ ਇੰਨਾ ਕੰਮ ਕਰਦਾ, ਇੰਨਾ ਮਿਹਨਤੀ ਬੇਟਾ ਹੈਗਾ ਆ। ਤੇ ਵੀ ਆਰ ਰੀਅਲੀ ਪ੍ਰਾਊਡ ਆਫ ਯੂ ਰੱਬ, ਵੀ ਆਰ ਰੀਅਲੀ ਪ੍ਰਾਊਡ ਆਫ ਯੂ। ਉਹ ਵਿਚਾਰੇ ਨੇ ਸ਼ਰਮ ਆ ਗਈ। ਥੈਂਕ ਯੂ ਵੈਰੀ ਮਚ ਚਰਨਜੀਤ ਜੀ, ਬਹੁਤ ਅੱਛਾ ਲੱਗਿਆ। ਨਹੀਂ, ਜਦੋਂ ਵੀ ਤੁਸੀਂ ਫੋਨ ਕਰਦੇ ਹੋ ਇਟਸ ਨਾਈਸ ਕਿ ਐਨਕਰੇਜਮੈਂਟ ਮਿਲਦੀ ਹੈ, ਬੱਚੇ ਨੂੰ ਹਿੰਮਤ ਆਉਂਦੀ ਹੈ ਉਹਨਾਂ ਨੂੰ, ਤਾਂ ਕਿ ਇੱਦਾਂ ਦਾ ਕੰਮ ਕਰਨ ਦੇ ਵਿੱਚ ਨਾ ਉਹਨਾਂ ਦਾ ਸ਼ੌਂਕ ਪੈਦਾ ਹੋਵੇ। ਥੈਂਕ ਯੂ ਜੀ ਤੁਹਾਡਾ ਚਰਨਜੀਤ ਜੀ, ਬਹੁਤ ਥੈਂਕ ਯੂ, ਬਹੁਤ ਮਿਹਰਬਾਨੀ। ਇਸੇ ਤਰ੍ਹਾਂ ਪ੍ਰੋਗਰਾਮ ਦੇਖਦੇ ਰਹੋ, ਪਲੀਜ਼ ਕਾਲ ਕਰੋ ਜਦੋਂ ਮਰਜ਼ੀ, ਉਹਦੇ ਨਾਲ ਬੜੀ ਹਿੰਮਤ ਮਿਲਦੀ ਹੈ ਸਾਰਾ ਕੁਝ। ਤੇ ਮੈਂ ਚਾਹਾਂਗਾ ਸੁਖਦੇਵ ਇੱਕ ਹੋਰ ਪਿਕਚਰ ਦਿਖਾਵੇ ਤਾਂ ਉਹਦੇ ਬਾਰੇ ਵੀ ਜੇ ਹੈ ਤੇ ਗੱਲਬਾਤ ਕਰ ਸਕੀਏ ਅਸੀਂ। ਹਾਂਜੀ, ਆਹ ਹੈਗਾ ਇੱਕ ਪ੍ਰੈਜੈਂਟੇਸ਼ਨ, ਅਸੀਂ 1-2 ਵਾਰੀ ਸਾਲ 'ਚ ਸਾਨੂੰ ਇਨਵੀਟੇਸ਼ਨ ਆਉਂਦਾ ਕਿ ਤੁਸੀਂ ਇੱਦਾਂ ਦੇਖੋ ਲੰਡਨ ਦੇ ਵੱਡੇ ਵਕੀਲਾਂ ਦੀ ਆਫਿਸਾਂ, ਬੈਂਕਾਂ ਦੀ ਆਫਿਸਾਂ 'ਚ ਜਾ ਕੇ ਅਸੀਂ ਥੋੜ੍ਹੀ ਡਿਫਰੈਂਟ ਨਜ਼ਰੀਏ ਦੇ ਬਾਰੇ ਹਿਸਟਰੀ ਦੱਸਦੇ ਹੈ ਨਾ, ਜਾਂ ਸਿੱਖਾਂ ਦੇ ਬਾਰੇ ਦੱਸਦੇ, ਸਿੱਖਾਂ ਦੇ ਬਾਰੇ। ਅਤੇ ਮੈਂ ਹੁਣ ਆਹ ਹੈਗੀ ਆਫਿਸ, ਸ਼ਰੋਡਰਸ ਦੀ ਆਫਿਸ ਆਈ, ਅਤੇ ਲਗਭਗ 100 ਕੋਲੀਗ ਸੀਗੇ, ਉਹਨਾਂ ਦੀ ਛੋਟੀ ਜਿਹੀ ਸਿੱਖ ਸੁਸਾਇਟੀ ਹੈ, 6-7 ਸਟਾਫ ਮੈਂਬਰਾਂ ਦੀ, ਉਹਨਾਂ ਨੇ ਬੁਲਾਇਆ ਸੀ। ਅਤੇ ਅਸੀਂ ਉਸ ਦਿਨ 100 ਬੰਦਿਆਂ ਨੂੰ ਦੱਸਿਆ ਗੁਰੂ ਨਾਨਕ ਦੇ ਬਾਰੇ, ਹੈ ਨਾ, ਪਰ ਇੱਦਾਂ ਨਹੀਂ ਦੱਸਿਆ ਕਿ ਰਿਲੀਜਨ ਆ, ਕਿ ਮੈਂ ਆਹ ਦਿਖਾਇਆ ਕਿ ਆਹ ਤੁਹਾਡੀ ਆਫਿਸ ਇੱਥੇ ਹੈ ਨਾ, ਆਹ ਸਾਹਮਣੇ ਆਹ ਚੀਜ਼ ਨਿਸ਼ਾਨੀ ਸਿੱਖਾਂ ਦੀ, ਉੱਥੇ ਦੇਖੋ ਤਾਂ ਆਹ ਨਿਸ਼ਾਨੀ, ਆਫਿਸ ਦੇ ਵਿੰਡੋ ਤੋਂ ਹੀ ਦਿਖਾਤਾ ਸਾਰਾ ਕੁਝ, ਵਿੰਡੋ 'ਚ ਦਿਖਾਤਾ ਆਹ ਸਿੱਖਾਂ ਦਾ ਇੰਨਾ, ਇਹ ਗੁਰੂ ਨਾਨਕ ਦੀ ਦੈਟਸ ਦ ਫਲਰਿਸ਼, ਹੈ ਨਾ,
ਕਿ ਸਿੱਖਾਂ ਨੇ ਇਹ ਚੀਜ਼ਾਂ ਕੀਤੀਆਂ। ਪਰ ਤੇ ਕੋਈ ਇੱਦਾਂ ਜਿਹੜੇ ਹੁਣ ਹੋਸਟ ਕਮਿਊਨਿਟੀ ਹੈ ਗੁਰ ਬੈਠੇ ਸੀ ਡੂ ਦੇ ਆਸਕ ਯੂ ਕੁਐਸਚਨ ਕਿਸੇ ਤਰ੍ਹਾਂ ਦਾ ਕਿ so far we have positive feedback। ਹੁਣ ਪੋਜ਼ਿਟਿਵ ਫੀਡਬੈਕ ਹੈ ਡਾਇਰੈਕਟਲੀ ਨੈਗੇਟਿਵ ਤਾਂ ਕੋਈ ਦੱਸਦਾ ਨਹੀਂ ਹੈ ਪਰ ਵਾਪਸ ਬੁਲਾ ਲੈਂਦੇ ਇੰਨਾ ਹੀ ਪੋਜ਼ਿਟਿਵ ਹੈ ਕਿ ਵਾਪਸ ਕਹਿੰਦੇ ਆ ਕੇ ਇੱਕ ਹੋਰ ਲੈਕਚਰ ਦੇ ਦੇਈ। ਤੇ ਇਹ ਜਿਹੜਾ ਤੁਸੀਂ ਲੀਫਲੈਟ ਦਾ ਦਿਖਾਓ ਦੱਸੋ। ਤੇ ਇਹ ਅਸੀਂ ਸ਼ੁਰੂ ਕੀਤਾ ਸੀ ਕਿ ਹੁਣ ਸਾਡੀ ਰੀਚ ਤਾਂ ਛੋਟੀ ਹੈ ਹਨਾ, ਤੇ ਇਹ ਦੇਖੋ ਅਸੀਂ ਸਾਡੇ ਕੋਲ 3-4 ਮੈਪਸ ਅਸੀਂ ਪ੍ਰੋਡਿਊਸ ਕੀਤੇ ਇੱਦਾਂ ਦੇ ਜਗ੍ਹਾ ਜਗ੍ਹਾ ਦੇ। ਇਹ ਸਾਡੇ ਪਾਰਟਨਰਸ ਹੁਣ ਜਿਹੜੇ ਕੰਪਨੀ ਹੈ ਇਹ ਵੀ ਖੋਲ ਕੇ ਦਿਖਾਓ ਇਹ ਕਿਹੜੀ ਜਗ੍ਹਾ ਸਾਰੀ ਹੈ। ਆ ਦੇਖੋ ਆ ਟ੍ਰਫਾਲਗਰ ਸਕੁਆਇਰ ਆ, ਹਾਂ ਆ ਹੈਗੀ ਸੇਂਟ ਜੇਮਸਿਸ ਪਾਰਕ ਜਿਹੜਾ ਜਾਂਦਾ ਗ੍ਰੀਨ ਪਾਰਕ ਪੈਲੇਸ ਨੂੰ, ਇੱਥੇ ਬਕਿੰਗਮ ਪੈਲੇਸ, ਇੱਥੇ ਪੈਲ ਮੈਲ, ਆ ਹੈਗਾ ਵੈਸਟਮਿੰਸਟਰ ਐਬੀ ਐਂਡ ਕੈਥੀਡਰਲ, ਇਹ ਹੈਗਾ ਨੈਸ਼ਨਲ ਲਿਬਰਲ। ਆ ਤੁਸੀਂ ਆ ਐਰੋਬਸ ਦੱਸਿਆ ਨਾ, ਇਹ ਤੁਸੀਂ ਘੰਟੇ ਚ ਇਸ ਏਰੀਆ ਦੇ ਵਿੱਚੋਂ ਕਿੰਨੀਆਂ ਹੈਗੀਆਂ ਆ 10 ਜਗ੍ਹਾ ਆ 10 ਜਗ੍ਹਾ ਤੇ ਇੱਥੇ ਸਾਰੀ ਸਿੱਖ ਹਿਸਟਰੀ ਅਸੀਂ 10 ਜਗ੍ਹਾ ਚ ਦੱਸ ਦਿੱਤੀ ਤੁਹਾਨੂੰ। ਹੁਣ ਤੁਸੀਂ ਇੱਥੇ ਰੁਕ ਕੇ ਮਹਾਰਾਜਾ ਦਲੀਪ ਸਿੰਘ ਦੀ ਨਿਸ਼ਾਨੀ ਪੇਂਟਿੰਗ, ਇੱਕ ਬਹੁਤ ਸੋਹਣੀ ਪੇਂਟਿੰਗ ਇੱਥੇ ਲੱਗੀ ਹੈ ਨਾ ਨੈਸ਼ਨਲ ਲਿਬਰਲ ਵੈਸੇ 10 ਜਗ੍ਹਾ ਉਦਾਂ ਪੜ੍ਹਨ ਨੂੰ ਜਾ ਸਕਦੇ ਆ, ਤੁਸੀਂ ਪੜ੍ਹ ਕੇ ਦੱਸ ਸਕਦੇ ਕਿਹੜੀ ਹੈ। ਆ ਦੇਖੋ ਜੀ ਟ੍ਰਫਾਲਗਰ ਸਕੁਆਇਰ ਦੀ ਅਸੀਂ ਦੱਸੀ ਸੀ ਪਹਿਲਾਂ, ਮੇ ਵੀ ਪਿਕਚਰ ਆ ਜੂਗੀ। ਇਹ ਨੈਸ਼ਨਲ ਪੋਰਟਰੇਟ ਗੈਲਰੀ ਦੇ ਵਿੱਚ ਕਿਹੜੀ ਕਿਹੜੀ ਪੋਰਟਰੇਟ ਸਿੱਖਾਂ ਦੀ ਰੱਖੀਆਂ। ਜੇ ਅਸੀਂ ਪੁੱਛਾਂਗੇ ਨਹੀਂ ਕਿ ਕੀ ਰੱਖਿਆ, ਅਸੀਂ ਦੇਖਾਂਗੇ ਨਹੀਂ, ਅਸੀਂ ਜਾਵਾਂਗੇ ਨਹੀਂ, ਫਿਰ ਉਹਨਾਂ ਨੇ ਹੋਰ ਵੀ ਨਹੀਂ ਰੱਖਣੀਆਂ ਹਨ। ਇਹ ਵੀ ਗੱਲ ਹੈ, ਅਸੀਂ ਉੱਥੇ ਜਾ ਕੇ ਪੁੱਛਣਾ ਪੈਂਦਾ ਹੈ ਕਿ ਸਾਨੂੰ ਦਿਖਾਓ ਜਿੰਦਨ ਕੌਰ ਦੀ ਦਿਖਾਓ ਸਾਨੂੰ ਪੇਂਟਿੰਗ, ਫਿਰ ਉਹ ਅੱਗੇ ਕਰਦੇ ਹਨ। ਆ ਦੇਖੋ ਸੇਂਟ ਮਾਰਟਿਨਸ ਇਨ ਦ ਫੀਲਡ, ਇਹ ਚਰਚ ਇੱਥੇ ਦਲੀਪ ਸਿੰਘ ਦੇ ਬੱਚੇ ਲਈ ਇਹਨਾਂ ਨੇ ਮੈਮੋਰੀਅਲ ਸਰਵਿਸ ਕੀਤਾ ਸੀ ਵਿਕਟਰ ਲਈ 1920s ਦੇ ਵਿੱਚ। ਇਹ ਹੈਗਾ ਨੈਸ਼ਨਲ ਲਿਬਰਲ ਕਲੱਬ, ਦਲੀਪ ਸਿੰਘ ਦੀ ਪੇਂਟਿੰਗ ਇੱਥੇ ਆ, ਤੁਸੀਂ ਜਾ ਕੇ ਦੇਖ ਸਕਦੇ। ਜੇ ਦਸਤਾਰ ਬੰਨੀ ਹੈ ਨਾ ਯੂ ਬੀ ਅਲਾਉਡ ਇਨ, ਤੁਸੀਂ ਪੁੱਛ ਲਓ ਸਿਕਿਉਰਿਟੀ ਤੁਹਾਨੂੰ ਉੱਪਰ ਜਾ ਕੇ ਪੇਂਟਿੰਗ ਦਿਖਾ ਦੋਗੇ। ਹੁਣ ਅਸੀਂ ਇੰਨੀ ਵਾਰੀ ਜਾਏ, ਤੁਸੀਂ ਬਸ ਯੂ ਜਸਟ ਨੀਡ ਟੂ ਆਸਕ ਨਾਈਸਲੀ, ਇਟਸ ਅ ਪੋਲੀਟੀਕਲ ਆਫਿਸ। ਵਾਈਟ ਹੋਲ ਗਾਰਡਨਸ, ਇੱਥੇ ਜਿਹੜਾ ਇੱਕ ਹੈਗਾ ਔਤਮ, ਉਹਦਾ ਸਟੈਚੂ ਬਣਿਆ, ਉਹ ਵੀ ਇੱਕ ਈਸਟ ਇੰਡੀਆ ਕੰਪਨੀ ਦਾ ਜਨਰਲ ਸੀਗਾ। ਦੈਨ ਵੀ ਕਮ ਟੂ ਵੈਸਟਮਿੰਸਟਰ ਐਬੀ, ਜਿੱਦਾਂ ਮੈਂ ਕਹਿੰਦਾ ਸੀ ਉੱਥੇ ਇੱਕ ਗਲਾਸ ਐਬੀ ਦੇ ਵਿੱਚ ਜੌਨ ਮੈਲਕਮ ਦਾ ਬਣਿਆ, ਉਹਨੇ ਕਿਤਾਬ ਲਿਖੀ ਸੀ 1810। they waited 40 years 39 years ਵੇਟ ਕੀਤੀ ਸੀ, ਪਰ ਪਹਿਲਾਂ ਹੀ ਉਹਨਾਂ ਨੇ ਲਿਖਿਆ ਸੀ ਕਿ ਇਹ ਕਿਤਾਬ ਉਦੋਂ ਤੁਹਾਨੂੰ ਯੂਸ ਵਿੱਚ ਆਉਣੀ ਹੈ ਜਦੋਂ ਤੁਸੀਂ ਕਬਜ਼ਾ ਕਰਨਾ ਪੰਜਾਬ ਦਾ। we are studying the Sikhs for 39 years before they attacked ਨਾ। ਇਹ ਕਿਤਾਬ ਪੂਰੀ ਤੁਸੀਂ ਗੂਗਲ 'ਤੇ ਡਾਊਨਲੋਡ ਕਰ ਲਓ, ਸਾਰਾ ਕੁਝ ਦੱਸਿਆ ਕਿੰਨੇ ਵਜੇ ਅੰਮ੍ਰਿਤ ਵੇਲਾ, ਕੀ ਪਾਠ ਕਰਦੇ, ਕਿੱਦਾਂ ਕਰਦੇ, ਕਿਹਦੀ ਟ੍ਰੇਨਿੰਗ, ਸਭ ਕੁਝ ਲਿਖਿਆ ਵਿੱਚ ਨਾ। ਤੇ ਫੋਰਨ ਐਂਡ ਕਾਮਨਵੈਲਥ ਆਫਿਸ ਵਿੱਚ ਵੀ ਪੇਂਟਿੰਗ ਲੱਗੀ ਸਿੱਖਿਆ ਦੀ, ਸੋਲਜਰਸ ਦੀ, ਅਨਨੋਨ ਸੋਲਜਰਸ। ਰਾਇਲ ਕਲੈਕਸ਼ਨ ਦੇ ਵਿੱਚ ਆ ਭਾਈ ਰਾਮ ਸਿੰਘ, ਉਹਨਾਂ ਨੇ ਜਿਨ੍ਹਾਂ ਨੇ ਔਸਬੋਰਨ ਹਾਊਸ ਦੇ ਵਿੱਚ ਕੁਈਨ ਲਈ ਟੀ ਰੂਮ ਬਣਾਇਆ ਸੀ, ਇਹਨਾਂ ਨੂੰ ਲੈ ਕੇ ਆਈ ਸੀ 1892 ਦੇ ਵਿੱਚ। ਆਰਕੀਟੈਕਟ ਸੀ, ਪੂਰਾ ਦਰਬਾਰ ਬਣਾਇਆ ਉਹਨਾਂ ਨੇ ਆਈਲ ਆਫ ਵਾਈਟ ਦੇ ਵਿੱਚ, ਔਰ ਉਹਨਾਂ ਦੀ ਸ਼ੁਕਰਾਨੇ ਲਈ ਪੇਂਟਿੰਗ ਬਕਿੰਗਮ ਪੈਲੇਸ 'ਚ ਕਲੈਕਸ਼ਨ ਵਿੱਚ ਰੱਖੀ ਹੈ। ਮਾਲਬਰੋ ਹਾਊਸ, ਇਹ ਹੈਗਾ ਉੱਥੇ ਇੰਡੀਆ ਰੂਮ ਆ, ਹੁਣ ਤਾਂ ਕਾਮਨਵੈਲਥ ਆਫਿਸ ਹੈ, ਉੱਥੇ ਇੰਡੀਆ ਰੂਮ ਆ ਹੈ ਨਾ। ਉੱਥੇ ਵੀ ਸਾਰਾ ਸਿੱਖਾਂ ਦਾ ਕੁਛ ਨਿਸ਼ਾਨੀ ਨਹੀਂ ਹੈ, all the furniture is made from India, so it's not a strong Sikh link, but it's there। and then Waterloo Place, ਹੁਣ ਅਸੀਂ ਕਹਿੰਦੇ ਜਿਹੜੇ ਰਣਜੀਤ ਸਿੰਘ ਆ, ਰਣਜੀਤ ਸਿੰਘ ਤੋਂ ਬਾਅਦ ਫਿਰ ਸ਼ੇਰ ਸਿੰਘ, ਖੜਕ ਸਿੰਘ, ਪਰ ਉਸ ਤੋਂ ਬਾਅਦ ਕੌਣ ਸੀ? ਜਦੋਂ ਬ੍ਰਿਟਿਸ਼ ਆਏ ਤਾਂ ਫਿਰ ਇੱਕ ਸੀ ਕਿ ਜੌਨ ਲਾਰੈਂਸ, ਹੀ ਵਾਸ ਰੂਲਰ ਆਫ ਦ ਪੰਜਾਬ, ਤੇ ਉਹਦਾ ਸਟੈਚੂ ਲਿਖਿਆ ਰੂਲਰ ਆਫ ਦ ਪੰਜਾਬ ਇਨ ਵਾਟਰਲੂ ਪਲੇਸ ਹੇਅਰ। ਇਹਦੀ ਪਿਕਚਰ ਇੱਥੇ ਲੱਗੀ। ਸੋ ਯੂ ਕੈਨ ਜਸਟ ਵਾਕ ਫਰਮ ਹੇਅਰ। ਉਹਦਾ ਅੱਬਲ ਵੀ ਬੰਦੇ ਇੱਥੇ ਤੁਰਦੇ ਹੀ ਆ, ਦੇਖਦੇ ਹੀ ਆ, ਪਰ ਪਤਾ ਹੀ ਨਹੀਂ ਉਹਨਾਂ ਨੂੰ ਲੱਗਦਾ ਕਿ ਯਾਰ ਇਹ ਤਾਂ ਪੰਜਾਬ ਦਾ ਰੂਲਰ ਲਿਖਿਆ। ਪਰ ਬੜੇ ਸ਼ਰਮ ਆਉਂਦੀ ਹੈ, ਸਾਲ ਨਿਕਲ ਗਏ, ਮੁੱਦਤਾਂ ਨਿਕਲ ਗਈਆਂ ਲੰਡਨ 'ਚ ਰਹਿੰਦਿਆਂ ਨੂੰ, ਤੇ ਯੂ ਨੋ ਇਹ ਕਿਉਂਕਿ ਦੇਖੋ ਇਹ ਕਸੂਰ ਤੁਹਾਡੇ ਲੋਕਾਂ ਦਾ ਕਿ ਤੁਸੀਂ ਦੱਸਿਆ ਨਹੀਂ ਲੋਕਾਂ ਨੂੰ ਕਸੂਰ ਮੈਂ ਤੁਹਾਡੇ ਤੇ ਬਲੇਮ ਕਰਦਾ। ਥੈਂਕ ਯੂ ਜੀ। ਨਹੀਂ ਇੱਕ ਦੇਖੋ ਰਬ, ਇੱਕ ਗੱਲ ਬੜੀ ਇੰਟਰਸਟਿੰਗ ਹੈਗੀ ਹੈ, ਇਹ ਪਤਾ ਕਿ ਸ਼ੌਂਕ ਦਾ ਵੀ ਗੱਲ ਹੁੰਦਾ, ਸ਼ੌਂਕ ਬੰਦੇ ਨੂੰ ਪਾਉਣਾ ਵੀ ਚਾਹੀਦਾ ਹੈ। ਮੈਨੂੰ ਤਕਰੀਬਨ 3-4 ਵੀਕ ਜਦੋਂ ਮੈਨੂੰ ਤੁਹਾਡੇ ਬਾਰੇ ਪਤਾ ਲੱਗਿਆ, ਫਿਰ ਮੈਂ ਤੁਹਾਨੂੰ ਲੱਭਣਾ ਸ਼ੁਰੂ ਕੀਤਾ, ਇਨਵੈਸਟੀਗੇਟ ਕੀਤਾ, ਤੁਹਾਨੂੰ ਕਨੈਕਟ ਕੀਤਾ ਕਿਸੇ ਦੇ ਥਰੂ ਲੈ ਕੇ ਕਿ ਇੱਦਾਂ ਦੇ ਬੰਦੇ ਨੂੰ ਲੈ ਕੇ ਉਹ 'ਚ ਦੱਸੀਏ ਕਿ ਕੀ ਹੋ ਰਿਹਾ। ਸੋ ਯੂ ਨੋ ਇੱਦਾਂ ਹੁਣ ਕੁਛ ਪਤਾ ਲੱਗੇਗਾ। ਦੇਖੋ ਜਿੱਦਾਂ ਤੁਸੀਂ ਕਹਿੰਦੇ ਫੇਸਬੁੱਕ ਦੇ ਉੱਪਰ ਆਪਣੇ ਬਜ਼ੁਰਗ ਸਾਰੇ ਨਹੀਂ ਦੇਖ ਸਕਦੇ ਹੈਗੇ, ਉਹਨਾਂ ਨੇ ਜੇ ਰਿਸਰਚ ਕਰਨਾ ਹੋਵੇ ਵੈਬਸਾਈਟ 'ਤੇ ਨਹੀਂ ਕਰ ਸਕਦੇ, ਬੜਾ ਮੁਸ਼ਕਿਲ ਹੁੰਦਾ। ਅਕਾਲ ਚੈਨਲ ਦੇਖਿਆ ਕਰੋ, ਸਭ ਕੁਝ ਦਿਖਾਵਾਂਗੇ ਤੁਹਾਨੂੰ। ਓਨੈਸਟਲੀ ਮੇਰਾ ਇਹੀ ਮਕਸਦ ਹੁੰਦਾ ਕਿ ਜੋ ਲੋਕ ਆਪਣੇ ਘਰ ਬੈਠ ਕੇ ਨਹੀਂ ਦੇਖ ਸਕਦੇ, ਜਿਨ੍ਹਾਂ ਨੂੰ ਪਾਸ ਫੈਸਿਲਿਟੀ ਨਹੀਂ ਹੈਗੀ ਲੈਪਟਾਪ ਦੀ ਜਾਂ ਆਪਣਾ ਤੁਸੀਂ ਪੈਡ ਨਹੀਂ ਯੂਜ਼ ਕਰ ਸਕਦੇ, ਪਲੀਜ਼ ਤੁਸੀਂ ਵਾਚ ਕਰੋ। ਅਸੀਂ ਹਮੇਸ਼ਾ ਕੋਸ਼ਿਸ਼ ਕਰਾਂਗੇ ਕੁਛ ਇੱਦਾਂ ਦੇ ਪ੍ਰੋਗਰਾਮ ਲੈ ਕੇ ਆਈਏ। ਨਹੀਂ ਪਰ ਮੇਰਾ ਵੀ ਮਕਸਦ ਇਹੀ ਹੈ ਕਿ ਸਾਰੇ ਆਉਣ ਹੈ ਨਾ। ਮੈਂ ਪੂਰੇ ਟੂਰਸ
ਡਿਸੇਬਿਲਿਟੀ ਫ੍ਰੈਂਡਲੀ ਵੀ ਬਣਾਏ, ਛੋਟੇ ਵੀ ਬਣਾਏ ਤੁਹਾਨੂੰ ਕਲਚਰ ਨਾਲ ਜੋੜ ਲੈਣਾ ਨਾ, ਫਿਰ ਸਭ ਕੁਝ ਇੱਥੇ ਹੋ ਜਾਏਗਾ। ਅਸੀਂ ਕੋਸ਼ਿਸ਼ ਤਾਂ ਪੂਰੀ ਕਰਦੇ ਆ। ਦੇਖੋ ਅਸੀਂ ਪੰਜਾਬੀ 'ਚ ਕਰਦੇ, ਇੰਗਲਿਸ਼ 'ਚ ਕਰਦੇ, ਜੇ ਇਟਾਲੀਅਨ ਜਾਂ ਫਰੈਂਚ 'ਚ ਬੋਲਣੀ ਉਹ ਵੀ ਕਰ ਲੈਂਦੇ। ਸਾਡੀ ਜਿਹੜੀ ਟੀਮ ਆ ਜਰਮਨ ਸਪੈਨਿਸ਼ ਵਿੱਚ ਵੀ ਕਰ ਲੂਗੇ ਹੈ ਨਾ ਟੂਰ ਸਾਡੇ ਲਈ। ਵੀ ਡੋਂਟ ਹੈਵ ਅ ਪ੍ਰੋਬਲਮ ਹੈ ਨਾ। ਪਰ ਮੇਰਾ ਪ੍ਰੋਬਲਮ ਇਹ ਹੈ ਕਿ ਜੇ ਨਾ ਆ ਜਾਓ ਬਸ, ਸਾਡੇ ਕੋਲ ਮਾਰਕੀਟਿੰਗ ਬਜਟ ਜ਼ੀਰੋ ਹੈ ਨਾ। ਪਰ ਜਿੰਨਾ ਤੁਸੀਂ ਖੁਸ਼ ਹੋ। ਵਾਟਸ ਯੂਰ ਫਿਊਚਰ ਪਲਾਨਸ ਕੀ ਹੈਗੇ? ਹੁਣ ਅਸੀਂ ਆਪਣਾ ਜਿਹੜਾ ਰਿਸਰਚ ਆ ਹੁਣ ਅਸੀਂ ਪਬਲਿਸ਼ ਕਰਦੇ ਹਾਂ ਹੌਲੀ ਹੌਲੀ ਹੈ ਨਾ। ਇੱਕ ਚੈਪਟਰ ਇੱਕ ਲੰਡਨ ਬਾਰੇ ਦੇ ਵਿੱਚ ਲਿਖਦੇ ਹਾਂ। I've got 32 chapters to write ਨਾ। ਮੈਂ ਹੁਣ ਚੌਥੇ 'ਤੇ ਪਹੁੰਚ ਗਿਆ ਹਾਂ। ਰਿਸਰਚ ਸਾਰਾ ਕੀਤਾ ਆ, ਪੈਨ ਡਰਾਈਵਸ ਬਹੁਤ ਰੱਖੀਆਂ ਘਰ, ਫੋਟੋਆਂ ਦੀਆਂ, ਰਾਈਟਿੰਗ ਦੀਆਂ। ਪਰ ਉਹ ਵੀ ਜਿਹੜਾ ਰਾਈਟਿੰਗ ਸਟਾਈਲ ਆ ਉਹ ਵੀ ਮੁਸ਼ਕਿਲ ਲੱਗਦਾ ਮੈਨੂੰ ਹੈ ਨਾ। ਤਾਂ ਫਿਰ ਉਹਦੇ ਨਾਲ ਵੀ ਸਹਾਇਤਾ ਹੁੰਦੀ ਹੈ। ਹੁਣ 2 ਬੰਦੇ ਮੇਰੇ ਨਾਲ ਕੰਮ ਕਰਦੇ ਆ। ਪਹਿਲੀ ਇੱਕ ਇੰਗਲਿਸ਼ ਦੀ ਗ੍ਰੈਜੂਏਟ ਹੈ ਅਤੇ ਇੱਕ ਸਾਡੇ ਭੈਣ ਜੀ ਸਰਬਜੀਤ ਹੈ, ਉਹ ਵੀ ਕਰਦੇ ਨਾਲ ਕੰਮ। ਤੁਸੀਂ ਇਹ ਕੰਮ ਕਰਦੇ ਬਸਾਇਦ ਤੁਹਾਡਾ ਆਪਣਾ ਪ੍ਰੋਫੈਸ਼ਨ ਹੈਗਾ, ਇਹ ਤੁਸੀਂ ਪਾਰਟ ਟਾਈਮ ਕਰਦੇ ਹੋ ਸਾਰਾ? ਕਰਨਾ ਤਾਂ ਇੱਦਾਂ ਹੋਣਾ ਚਾਹੀਦਾ। ਦੇਖੋ ਪਹਿਲਾਂ ਤਾਂ ਤੁਹਾਡੀ ਹੈਲਥ ਆ, ਫਿਰ ਹੈਗਾ ਤੁਹਾਡਾ ਪਰਿਵਾਰ ਆ, ਫਿਰ ਹੈਗਾ ਵਰਕ ਆ ਹੈ ਨਾ, ਫਿਰ ਆ ਗਈ ਸਿੱਖ ਹਿਸਟਰੀ। ਫਿਰ ਮੈਂ ਹੀ ਆ ਜਿਹੜਾ ਉਲਟਾ ਕਰਦਾ, ਪਹਿਲਾਂ ਸਿੱਖ ਹਿਸਟਰੀ ਕਰਦਾ, ਫਿਰ ਕੰਮ ਦੇਖਦਾ, ਫਿਰ ਫੈਮਿਲੀ ਵੱਲ ਦੇਖਦਾ, ਫਿਰ ਹੈਲਥ। ਜੇ ਮੇਰੀ ਵਾਈਫ ਨੂੰ ਪੁੱਛੋ ਉਹਨਾਂ ਨੇ ਕਹਿ ਤਾਂ everything gets dropped for Sikh history ਹੈ। ਪਰ ਘਰ ਦੇ ਕਹਿੰਦੇ ਨੇ ਕਿੱਧਰ ਨੂੰ ਤੁਰ ਪਿਆ ਹੁਣ ਘਰ। ਇਹ ਸਹੀ ਗੱਲ ਹੈ ਭਾਜੀ, ਇਹ ਤਾਂ ਸਹੀ ਗੱਲ ਹੈ। ਪਰ ਕਰਨ ਦਿੰਦੇ ਆ, ਹਜੇ ਵੀ ਕਰਨ ਦਿੰਦੇ। ਸਹੀ ਸਕੇ ਯਾਰ ਆਮ ਸ਼ੋਰ ਤੁਸੀਂ ਕਰਦੇ ਹੋਗੇ। ਹੁਣ ਫਿਰ ਆਪਾਂ ਗੱਲ ਕਰਦੇ ਆ ਇਹ ਜਿਹੜੀ ਤੁਸੀਂ ਹੁਣ ਕਰਦੇ ਹੋ। ਮੈਂ ਜੇ ਦੇਖੋ ਸਮਰ ਬੜੀ ਛੋਟੀ ਹੁੰਦੀ ਹੈ ਉੱਦਾਂ ਵੀ, ਅਗਰ ਜੇ ਤੁਸੀਂ ਇੱਦਾਂ ਕਰਨਾ ਬੱਚਿਆਂ ਨੂੰ ਦਿਖਾਉਣਾ ਹੋਵੇ, ਕਿਉਂ ਨਹੀਂ ਸਕੂਲਾਂ ਨੂੰ ਅਪਰੋਚ ਕੀਤਾ ਜਾਵੇ? ਉਹ ਬੱਚੇ ਜਿਨ੍ਹਾਂ ਨੇ ਜਾਣਾ ਨਾ ਕਿ ਸਿਰਫ ਸਿੱਖਾਂ ਦੇ, ਵਾਈਡਰ ਕਮਿਊਨਿਟੀ ਵੀ ਹੋਵੇ, ਗੋਰੇ ਵੀ ਹੋਣ ਉਹਦੇ ਵਿੱਚ। ਕਿਉਂਕਿ ਅਗਰ ਅਸੀਂ ਆਪਣਾ ਜੋ ਦਿਖਾਣਾ ਆਪਣੀ ਹਿਸਟਰੀ, ਕਦੇ ਸਿੱਖਾਂ ਬੱਚਿਆਂ ਨੂੰ ਕਿਉਂ ਦਿਖਾਇਆ ਜਾਵੇ? ਜਿਹੜੇ ਦੂਜੇ ਉਹਨਾਂ ਨੂੰ ਵੀ ਦਿਖਾਉਣੀ ਚਾਹੀਦੀ ਨਾ। ਤਾਂ ਉਹਨਾਂ ਨੂੰ ਵੀ ਜਿਹੜਾ ਸਿੱਖ ਬੱਚਾ ਕਿ ਗੋਰੇ ਨਾਲ ਬੈਠੇਗਾ ਪ੍ਰਾਊਡ ਫੀਲ ਕਰੇਗਾ ਕਿ ਉਹ ਗੋਰੇ ਨੂੰ ਪਤਾ ਹੋਏਗਾ ਕਿ ਇਹ ਕਿਹੜੀ ਰਿਲੀਜਨ ਤੋਂ ਆ ਰਿਹਾ ਬੱਚਾ ਹੈ, ਇਹਦੀ ਬੈਕਗਰਾਊਂਡ ਕੀ ਹੈਗੀ ਹੈ। ਨਹੀਂ ਹੁਣ ਅਸੀਂ ਸਕੂਲ 'ਚ ਜਾਂਦੇ, ਇਸ ਫਰਾਈਡੇ ਵੀ ਮੇਰਾ ਇੱਕ ਪ੍ਰੋਗਰਾਮ ਆ ਪੂਰੇ ਸਕੂਲ ਦੇ ਵਿੱਚ ਜਾਣ ਦਾ। ਪਰ ਵੇਅਰ ਸਮੋਲ ਵੀ ਆਲ ਡੂ ਅ ਲਿਟਲ ਬਿਟ ਨਾ, ਸਾਰੇ ਜੁੜ ਕੇ ਮੈਂ ਆਪਣੇ ਪ੍ਰੈਜੈਂਟੇਸ਼ਨ ਦੇ ਦਿੰਦਾ। ਮੈਂ ਕਹਿੰਦਾ ਤੁਸੀਂ ਵੀ ਯੂਜ਼ ਕਰੋ। ਕੋਈ ਪੇਰੈਂਟ ਹੈਗਾ, ਪੇਰੈਂਟ ਟੀਚਰਸ 'ਚ ਡਾਊਨਲੋਡ ਕਰੋ, ਲੈ ਜਾਓ, ਤੁਸੀਂ ਸਲਾਈਡਸ ਦਿਖਾ ਕੇ ਕਰ ਲਓ ਹੈ ਨਾ। 20 ਮਿੰਟ ਦਾ ਪ੍ਰੈਜੈਂਟੇਸ਼ਨ ਹੁੰਦਾ ਅਸੈਂਬਲੀ ਦੇ ਵਿੱਚ ਹੈ ਨਾ। ਸਾਰੇ ਬਣਾਏ ਆ ਅਸੀਂ ਹੈ ਨਾ, ਅਤੇ ਕਿੰਨਿਆਂ ਨੇ ਨਾਲ ਬਣਾਏ ਆ ਸਾਡੇ ਨਾਲ ਹੈ ਨਾ। ਰਿਸੋਰਸਿਸ ਹੀ ਹੁੰਦੇ ਹੈ ਨਾ। ਕਈ ਕਹਿੰਦੇ ਸਾਡੇ ਕੋਲ ਬਣਾ ਨਹੀਂ ਹੁੰਦੇ, ਲੈ ਜਾਓ ਅਤੇ ਕਰ ਲਓ। ਇਟਸ ਨੋਟ ਕੋਈ ਕਾਪੀਰਾਈਟ ਨਹੀਂ ਅਸੀਂ ਰੱਖਿਆ ਇਹ ਚੀਜ਼ਾਂ। ਬੜੇ ਘੱਟ ਨੇ। ਸਾਡੀ ਭੈਣ ਸ਼ਰਜੀਤ ਪ੍ਰੋਗਰਾਮ ਦੇਖਦੇ ਹੋਣਗੇ। ਮੈਂ ਤੁਹਾਨੂੰ ਵੀ ਸੱਚੀ ਕਹਿੰਦਾ, ਆਈ ਟੇਕ ਮਾਈ ਹਾਰਟ ਆਫ ਟੂ ਯੂ। ਬੜੀ ਸੇਵਾ ਕਰਦੇ ਨੇ ਕਮਿਊਨਿਟੀ, ਬਹੁਤ ਸੇਵਾ ਕਰਦੇ ਨੇ, ਬਹੁਤ ਸੇਵਾ ਕਰਦੇ ਨੇ ਉਹ। ਯੂ ਨੋ ਸ਼ੀ ਇਜ਼ ਸੋ ਬਿਜ਼ੀ, ਔਰ ਆਪਣਾ ਦਿਮਾਗ ਬਿਜ਼ੀ ਰੱਖਦੇ ਨੇ, ਫਿਟ ਰਹਿੰਦੇ ਨੇ। ਆਪਣਾ ਬੰਦਾ ਬਿਮਾਰੀ ਭੁੱਲ ਜਾਂਦਾ ਥੋੜ੍ਹੀ ਦੇਰ ਲਈ। ਯੂ ਨੋ ਤੁਸੀਂ ਇੱਦਾਂ ਦੀ ਚੀਜ਼ਾਂ ਦੇ ਪਿੱਛੇ ਲੱਗ ਜਾਵੋ ਅਤੇ ਤੁਹਾਡਾ ਨਾ ਥੋੜ੍ਹੀ ਥਿੰਕਿੰਗ, ਤੁਹਾਡਾ ਬ੍ਰੇਨ, ਤੁਹਾਡੀ ਸਿਹਤ ਬੜਾ ਫਰਕ ਪੈ ਜਾਂਦਾ ਉਹਦੇ ਵਿੱਚ। ਹਾਂਜੀ ਨਹੀਂ ਸਹੀ ਹੈ ਤੁਹਾਡੀ ਗੱਲ। ਭਾਜੀ ਆਪਾਂ ਗੱਲਾਂ ਤਾਂ ਕਰਦੇ ਰਹਾਂਗੇ ਬਿਕੋਜ਼ ਟਾਈਮ ਹੋਰ ਬੜੇ ਕੁਐਸਚਨ ਹੈਗੇ ਨੇ। ਟੇਕ ਯੂਰ ਟਾਈਮ। ਤੁਸੀਂ ਮੈਂ ਚਾਹਾਂਗਾ ਕੈਮਰੇ ਵੱਲ ਦੇਖ ਕੇ ਬਜ਼ੁਰਗਾਂ ਨੂੰ, ਬੱਚਿਆਂ ਨੂੰ ਕੀ ਕਹਿਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ? ਖੁੱਲ੍ਹੇ ਤਰੀਕੇ ਨਾਲ ਲਵੋ। ਪਰ ਇਹੀ ਹੁੰਦਾ ਕਿ ਜਿਹੜੀ ਜਰਨੀ ਹੁੰਦੀ ਹੈ ਨਾ ਲਾਈਫ ਦੀ, ਇਹ ਆਪਣੀ ਜਰਨੀ ਹੈ। ਐਵਰੀ ਪਰਸਨਸ ਗੋਟ देयर ਓਨ ਸਟੋਰੀ ਹੈ ਨਾ। ਅਤੇ ਜਿਹੜੇ ਅਸੀਂ ਇੱਥੇ ਦੇ ਜੰਮੇ ਪਲੇ ਆ, ਇਹ ਸਾਡੀ ਬ੍ਰਿਟਿਸ਼ ਸਿੱਖ ਸਟੋਰੀ ਹੈ। we can look in our own history here in Britain and we can be stronger, we can contribute. And ਮੈਂ ਹਰੇਕ ਬੱਚੇ ਨੂੰ ਪੰਜਾਬੀ ਸਕੂਲ 'ਚ ਕਹਿੰਦਾ ਇਹ ਇਟਸ ਵਨ ਆਫ ਦ ਫਿਊ ਕੰਟਰੀਜ਼ ਇਨ ਦ ਵਰਲਡ ਵਿੱਚ ਜੇ ਤੁਸੀਂ ਆਰਟਿਸਟ ਬਣਨਾ ਤੁਸੀਂ ਕਮਾਈ ਕਰ ਸਕਦੇ ਹੋ। ਜੇ ਤੁਸੀਂ ਡਾਕਟਰ ਬਣਨਾ ਕਮਾਈ ਤਾਂ ਹੋ ਹੀ ਜਾਣੀ ਹੈ। ਪਰ ਯੂ ਗੋਟ 100 ਫੀਲਡਸ ਹੈ। ਤੁਸੀਂ ਇੰਜੀਨੀਅਰ ਬਣਨਾ, ਜੋ ਬਣਨਾ। ਪਰ ਸਿੱਖੀ ਤੋਂ ਯੂ ਕੈਨ ਡਰੋ ਅ ਲੋਟ ਆਫ ਸਟਰੈਂਥ ਫਰੋਮ ਸਿੱਖੀ ਫॉर योर ਓਨ ਪੈਸ਼ਨ ਹੈ ਨਾ। ਅਸੀਂ ਆਪ ਕੀਤਾ ਹੈ ਨਾ। ਵੀ ਵਰਕ ਇਨ ਅ ਫੀਲਡ ਵੇਅਰ ਵੀ ਸੀ ਵੈਰੀ ਫਿਊ ਸਿੱਖਸ। ਜਿਹੜਾ ਮੇਰਾ ਆਪਣਾ ਪ੍ਰੋਫੈਸ਼ਨਲ ਫੀਲਡ ਹੈ, very few Sikhs work in my field, but we draw strength from it, from our own history, and that's all I want kids to do really. Apni history to thoda strength la lo and you can make a living in England. नहीं, बहुत अच्छी awareness है, बहुत अच्छी awareness honestly, because देखो मैं हमेशा हर दफ़ा विच गल करदे काल चैनल की गल आई जाती है बिकॉज टॉप रैंकिंग चैनल है। साडी रीच बड़ी दूर तक हैगी है। 157 कंट्रीज, over 1 million ਬੰਦਾ ਟਿਊਨ ਕਰਦਾ, 40 million a month, 600,000 on the YouTube ਦੇ ਉੱਪਰ ਸਾਡੇ ਹੈਗੇ ਸਬਸਕ੍ਰਾਈਬਰਸ, 1.7 on Facebook। ਹਾਲਾਂਕਿ ਸਾਡੇ ਬਜ਼ੁਰਗ ਦੇਖ ਨਹੀਂ ਪਾਉਂਦੇ, ਫਿਰ ਵੀ 1.7 Facebook ਉੱਪਰ ਹੈਗੇ ਨੇ। ਅਤੇ ਬੜਾ ਵੱਡਾ ਅਸੀਂ ਕੋਸ਼ਿਸ਼ ਕਰੀਦੇ, ਕੋਈ ਵੀ ਜਿੱਦਾਂ ਇੱਦਾਂ ਦੀ ਚੀਜ਼ਾਂ ਹੁੰਦੀਆਂ, ਇੱਦਾਂ ਦੇ ਬੰਦੇ ਹੈਗੇ ਨੇ ਜੋ ਅਸੀਂ ਹੀਰੇ ਲੱਭ ਕੇ ਆਉਂਦੇ ਹਾਂ ਤੁਹਾਡੇ ਪਾਸ, ਜੋ ਦੁਨੀਆ 'ਚ ਸੇਵਾ ਕਰਦੇ ਨੇ ਆਪਣੀ ਕਮਿਊਨਿਟੀ ਲਈ। ਉਹ ਜ਼ਰੂਰ
ਮੇਰਾ ਮਕਸਦ ਬਣਦਾ ਕਿ ਤੁਹਾਡੇ ਪਾਸ ਇੰਟਰੋਡਿਊਸ ਕੀਤਾ ਜੇ, ਤੁਹਾਨੂੰ ਦਿਖਾਇਆ ਜਾਵੇ। ਰਵ ਤੁਸੀਂ ਗੱਲ ਕਰਦੇ ਸੀ ਇਹਦੀ ਸਿਟੀ ਬਿਜ਼ਨਸ ਗਰੁੱਪ ਦਾ, ਉਹ ਕੀ ਹਿਸਾਬ ਉਹਦਾ? ਨਹੀਂ, ਇਹ ਹੁਣ ਦੇਖੋ ਜਿਹੜੇ ਵੀ ਬੈਂਕਸ ਆ ਲੰਡਨ ਦੇ ਵਿੱਚ, ਜੇ ਤੁਸੀਂ ਦੇਖੋ ਬਾਰਕਲੇਜ਼ ਆ, HSBC, PwC, ਜਿਹੜੇ ਉਹਨਾਂ ਦੇ ਨੈਟਵਰਕਸ ਬਣੇ ਆ, ਸਿੱਖ ਨੈਟਵਰਕਸ, ਦੇ colleagues can find out about Sikhi and the Sikhs can have a group, ਹੈ ਨਾ, ਨੈਟਵਰਕਿੰਗ ਦਾ ਗਰੁੱਪ, ਤੇ ਇਹ ਚੱਲਦੇ ਆ, ਤੇ ਉਹਦੇ ਵਿੱਚ ਵੀ ਪੇਸ਼ ਕਰਨ ਦਾ ਸਾਨੂੰ ਮੌਕਾ ਮਿਲ ਜਾਂਦਾ ਹੁੰਦਾ ਸਾਲ ਦੇ ਵਿੱਚ, ਕੋਈ ਇੱਕ ਕੰਪਨੀ ਲਈ, ਕੋਈ ਦੂਜੀ ਕੰਪਨੀ, ਐਂਡ ਆਈ ਇੰਜੋਏ ਦੋਜ਼ ਬਿਕਾਜ਼ ਆਈ ਗਰੂ ਆਊਟ ਆਫ ਅ ਸਿਟੀ ਜੋਬ, ਹੈ ਨਾ, ਇਨ ਦ ਸਿਟੀ, ਤੇ ਉਹਨਾਂ ਨੂੰ ਵਾਪਸ ਜਾ ਕੇ ਖੜੇ ਹੋ ਕੇ ਆਪਣੀ ਸਿੱਖੀ ਦੇ ਬਾਰੇ ਦੱਸਣਾ, ਤੇ ਉਹਨਾਂ ਨੂੰ ਐਜੂਕੇਟ ਕਰਨਾ, ਇਟਸ ਨਾਈਸ, ਹੈ ਨਾ। ਤੇ ਉਹੀ ਲੰਡਨ ਦੇ ਵਿੱਚ, ਹੈ ਨਾ, ਕਿ ਤੁਸੀਂ ਦੇਖੋ ਆਹ ਦੇਖ ਲਓ ਸੇਂਟ ਪੌਲਸ ਕੈਥੀਡਰਲ, ਉਹ ਦੇਖ ਲਓ ਕਿ ਆਹ ਮੋਨੂਮੈਂਟ ਸਫਾਇਆ ਦਲੀਪ ਸਿੰਘ ਦਾ ਉਹਨਾਂ ਨੇ ਬਣਾਇਆ ਨਿਸ਼ਾਨੀ ਵੈਸਟਮਿੰਸਟਰ ਦੇ ਵਿੱਚ, ਹੈ ਨਾ। ਤੇ ਅਸੀਂ ਆਪ ਨਹੀਂ ਦੇਖਦੇ, ਪਰ ਅਸੀਂ ਦੱਸ ਜਿਹੜਾ ਬੰਦਾ ਲੋਕਾਂ ਦੇ ਸਾਹਮਣੇ ਖੜ ਕੇ ਟੂਰ ਗਾਈਡ ਦੱਸ ਰਿਹਾ ਲੋਕਾਂ ਨੂੰ ਸਿੱਖ ਹਿਸਟਰੀ ਬਾਰੇ, ਤੁਸੀਂ ਦੇਖ ਸਕਦੇ ਹੋ ਬੜੇ ਕੌਨਫੀਡੈਂਟ ਬੈਠੇ ਦੇ, ਬਿਲਕੁਲ ਕੈਮਰਾ ਅੱਛਾ ਨਹੀਂ ਹੈਗੇ, ਫੀਲਿੰਗ ਵੈਰੀ ਮਚ ਐਟ ਹੋਮ, ਬੜਾ ਅੱਛਾ ਲੱਗਦਾ ਪਿਆ। ਬਾਕੀ ਮੇਰੀ ਕੋਸ਼ਿਸ਼ ਹੀ ਹੁੰਦੀ ਹੈ, ਸਟੂਡੀਓ ਮੇਰਾ ਦੂਜਾ ਘਰ ਹੈ, ਤੇ ਮੇਰੀ ਹੌਸਪਿਟੈਲਿਟੀ ਮੇਰਾ ਹੁੰਦਾ ਕਿ ਇਹਨਾਂ ਨੂੰ ਕੰਫਰਟੇਬਲ ਬਣਾਵਾਂ, ਹੈ। ਤੇ ਰਵ ਇੱਕ ਗੱਲ ਮੈਂ ਕੰਟਰਡਿਕਟ ਕਰਨਾ ਮੇਰੇ ਕੁਐਸਚਨ ਨੂੰ, ਬੇਸ਼ੁਮਾਰ ਹਿਸਟਰੀ ਹੈਗੀ ਆ, ਸਿੱਖਾਂ ਦੀ ਬੜੀ ਥੋੜੀ ਹਿਸਟਰੀ ਹੈ, ਪਰ ਜੇ ਦੇਖਿਆ ਜਾਵੇ ਦੂਜੀਆਂ ਜਾਤਾਂ ਨਾਲੋਂ ਹਿਸਟਰੀ ਸਿੱਖਾਂ ਦੀ ਜ਼ਿਆਦਾ ਹੈ। You get the question? It's a rich history, and it's a full history along a lot of different factors, and a lot of different areas. It's not just soldiers, है ना। ਤੁਸੀਂ ਆਰਟਸ ਵੱਲ ਵੀ ਦੇਖ ਲਓ, ਸਿੱਖਾਂ ਦੀ ਬਹੁਤ ਹਿਸਟਰੀ ਆਰਟਸ ਦੇ ਵਿੱਚ ਵੀ ਹੈ। ਤੁਸੀਂ ਟੈਕਨੋਲੋਜੀ ਵਿੱਚ ਵੀ ਦੇਖ ਲਓ, there's a lot of Sikh companies that are doing work in technology, है ना। ਤੁਸੀਂ ਇੰਟਰਨੈਟ ਦਾ ਵੀ ਦੇਖ ਲਓ, ਫਾਊਂਡਿੰਗ ਫਾਦਰ ਸਟੱਡੀਡ ਐਟ ਇੰਪੀਰੀਅਲ ਕਾਲਜ, ਉਹਨਾਂ ਨੇ ਟੈਕਨੋਲੋਜੀ ਬਣਾ ਕੇ ਕੈਲੀਫੋਰਨੀਆ 'ਚ ਹੈਗੇ ਡਾਕਟਰ ਕਪਾਨੀ, ਪਰ ਹੀ ਸਟੱਡੀਡ ਇਨ ਲੰਡਨ। ਖਾਲਸਾ ਜਥਾ ਤਾਂ ਉਹਨਾਂ ਦਾ ਆਨੰਦ ਕਾਰਜ ਉੱਥੇ ਹੀ ਹੋਇਆ ਸੀ, ਹੈ ਨਾ, ਖਾਲਸਾ ਜਥਾ ਗੁਰਦੁਆਰੇ। ਫਰੋਮ ਦੇਅਰ ਹੀ ਮੇਡ ਹਿਜ਼ ਪੇਟੈਂਟਸ। ਨਹੀਂ, ਜਿੱਦਾਂ ਹੁਣ UK ਦੇ ਸਪੈਸ਼ਲ ਲੰਡਨ ਦੇ ਵਿੱਚ ਆਪਣੇ ਵਰਲਡ ਵਾਰ ਦੇ ਸਿੱਖਾਂ ਦੇ ਸਟੈਚੂ ਲੱਗ ਰਹੇ ਸ਼ੁਰੂ ਹੋ ਰਹੇ ਨੇ, ਔਰ ਹੈ ਵੀ ਨੇ ਵਿੱਚ, ਔਰ ਇੱਕ ਇੰਗਲੈਂਡ ਦੇ ਵਿੱਚ ਗੋਰਿਆਂ ਦੀ ਕੰਟਰੀ ਦੇ ਵਿੱਚ ਇੱਕ ਸਿੱਖ ਦਾ ਮੈਮੋਰੀਅਲ ਲੱਗਿਆ ਹੋਵੇ, ਕਿੰਨੀ ਫਖਰ ਦੀ ਗੱਲ ਆ। ਬਹੁਤ ਜੀ, ਬਹੁਤ। ਪਰਸਨਲੀ ਹੁਣ ਐਵਰੀ ਈਅਰ ਨਵਾਂ ਅਨਾਊਂਸਮੈਂਟ ਹੁੰਦਾ ਕਿ ਜਾਂ ਕੋਈ ਗੁਰਦੁਆਰਾ ਜਾਂ ਕੋਈ ਏਰੀਆ, ਹੈ ਨਾ, ਪਰ ਇਫ ਆਈ ਕੈਨ ਦੈਨ ਪਰਸਨਲੀ ਮੈਂ ਉਹੀ ਕਹਿਣਾ ਚਾਹੁੰਦਾ ਕਿ ਜੇ ਕੋਈ ਗੁਰਦੁਆਰਾ ਸਫਾਇਆ ਦਲੀਪ ਸਿੰਘ ਵੱਲ ਦੇਖ ਸਕਦਾ ਹੈ ਨਾ, her ਨਿਸ਼ਾਨੀ will be good। ਹੁਣ ਇੱਕ ਗੌਰਮੈਂਟ ਨੇ ਸ਼ੁਰੂ ਕੀਤਾ ਸੀ, they wanted an Asian face on the £50 note, ਇਹ ਰਿਸ਼ੀ ਦਾ ਕੋਈ ਹੈਗਾ ਪ੍ਰੋਜੈਕਟ, ਹੈ ਨਾ, ਤੇ ਹੁਣ ਆਈ ਜਾਂਦੇ ਆ, ਹੈ ਨਾ, but we should get some Sikh names on there, and Safaya is an ideal name for a £50 note, ਹੈ ਨਾ। ਇੱਕ ਤਾਂ she was mixed heritage, but she was Sikh, she was a princess of Lahore, ਹੈ ਨਾ। ਸੋ ਉਹ ਵੀ ਥੋੜ੍ਹੇ ਆਈਡੀਆਜ਼ ਇੱਦਾਂ ਸਾਨੂੰ ਸੋਚਣਾ ਚਾਹੀਦਾ ਕਿ just spread it a little bit wider than just soldiers, ਹੈ ਨਾ। ਸਟੈਚੂ ਬਣਾਉਣੇ ਸਾਡੇ ਕੋਲ 7-8 ਸੋਲਜਰਸ ਆ ਹੁਣ, ਪਰ ਲੇਕਿਨ ਨਹੀਂ, ਉਹ ਮੈਂ ਤੁਹਾਡੀ ਗੱਲ ਮੰਨਦਾ ਦੂਜਿਆਂ ਦੀ, ਪਰ ਜਿਹੜੀ ਸੋਲਜਰਸ ਦੀ ਹੈਗੀ ਹੈ ਯਾਰ, ਉਹ ਬੜੀ ਵੱਡੀ ਦੇਣ ਹੈਗੀ, ਬਹੁਤ ਹੈਗੀ ਆ ਦੇਣ, ਬਹੁਤ ਵੱਡੀ ਦੇਣ। ਉਹ ਕਿਹੜੀ ਮਾਂ ਚਾਹੇਗੀ ਕਿ ਮੇਰਾ ਪੁੱਤਰ ਨੂੰ ਮੈਂ ਗਨ ਫੜਾ ਕੇ ਕਹਾਂ ਕਿ ਜਾ ਤੂੰ ਫਰੰਟ ਤੇ ਜਾ? ਨਹੀਂ, ਦੇਖੋ ਅਸੀਂ ਟੂਰ ਗਰੁੱਪਸ ਬੈਲਜੀਅਮ, ਫਰਾਂਸ ਲੈ ਕੇ ਜਾਂਦੇ, ਅਸੀਂ ਉੱਥੇ ਲੈ ਕੇ ਜਾਂਦੇ ਜਿੱਥੇ ਸੋਲਜਰਸ ਨੇ ਆਪਣੇ ਦਸਤਾਰਾਂ ਧੋਈਆਂ, ਰਿਵਰ, ਮੈਂ ਉੱਥੇ ਰਿਵਰ 'ਤੇ ਲੈ ਕੇ ਜਾਂਦਾ, ਉੱਥੇ ਬੱਚਿਆਂ ਨੂੰ ਬਿਠਾਉਂਦਾ ਜਿੱਦਾਂ ਸੋਲਜਰਸ 100 ਸਾਲ ਪਹਿਲਾਂ ਬੈਠੇ ਸੀ ਆਪਣੀਆਂ ਦਸਤਾਰਾਂ ਵਿਛਾ ਕੇ। ਫਿਰ ਉਹ ਬੱਚੇ ਨੇ ਕਦੀ ਭੁੱਲਣਾ ਨਹੀਂ ਉਹ ਚੀਜ਼, ਕਦੇ ਉਹਨਾਂ ਨੇ 100 ਸਾਲ ਪਹਿਲਾਂ ਦੀ ਫੋਟੋ ਲਗਾ ਕੇ ਉਹਨਾਂ ਨੂੰ ਉਸ ਪੋਜੀਸ਼ਨ, ਬੰਦੇ ਦੀ ਅੱਖਾਂ ਖੁੱਲ ਜਾਂਦੀਆਂ ਨਾ ਕਿ ਸੁਣ ਕੇ ਏਦਾਂ ਅੰਦਰ ਉਹਨਾਂ ਦੇ ਵਿੱਚ ਪੈਦਾ ਹੋ ਜਾਂਦਾ ਕਿ ਵਾਓ, ਹੁਣ ਨਹੀਂ ਮੈਂ ਆਪਣੀ ਦਸਤਾਰ ਲਾਣੀ, ਹੁਣ ਨਹੀਂ ਮੈਂ ਵਾਲ ਕੱਟਣੇ। ਅਸੀਂ ਇੱਕ ਦੈਟਸ ਆਵਰ ਵਰਕ, ਹੈ ਨਾ। ਸਿੱਖੀ ਵੱਲ ਕਲੋਸ ਰਹੋ, ਹੈ ਨਾ, ਐਂਡ ਯੂ ਬੀ ਓਕੇ, ਹੈ ਨਾ। ਸੋ ਦੈਟਸ ਵਾਟ ਵੀ ਡੂ। ਮੈਂ ਮੰਨਦਾ ਆ ਬਹੁਤ ਹਿਸਟਰੀ ਆ ਸਿੱਖ ਸੋਲਜਰਸ ਦੀ, ਬਟ ਜੇ ਗੋਰਿਆਂ ਨੂੰ ਪੁੱਛੋ they always say Sikh soldiers, ਹੈ ਨਾ, you're very good martial artist, ਪਰ ਅਸੀਂ ਸੰਤ ਸਿਪਾਹੀ ਆ, ਸੰਤਾਂ ਦੇ ਕੰਮ ਵੀ ਬਹੁਤ ਆ, ਹੈ ਨਾ, ਸੇਵਾ ਤੁਸੀਂ ਦੱਸੀ ਆ ਬਹੁਤ ਆ, ਪਰ all I'm saying is it's a lot of fields, a lot of fields have a lot of Sikh history, and we are focused on the war, which is fine, ਹੈ ਨਾ, but there's a lot of other fields as well that is an area for exploration, ਹੈ ਨਾ। ਅਸੀਂ ਹੁਣ ਖੋਜ ਕਰਾਂਗੇ, ਲੱਭਾਂਗੇ ਸਟੋਰੀਆਂ, ਹੀਰੇ ਉਹ ਲੱਭਾਂਗੇ, ਫਿਰ ਅਸੀਂ ਪੇਸ਼ ਕਰਾਂਗੇ। But then you had plenty of time to do your homework lockdown ਦੇ ਵਿੱਚ, ਤੁਸੀਂ ਘਰ ਬੈਠ ਕੇ ਕਾਫੀ ਇਹ ਹੋਮਵਰਕ ਅਸੀਂ ਪਹਿਲਾਂ ਕੀਤਾ ਹੈ, ਬਹੁਤ ਪਹਿਲਾਂ ਕੀਤਾ ਹੈ। ਇਹ ਲੋਕਡਾਊਨ 'ਚ ਤਾਂ ਅਸੀਂ ਹੁਣ ਵੈਬਸਾਈਟ ਬਣਾਉਂਦੇ ਆ, YouTube ਦੇ ਵੀਡੀਓਜ਼ ਬਣਾਉਂਦੇ, ਕਹਾਣੀਆਂ ਤਾਂ ਇੱਦਾਂ ਨਿਕਲ ਜਾਂਦੀਆਂ, ਪਰ ਇਹ ਕੰਮ ਅਸੀਂ ਬਚਪਨ ਤੋਂ ਸ਼ੁਰੂ ਕੀਤਾ ਹੈ, ਕਾਫੀ ਕਲੈਕਸ਼ਨ ਘਰ ਬਣਾਈ ਆ। ਹੁਣ ਤੇ ਸਾਲ ਖਤਮ ਹੋਣ ਵਾਲਾ, ਕੁਝ ਨਹੀਂ ਹੋਏਗਾ। ਬਾਕੀ ਜੇ ਬਿਮਾਰੀ ਦੀ ਗੱਲ ਕਰੋ, 2 ਤਰੀਕ ਨੂੰ ਬੇਸ਼ੱਕ ਖੁੱਲ੍ਹ ਰਿਹਾ, ਪਰ ਹਾਲੀ ਅੱਜ ਪ੍ਰਾਈਮ ਮਿਨਿਸਟਰ ਨੇ ਵੀ ਉਹਨੇ ਸਪੀਚ ਦਿੱਤੀ, ਥਰਸਡੇ ਕਨਫਰਮ ਹੋਏਗਾ ਕਿ ਕਿਹੜੇ ਏਰੀਏ 'ਚ ਹਾਲੀ ਰਿਸਟ੍ਰਿਕਸ਼ਨ ਰੱਖਣਗੇ, ਕਿੱਥੋਂ ਖੋਲ੍ਹ ਦੇਣਗੇ ਥੋੜ੍ਹਾ ਬਹੁਤਾ।
ਜਾਸਤੀ ਖੋਲ ਰਹੇ ਪਰ ਜਿਹੜੇ ਹਾਈ ਰਿਸਕ ਵਾਲੇ ਉੱਥੇ ਟਾਈਟ ਵੀ ਹੋ ਰਹੇ ਨੇ। ਹੁਣ ਤੁਹਾਡਾ ਪਲਾਨ ਕੀ ਨੈਕਸਟ ਈਅਰ ਦਾ, ਤੁਸੀਂ ਰੱਖੋਗੇ ਸਾਰਾ ਕੁਝ? ਸਰ ਇਸ ਸਾਲ ਸਾਡੇ ਕੋਲ ਕਾਫੀ ਟੂਰਸ ਪਲਾਨ ਹੋਏ ਸੀ, 3-4 ਟੂਰ ਸੀਗੇ, ਲੰਡਨ ਟੂਰ ਸੀਗੇ, UK ਦੇ ਟੂਰਸ, ਕਾਫੀ ਕੋਚਾਂ ਬੁੱਕ ਕੀਤੀਆਂ ਸੀ, ਸਾਰੀਆਂ ਅਸੀਂ ਕੈਂਸਲ ਕਰਤੀਆਂ ਸੀ ਨੈਚੁਰਲੀ। ਹਾਂ ਕੈਂਸਲ। ਹੁਣ ਮੈਨੂੰ ਹਜੇ ਵੀ ਮੈਂ ਜੀ ਕੰਫਰਮ ਬੁਕਿੰਗ ਨਹੀਂ ਕੀਤੀ, ਪਰ ਨੈਕਸਟ ਸੈਪਟੈਂਬਰ ਤੋਂ ਫਰਾਂਸ ਸ਼ੁਰੂ ਕਰ ਲਾਂਗੇ। ਅਪ੍ਰੈਲ ਤੋਂ ਅਸੀਂ ਵਿਸਾਖੀ ਤੋਂ ਲੈ ਕੇ ਅਕਤੂਬਰ ਤੱਕ ਅਸੀਂ ਟੂਰਸ ਕਰਦੇ ਲੰਡਨ ਵਿੱਚ, 3-4 ਫਿਰ ਯੂਰਪ ਤੇ ਕਰ ਲੈਂਦੇ ਆ ਤੇ 2-3 UK ਦੇ ਕਰਦੇ, ਪੰਜਾਬੀ ਸਕੂਲਾਂ ਦੇ ਨਾਲ, ਪਾਰਟਨਰਸ ਦੇ ਨਾਲ। ਇਹ ਤਾਂ ਲੱਗ ਨਹੀਂ ਆ ਜੋ ਵੈਨ ਇਟਸ ਸੇਫ ਟੂ ਡੂ ਸੋ, ਹੈ ਨਾ। ਉੱਦਾਂ ਤਾਂ ਗੌਰਮੈਂਟ ਕਹਿੰਦੀ ਕਰ ਲਓ ਟੂਰਸ, ਇਟਸ ਕੁਆਲੀਫਾਈਡ ਐਜ਼ ਅ ਬਿਜ਼ਨਸ, ਬਟ ਆਈ ਸੇ ਇਹ ਤਾਂ ਸਾਡੀ ਸੇਵਾ ਹੈ, ਇਸ ਨਾਲ। ਹਾਂ ਪਰ ਐਜ਼ ਲੌਂਗ ਐਜ਼ ਤੁਸੀਂ ਸੇਫਟੀ ਲੈਂਦੇ ਹੋ। ਨਹੀਂ ਪਰ ਜਦੋਂ ਦੇਖਿਆ ਜਾਵੇ ਆਪਣੇ ਬਹੁਤ ਲੋਕ ਰਿਸਕ ਨਹੀਂ ਲੈਣਗੇ, ਬੇਸ਼ੱਕ ਦੀ ਗਵਰਨਮੈਂਟ ਨੇ ਕਹਿ ਦਿੱਤਾ, ਲੇਕਿਨ ਫਿਰ ਵੀ ਲੋਕੀ ਬੀ ਕੇਅਰਫੁਲ। ਦੇਖੋ ਬਿਮਾਰੀ ਹੈਗੀ ਹੈ, ਤੁਹਾਨੂੰ ਪਤਾ ਹੈ 20,000-21,000 ਬੰਦਾ ਨਵਾਂ ਇਨਫੈਕਟ ਹੁੰਦਾ ਪਿਆ ਬਿਮਾਰੀ ਦੇ ਨਾਲ, 500-600 ਬੰਦਾ ਹਰ 24 ਘੰਟੇ ਮਰਦਾ। ਦ ਡਿਜ਼ੀਜ਼ ਇਜ਼ ਆਊਟ ਦੇਅਰ, ਇਟਸ ਅ ਕਿਲਰ। ਪਲੀਜ਼ ਆਪਣਾ ਜੋ ਵੀ ਗਵਰਨਮੈਂਟ ਗਾਈਡਲਾਈਨ ਦਿੰਦੀ ਹੈ ਉਹਦੇ ਤੋਂ ਉੱਪਰ ਖਿਆਲ ਰੱਖੋ ਆਪਣਾ, ਨਾ ਕਿ ਸਿਰਫ ਜੋ ਕਹਿੰਦੇ ਅਸੀਂ ਉਹੀਓ ਕਰਨਾ, ਉਹਦੇ ਉੱਪਰ ਰੱਖੋ। ਜਿੰਨੀ ਵੀ ਸੇਫਟੀ ਰੱਖ ਸਕਦੇ ਤੁਸੀਂ ਕਰੋ, ਰੱਬ ਮਿਹਰ ਕਰੇਗਾ, ਠੀਕ ਹੋਏਗਾ। ਇੱਦਾਂ ਦੀ ਚੀਜ਼ ਅਗਲੇ ਸਾਲ ਉਮੀਦ ਰੱਖਦੇ ਹਾਂ 2021 ਅੱਛਾ ਚੱਲੇਗਾ ਸਾਡੇ ਤੇ। ਭਾਜੀ ਤੁਸੀਂ ਬਹੁਤ ਅੱਛਾ ਕੰਮ ਕਰਦੇ ਹੋ, ਮੈਂ ਤੁਹਾਡਾ ਸ਼ੁਕਰਾਨਾ ਕਰਦਾ ਕਿ ਤੁਸੀਂ ਆਏ ਹੋ। ਅਤੇ ਦੇਖੋ ਤੁਸੀਂ ਇਹ ਕਾਫੀ ਲੋਕਾਂ ਨੂੰ ਪਤਾ ਹੋਏਗਾ, ਲੇਕਿਨ ਇੱਦਾਂ ਦੀ ਚੀਜ਼ਾਂ ਜਦੋਂ ਮੈਨੂੰ ਪਤਾ ਲੱਗਦੇ ਮੈਂ ਬੰਦੇ ਨੂੰ ਪਤਾ ਫੜ ਲੈਂਦਾ ਵੀ ਮੈਂ ਕਿਹਾ ਤੂੰ ਆ ਚੱਲ ਲੋਕਾਂ ਨੂੰ ਦੱਸੀਏ। ਬਿਕੋਜ਼ ਵਾਂਸ ਤੁਸੀਂ ਅਕਾਲ ਚੈਨਲ 'ਤੇ ਆ ਜਾਂਦੇ ਹੋ ਭਾਜੀ, ਦੁਨੀਆ ਭਰ ਇਹ ਨਿਊਜ਼ ਪਹੁੰਚ ਜਾਂਦੀ ਹੈ ਕਿ ਇੱਕ ਸਿੱਖ ਹੈਗਾ ਇੰਗਲੈਂਡ ਦੇ ਵਿੱਚ ਇੱਦਾਂ ਦੇ ਕੰਮ ਕਰਦਾ। ਤਰ੍ਹਾਂ ਦੇ ਕੰਮ ਹੁੰਦੇ ਨੇ। ਇਹ ਵੀ ਜੋ ਤੁਸੀਂ ਕੰਮ ਕਰਦੇ ਬੜਾ ਵੱਡਾ ਹੈਗਾ, ਬੜੀ ਵੱਡੀ ਸੈਕਰੀਫਾਈਸ ਹੈਗੀ ਹੈ। ਆਪਣਾ ਪਰਿਵਾਰ ਹੈਗਾ, ਫੈਮਿਲੀ ਹੈਗੀ ਹੈ, ਤੁਸੀਂ ਦੇ ਆਪਣਾ ਆਪਣੇ ਸਿਰ 'ਤੇ ਛੱਤ ਵੀ ਰੱਖਣੀ ਹੈ, ਰੋਜ਼ਗਾਰੀ ਵੀ ਕਰਨੀ ਪੈਂਦੀ ਹੈ, ਫਿਰ ਨਾਲ ਇਹ ਵੀ ਕਰਦੇ ਹੋ, ਬੜੀ ਵੱਡੀ ਦੇਣ ਆ ਤੁਹਾਡੀ। ਮੈਨੂੰ ਤਾਂ ਇਹ ਹੈਗਾ ਅਸੀਂ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਹੈ, ਹੋਰ ਟ੍ਰੇਨਿੰਗ ਗਾਈਡਸ ਆਉਣ ਜੇ ਕਰਦਾ ਇਹ ਕੰਮ। ਇਟਸ ਇੰਜੋਏਬਲ, ਜੇ ਤੁਹਾਨੂੰ ਖੁਸ਼ੀ ਮਿਲਦੀ ਹੈ, ਜੇ ਨਾਲ ਜੁੜ ਜਾਓ, ਥੋੜ੍ਹਾ ਵੰਡ ਦਿਓ ਐਂਡ ਡੂ ਯੂਰ ਓਨ ਟੂਰਸ, ਹੈ ਨਾ। ਜੇ ਤੁਸੀਂ ਬਰਮਿੰਘਮ ਬੈਠੇ ਉੱਥੇ ਵੀ ਸਿੱਖ ਹਿਸਟਰੀ ਬਥੇਰੀ ਹੈ, ਤੁਸੀਂ ਪਰ ਆਮ ਸ਼ੋਰ ਤੁਸੀਂ ਇਕੱਲੇ ਨਹੀਂ ਕਰਦੇ, ਤੁਹਾਡੀ ਟੀਮ ਵਰਕ ਹੈਗੇ, ਕਾਫੀ ਟੀਮ। ਦੇਖੋ ਅਸੀਂ ਸ਼ੁਰੂ ਮੈਂ ਇਕੱਲਾ ਕੀਤਾ ਸੀ, ਪਰ ਓਵਰ ਦ ਈਅਰਸ 6 ਸਾਲ ਅਸੀਂ ਟੂਰਸ ਕਰਦੇ ਹਾਂ, ਕਾਫੀ ਐਕਸਪਰਟਸ ਮੇਰੇ ਨਾਲ ਜੁੜੇ ਆ। ਹੁਣ ਦੇਖੋ ਪੀਟਰ ਬੈਂਸ ਨਾਲ ਮੈਨੂੰ ਕਾਫੀ ਦੇਰ ਪਹਿਲਾਂ ਉਹਨਾਂ ਨੇ ਥੈਟਫਰਡ ਦੇ ਟੂਰ ਕੀਤੇ ਸੀ ਜਿੱਥੇ ਗ੍ਰੇਵਸ ਹੈ। ਫਿਰ ਡਾਕਟਰ ਤੇਜਪਾਲ ਸਿੰਘ ਰਾਲਮਿਲ, ਉਹ ਵੀ ਐਕਸਪਰਟ ਆ ਸੋਲਜਰਸ ਦੇ ਬਾਰੇ। ਸੌਰੀ ਮੈਂ ਬਹੁਤ ਮਾਫੀ ਚਾਹਾਂਗਾ, ਜਦੋਂ ਸਟਾਪ ਕਰਨਾ ਪੈਂਦਾ ਬੜੀ ਤਕਲੀਫ ਹੁੰਦੀ ਹੈ, ਪਰ ਟਾਈਮ ਦੇ ਆ ਸਾਡੇ ਬਸ ਦੀ ਗੱਲ ਨਹੀਂ ਹੁੰਦੀ। ਤੁਹਾਡਾ ਸ਼ੁਕਰਾਨਾ ਆਉਂਦਾ ਰਵੀ ਜੀ, ਬਹੁਤ ਅੱਛਾ ਲੱਗਿਆ ਤੁਸੀਂ ਆਏ ਹੋ, ਔਰ ਉਮੀਦ ਰੱਖਦੇ ਤੁਸੀਂ ਫਿਰ ਵੀ ਕਦੇ ਵਾਪਸ ਆਓਗੇ ਤੇ ਗੱਲਬਾਤ ਕਰਾਂਗੇ। ਤੇ ਪਲੀਜ਼ ਇਸੇ ਤਰ੍ਹਾਂ ਕਾਲ ਚੈਨਲ ਦੇਖਦੇ ਰਹੋ। ਹਰ ਦਫਾ ਕੋਸ਼ਿਸ਼ ਹੁੰਦੀ ਹੈ ਕੋਈ ਇੰਟਰਸਟਿੰਗ ਬੰਦਾ ਲੈ ਕੇ, ਹਰ ਦਫਾ ਇੰਟਰਸਟਿੰਗ ਹੁੰਦੇ ਨੇ, ਪਹਿਲੇ ਨਾਲੋਂ ਦੂਜਾ ਇੰਟਰਸਟਿੰਗ, ਦੂਜੇ ਨਾਲੋਂ ਤੀਜਾ ਇੰਟਰਸਟਿੰਗ। ਨੈਕਸਟ ਵੀਕ ਸੇਮ ਟਾਈਮ ਫਿਰ ਮੁਲਾਕਾਤ ਹੋਏਗੀ ਤੁਹਾਡੇ ਨਾਲ। ਆਪਾਂ ਫਤਿਹ ਬੁਲਾਈਏ ਰਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।